ਮੈਂ ਇੱਥੇ ਹਾਂ ਤੁਹਾਨੂੰ ਦੱਸਣ ਦੇ ਲਈ ਉਹ ਮਹੱਤਵਪੂਰਨ ਗੱਲਾਂ ਵਿਸ਼ੇ, ਉਹਨਾਂ ਨਿਸ਼ਾਨ ਵਾਲੇ ਨਰਕ ਦੇ ਸਬੂਤ ਆਧਾਰਿਤ ਅਤੇ ਉਸ ਮਹਿਮਾਯੁਕਤ ਪਰਮੇਸ਼ੁਰ ਦੇ ਪੱਟ ਦੇ ਬਾਰੇ ਜਿਸ ਨੂੰ ਸਵਰਗ ਕਹਿੰਦੇ ਹਨ। ਇਸ ਤੋਂ ਪਹਿਲਾਂ ਹੌਲੇ ਭਾਗ ਵਿੱਚ ਜਾਣ ਤੋਂ ਪਹਿਲਾਂ, ਇਸ ਵਿੱਚ ਜਾਣ ਤੋਂ ਪਹਿਲਾਂ ਸਬੂਤਾਂ ਉੱਤੇ ਮੈਂ ਚਾਹੁੰਦਾ ਹਾਂ ਪਰਮੇਸ਼ੁਰ ਦੀ ਵਚਨ ਬਾਈਬਲ ਦੇ ਵਿੱਚੋਂ ਤੁਹਾਡੇ ਸਾਹਮਣੇ ਵਿਸ਼ਾ ਪੇਸ਼ ਕਰਨਾ ਚਾਹੁੰਦਾ ਹਾਂ, ਜੋ ਕਿ ਲੂਕਾ 16 ਅਧਿਆਇ ਉਸਦੇ 19 ਵਚਨ ਤੋਂ ਅੱਗੇ ਤੱਕ ਪਾਇਆ ਗਿਆ। ਮੈਨੂੰ ਤੁਹਾਡੇ ਲਈ ਪੜ੍ਹਨ ਦਿਓ। ਇੱਕ ਧਨਵਾਨ ਮਨੁੱਖ ਸੀ ਜੋ ਬੈਂਗਣੀ ਅਰ ਬਰੀਕ ਕੱਪੜੇ ਪਹਿਨਦਾ ਅਤੇ ਨਿਤ ਭੋਗ ਵਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ। ਅਰ ਲਾਜ਼ਰ ਨਾਮ ਦਾ ਇੱਕ ਕੰਗਾਲ ਫੋੜਿਆਂ ਨਾਲ ਭਰਿਆ ਹੋਇਆ ਉਹਦੀ ਡਿਊੜੀ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ। ਅਰ ਜਿਹੜੇ ਚੂਰੇ ਪੂਰੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ, ਉਹ ਉਹਨਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆਣ ਕੇ ਉਹਦੇ ਫੋੜਿਆਂ ਨੂੰ ਚੱਟਦੇ ਸਨ। ਅਤੇ ਇਉਂ ਹੋਇਆ ਜੋ ਉਹ ਕੰਗਾਲ ਮਰ ਗਿਆ ਅਤੇ ਦੂਤਾਂ ਨੇ ਉਹਨੂੰ ਅਬਰਾਹਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ। ਅਰ ਪਤਾਲ ਵਿੱਚ ਦੁਖੀ ਹੋ ਕੇ ਉਸਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਮ ਨੂੰ ਉਹਦੀ ਗੋਦ ਵਿੱਚ ਲਾਜ਼ਰ ਨੂੰ ਦੇਖਿਆ, ਤਾਂ ਉਸਨੇ ਆਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਮ, ਮੇਰੇ ਉੱਤੇ ਦਇਆ ਕਰ ਅਤੇ ਲਾਜ਼ਰ ਨੂੰ ਘੱਲ, ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ, ਕਿਉਂ ਜੋ ਮੈਂ ਇਸ ਲੰਬ ਵਿੱਚ ਕਲਪਦਾ ਹਾਂ। ਪਰ ਅਬਰਾਹਮ ਬੋਲਿਆ, ਬੱਚਾ, ਯਾਦ ਕਰ ਜੋ ਤੂੰ ਆਪਣੇ ਜਿਉਂਦੇ ਜੀ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ, ਅਰ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ ਨਾਲ, ਪਰ ਹੁਣ ਇੱਥੇ ਸ਼ਾਂਤ ਪਾਉਂਦਾ ਅਤੇ ਤੂੰ ਕਲਪਦਾ ਹੈ। ਅਰ ਇਸ ਤੋਂ ਬਾਂਝ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ, ਤਾਂ ਜੋ ਉਹ ਜਿਹੜੇ ਇੱਥੇ ਤੁਹਾਡੇ ਕੋਲ ਪਾਰ ਲੰਘਣਾ ਚਾਹੁਣ ਉਹ ਨਾ ਲੰਘ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆਉਣ। ਤਾਂ ਉਸ ਆਖਿਆ, ਹੇ ਪਿਤਾ, ਤਦ ਤੱਕ ਮੈਂ ਤੇਰੀ ਮਿੰਨਤ ਕਰਦਾ ਹਾਂ ਜੋ ਤੂੰ ਉਹਨੂੰ ਮੇਰੇ ਪਿਓ ਦੇ ਘਰ ਭੇਜ, ਕਿਉਂਕਿ ਮੇਰੇ 5 ਭਰਾ ਹਨ, ਤਾਂ ਜੋ ਉਹ ਉਹਨਾਂ ਦੇ ਅੱਗੇ ਸਾਖੀ ਦੇਵੇ, ਭਾਈ ਕਿਵੇਂ ਉਹ ਵੀ ਇਸ ਕਸ਼ਟ ਦੇ ਥਾਂ ਵਿੱਚ ਨਾ ਆਉਣ। ਪਰ ਅਬਰਾਹਮ ਨੇ ਆਖਿਆ ਕਿ ਉਹਨਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹ ਉਹਨਾਂ ਦੀ ਸੁਣ। ਪਰ ਉਸ ਆਖਿਆ, ਨਾ ਜੀ, ਹੇ ਪਿਤਾ ਅਬਰਾਹਮ, ਪਰ ਜੇ ਕੋਈ ਮੁਰਦਿਆਂ ਵਿੱਚੋਂ ਉਹਨਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ। ਪਰ ਉਹਨੇ ਉਹਨੂੰ ਕਿਹਾ, ਜੇ ਮੂਸਾ ਅਤੇ ਨਬੀਆਂ ਦੀ ਨਾ ਸੁਣ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ, ਪਰ ਉਹ ਨਾ ਮੰਨਣਗੇ। ਮੇਰੇ ਪਿਆਰੇ ਭੈਣ ਭਰਾਵੋ, ਪ੍ਰਭੂ ਯਿਸੂ ਮਸੀਹ ਇੱਕ ਬਹੁਤ ਸੋਹਣੀ ਘਟਨਾ ਦੇ ਬਾਰੇ ਗੱਲ ਕਰਦੇ ਨੇ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਯਿਸੂ ਮਸੀਹ ਨੇ ਪਰਮੇਸ਼ੁਰ ਦੇ ਰਾਜ ਦੇ ਬਾਰੇ ਕਹਾਵਤਾਂ ਦੇ ਵਿੱਚ ਗੱਲਾਂ ਕੀਤੀਆਂ, ਪਰ ਇੱਥੇ ਘਟਨਾ ਅਤੇ ਕਹਾਵਤਾਂ ਦੇ ਵਿੱਚ ਬਹੁਤ ਅੰਤਰ ਹੈ। ਮੈਂ ਵਿਆਖਿਆ ਕਰਾਂਗਾ। ਔਰ ਕਹਾਵਤਾਂ ਦੇ ਵਿੱਚ ਤੁਸੀਂ ਕਦੇ ਵੀ ਕਿਸੇ ਇਨਸਾਨ ਦਾ ਨਾਮ ਨਹੀਂ ਪਾਓਗੇ। ਉਦਾਹਰਨ ਦੇ ਤੌਰ ਤੇ ਤੁਸੀਂ ਮਤੀ 13 ਅਧਿਆਇ ਦੇ ਵਿੱਚ ਬੀਜ ਬੀਜਣ ਵਾਲੇ ਦੇ ਬਾਰੇ ਪਾਓਗੇ, ਜਿੱਥੇ ਯਿਸੂ ਨੇ ਬੀਜਣ ਅਤੇ ਕੱਟਣ ਵਾਲੇ ਦੀ ਗੱਲ ਕੀਤੀ ਹੈ। ਇੱਕ ਬੀਜ ਬੀਜਣ ਵਾਲਾ ਸੀ ਜਿਸ ਨੇ ਬੀਜਣਾ ਸ਼ੁਰੂ ਕੀਤਾ। ਕੁਝ ਬੀਜ ਕੰਡੈਲੀ ਜ਼ਮੀਨ ਤੇ ਡਿੱਗਿਆ ਤੇ ਕੁਝ ਚੰਗੀ ਦੇ ਵਿੱਚ। ਇਸ ਤਰ੍ਹਾਂ ਉਹ ਲੋਕਾਂ ਨੂੰ ਦੱਸ ਰਿਹਾ ਸੀ ਤਾਂ ਕਿ ਲੋਕ ਆਸਾਨੀ ਨਾਲ ਸਮਝ ਸਕਣ। ਅਤੇ ਤੁਸੀਂ ਕੋਈ ਵੀ ਐਸਾ ਨਾਮ ਨਹੀਂ ਪਾਓਗੇ ਜਿਸ ਕਿਸੇ ਖਾਸ ਇਨਸਾਨ ਦਾ ਜ਼ਿਕਰ ਕੀਤਾ ਗਿਆ, ਪਰ ਤੁਸੀਂ ਇਸ ਪੈਰੇ ਵਿੱਚ ਪਾਓਗੇ ਇੱਕ ਵਿਅਕਤੀ ਦਾ ਨਾਮ, ਇੱਕ ਇਨਸਾਨ ਦਾ ਨਾਮ, ਅਤੇ ਕਿਸਮਤ ਵਜੋਂ ਉਹ ਇੱਕ ਭਿਖਾਰੀ ਸੀ। ਯਿਸੂ ਮਸੀਹ ਇਸ ਨੂੰ ਕਹਾਵਤਾਂ ਦੇ ਤੌਰ ਤੇ ਨਹੀਂ ਬੋਲਦੇ, ਬਲਕਿ ਇੱਕ ਅਸਲੀ ਕਹਾਣੀ ਹੈ। ਜੇਕਰ ਇਸ ਸਿੱਖਿਆ ਦੇ ਵਿੱਚ ਇਨਸਾਨ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਹੋਵੇ ਤਾਂ ਇਹ ਇੱਕ ਸੱਚੀ ਕਹਾਣੀ ਹੋਵੇ, ਤਾਂ ਜੋ ਲੋਕ ਆਪਣੇ ਬੀਤੇ ਕੱਲ ਵਿੱਚ ਜੀ ਸਕਣ। ਹੁਣ ਜੇਕਰ ਇਹ ਘਟਨਾ ਸੱਚੀ ਨਾ ਹੋਵੇ ਤਾਂ ਯਿਸੂ ਕਦੇ ਵੀ ਇਸ ਤਰ੍ਹਾਂ ਦੇ ਮਾਮਲੇ ਦਾ ਜ਼ਿਕਰ ਨਾ ਕਰਦਾ। ਪਿਆਰੋ, ਸਾਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਉਸਨੇ ਇਸ ਤਰ੍ਹਾਂ ਦੀ ਘਟਨਾ ਦੇ ਵਿੱਚ ਕਿਸੇ ਇਨਸਾਨ ਦਾ ਜ਼ਿਕਰ ਕੀਤਾ ਹੈ। ਅਸੀਂ ਇਸ ਨੂੰ ਠੁਕਰਾ ਨਹੀਂ ਸਕਦੇ, ਜਿਹਦਾ ਮਤਲਬ ਹੈ ਇਹ ਬਹੁਤ ਹੀ ਮਹੱਤਵਪੂਰਨ ਖਬਰ ਹੈ। ਪ੍ਰਭੂ ਪਰਮੇਸ਼ੁਰ ਆਪਣੇ ਲੋਕਾਂ ਲਈ ਕਿੰਨਾ ਫਿਕਰਮੰਦ ਹੈ। ਜੇਕਰ ਅਸੀਂ ਇਸ ਨੂੰ ਰੱਦ ਕਰਦੇ ਹਾਂ ਤਾਂ ਇਹ ਸਾਡੇ ਵਾਸਤੇ ਬਹੁਤ ਹੀ ਦਰਦਨਾਕ ਹੋਵੇਗਾ। ਇੱਥੇ ਅਸੀਂ ਪਾਉਂਦੇ ਹਾਂ ਦੋ ਇਨਸਾਨਾਂ ਦਾ ਜ਼ਿਕਰ। ਇੱਕ ਧਨੀ ਇਨਸਾਨ ਹੈ ਜੋ ਨਿਤ ਭੋਗ ਵਿਲਾਸ ਕਰਦਾ ਸੀ, ਬਾਈਬਲ ਕਹਿੰਦੀ ਹੈ, ਅਤੇ ਇੱਕ ਇਨਸਾਨ ਸੀ ਭਿਖਾਰੀ ਜਿਹਦਾ ਨਾਮ ਲਾਜ਼ਰ ਸੀ, ਜੋ ਧਨੀ ਆਦਮੀ ਦੇ ਡਿਊੜੀ ਉੱਤੇ ਪਿਆ ਰਹਿੰਦਾ ਸੀ, ਜੋ ਆਪਣੇ ਢਿੱਡ ਨੂੰ ਉਸ ਧਨੀ ਇਨਸਾਨ ਦੀ ਮੇਜ਼ ਉੱਤੋਂ ਡਿੱਗੇ ਹੋਏ ਟੁਕੜਿਆਂ ਦੇ ਨਾਲ
ਭਰਨਾ ਚਾਹੁੰਦਾ ਸੀ। ਅਤੇ ਬਾਈਬਲ ਕਹਿੰਦੀ ਹੈ ਕਿ ਕੁੱਤੇ ਆ ਕੇ ਅਤੇ ਉਹਦੇ ਜ਼ਖਮਾਂ ਨੂੰ ਚੱਟਦੇ ਸੀ, ਕਿਉਂ ਜੋ ਉਹ ਫੋੜਿਆਂ ਨਾਲ ਭਰਿਆ ਹੋਇਆ ਸੀ। ਇਹ ਕਿੰਨੀ ਔਖੀ ਕੜੀ ਹੈ। ਇਹ ਖਾਸ ਗੱਲ ਹੈ ਜਿੱਥੇ ਅੱਗ ਅਤੇ ਗੰਧਕ। ਬਾਈਬਲ ਕਹਿੰਦੀ ਹੈ ਮੌਤ ਉਹਨਾਂ ਦੋਵਾਂ ਇਨਸਾਨਾਂ ਦੇ ਉੱਤੇ ਆਈ ਜਿਨ੍ਹਾਂ ਉੱਤੇ ਅਸੀਂ ਧਿਆਨ ਕਰਨਾ ਜ਼ਰੂਰੀ ਹੈ। ਦੋ ਸ਼ਬਦ ਹਨ ਜੋ ਸ਼ਬਦ ਸਦੀਪਕ ਸ਼ਬਦ ਹਨ। ਸਦਾ ਕਾਲ ਦਾ ਮਤਲਬ ਹੈ ਦਿਨਾਂ ਦਾ ਕੋਈ ਅੰਤ ਨਾ ਹੋਵੇ। ਉਦਾਹਰਨ ਦੇ ਤੌਰ ਤੇ ਇਸ ਸੰਸਾਰ ਦੇ ਵਿੱਚ ਅਸੀਂ ਪੈਦਾ ਹੋਏ ਅਤੇ ਅਸੀਂ ਮਰਨਾ ਹੈ, ਜਿਹਦਾ ਮਤਲਬ ਹੈ ਕਿ ਇੱਕ ਠਹਿਰਾਇਆ ਹੋਇਆ ਸਮਾਂ ਹੈ ਜੋ ਕਿ ਹਰ ਇੱਕ ਇਨਸਾਨ ਦੇ ਲਈ ਠਹਿਰਾਇਆ ਗਿਆ। ਔਰ ਕੋਈ ਵੀ ਇਨਸਾਨ ਇਸ ਦੁਨੀਆ ਤੋਂ ਜਾਣ ਦੇ ਬਾਰੇ ਆਪਣੇ ਸਮੇਂ ਨੂੰ ਨਹੀਂ ਜਾਣਦਾ ਅਤੇ ਅਚਾਨਕ ਸਾਨੂੰ ਆਪਣੀਆਂ ਅੱਖਾਂ ਬੰਦ ਕਰਨੀਆਂ ਪੈਣਗੀਆਂ ਅਤੇ ਉਸ ਸਮੇਂ ਕੀ ਹੋਵੇਗਾ ਅਤੇ ਸਾਡਾ ਰਚਨਹਾਰਾ ਹੀ ਸਾਨੂੰ ਦੱਸ ਸਕਦਾ ਹੈ। ਕੋਈ ਇਨਸਾਨ ਇਸ ਬਾਰੇ ਨਹੀਂ ਦੱਸ ਸਕਦਾ। ਤੁਸੀਂ ਜਾਣਦੇ ਹੋ ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਮਹਾਨ ਗੁਰੂ ਅਤੇ ਪ੍ਰਭੂ ਨੇ। ਬਹੁਤ ਸਾਰੇ ਧਾਰਮਿਕ ਗੁਰੂ ਬਹੁਤ ਗੱਲਾਂ ਸਾਨੂੰ ਸਿਖਾਉਂਦੇ ਨੇ, ਪਰ ਕੋਈ ਵੀ ਇਨਸਾਨ ਮੌਤ ਤੋਂ ਬਾਅਦ ਜ਼ਿੰਦਗੀ ਕੀ ਹੈ ਨਹੀਂ ਸਿਖਾ ਸਕਦਾ। ਇਹ ਬਹੁਤ ਹੀ ਖਾਸ ਗੱਲ ਹੈ। ਇਸੇ ਲਈ ਸਦੀਪ ਕਾਲ ਨੂੰ ਦੱਸਿਆ ਗਿਆ। ਸਦੀਪ ਕਾਲ ਦੇ ਵਾਸਤੇ ਇਨਸਾਨ ਸਵਰਗ ਨੂੰ ਜਾਂਦਾ ਹੈ ਜਾਂ ਫਿਰ ਹਮੇਸ਼ਾ ਦੇ ਦੁੱਖ ਪਾਉਣ ਲਈ ਨਰਕ ਨੂੰ ਜਾਂਦਾ ਹੈ। ਦੂਸਰਾ ਕੁਰਿੰਥੀਆਂ 5ਵਾਂ ਅਧਿਆਇ ਪਹਿਲਾ ਵਚਨ ਦੱਸਦਾ ਹੈ, ਪਰਮੇਸ਼ਵਰ ਨੇ ਇਨਸਾਨ ਦੇ ਸਰੀਰ ਦੇ ਵਿੱਚ ਇੱਕ ਬਹੁਤ ਸੋਹਣਾ ਆਤਮਾ ਰੱਖਿਆ ਹੈ ਜਿਹੜਾ ਕਿ ਕਦੇ ਨਾ ਮਰਨ ਵਾਲਾ ਹੈ, ਜੋ ਕਿ ਥੋੜੇ ਸਮੇਂ ਦਾ ਸਰੀਰ ਹੈ ਜਿਸ ਨੂੰ ਲਹੂ ਅਤੇ ਮਾਸ ਕਹਿੰਦੇ ਹਨ। ਇਹ ਆਤਮਾ ਦੇ ਲਈ ਸਿਰਫ ਥੋੜੇ ਸਮੇਂ ਦਾ ਹੀ ਘਰ ਹੈ, ਪਰ ਸਭ ਤੋਂ ਮਹੱਤਵਪੂਰਨ ਗੱਲ ਹੈ ਇਨਸਾਨ ਦਾ ਆਤਮਾ ਅਤੇ ਪ੍ਰਾਣ ਇੱਕ ਦਿਨ ਉਹ ਸਰੀਰ ਵਿੱਚੋਂ ਲੈ ਲਿਆ ਜਾਵੇਗਾ। ਸਿਰਫ ਉਹ ਆਪ ਹੀ ਇਸ ਨੂੰ ਲੈ ਸਕਦਾ ਹੈ ਅਤੇ ਇਨਸਾਨ ਨੂੰ ਕੋਈ ਆਗਿਆ ਨਹੀਂ ਹੈ। ਅਤੇ ਜੇਕਰ ਇਨਸਾਨ ਆਪਣੇ ਸਰੀਰ ਵਿੱਚੋਂ ਆਤਮਾ ਕੱਢਦਾ ਹੈ ਤਾਂ ਉਹ ਆਤਮ ਹੱਤਿਆ ਕਹਿਲਾਵੇਗਾ। ਆਤਮ ਹੱਤਿਆ ਕਰਨ ਦੇ ਨਾਲ ਦੁੱਖਾਂ ਦਾ ਖਾਤਮਾ ਨਹੀਂ ਹੁੰਦਾ, ਬਲਕਿ ਵੱਡੇ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ। ਅਤੇ ਆਤਮ ਹੱਤਿਆ ਕਰਨੀ ਨਹੀਂ ਚਾਹੀਦੀ, ਸਗੋਂ ਸੋਚਣਾ ਵੀ ਨਹੀਂ ਚਾਹੀਦਾ। ਕਿਰਪਾ ਯਾਦ ਰੱਖੋ ਕਿ ਇਨਸਾਨ ਦੀ ਜ਼ਿੰਦਗੀ ਹਮੇਸ਼ਾ ਵਾਸਤੇ ਹੈ। ਇਹ ਸਦੀਪਕ ਹੈ ਅਤੇ ਨਹੀਂ ਮਰਦੀ। ਇਹ ਲਹੂ ਅਤੇ ਦੇਹ ਮੁੱਕ ਜਾਵੇਗੀ, ਸਰੀਰ ਮਰ ਜਾਵੇਗਾ। ਜਦੋਂ ਇਨਸਾਨ ਮਰ ਜਾਵੇਗਾ, ਜਿਸ ਤੋਂ ਬਾਅਦ ਉਹ 2 ਦਿਨਾਂ ਦੇ ਲਈ ਬਰਫ਼ ਵਿੱਚ ਰੱਖ ਕੇ ਬਚਿਆ ਰਹਿ ਸਕਦਾ ਹੈ, ਜਿਸ ਤੋਂ ਬਾਅਦ ਉਹ ਮੁਰਦਾ ਸਰੀਰ ਬਦਬੂ ਮਾਰ ਲੱਗੇਗਾ ਅਤੇ ਉਸ ਨੂੰ ਦੱਬਿਆ ਜਾਣਾ ਪਵੇਗਾ। ਪਰ ਆਤਮਾ ਅਤੇ ਪ੍ਰਾਣ ਉਹ ਸਦੀਪਕ ਹਨ, ਇਹ ਨਹੀਂ ਮਰਨਗੇ। ਅਤੇ ਫਿਰ ਮਨੁੱਖ ਦੇ ਆਤਮਾ ਨੂੰ ਆਪਣਾ ਉਹ ਸਦੀਪਕ ਘਰ ਲੱਭਣਾ ਪਵੇਗਾ। ਮਿਹਰਬਾਨੀ ਕਰਕੇ ਸਮਝੋ, ਇਹ ਇਨਸਾਨ ਦਾ ਸਦੀਪਕ ਜੀਵਨ, ਸਦੀਪਕ ਆਤਮਾ ਅਤੇ ਘਰ ਹੈ। ਕੁਝ ਲੋਕ ਸੋਚਦੇ ਨੇ ਜੇਕਰ ਅਸੀਂ ਬੁਰੇ ਹਾਂ ਤਾਂ ਅਸੀਂ ਉਸ ਘੱਟ ਆਦਰ ਵਾਲੇ ਜਾਨਵਰ ਵਰਗੇ ਹੋਵਾਂਗੇ, ਜੇਕਰ ਚੰਗੇ ਤਾਂ ਅਸੀਂ ਅੱਛੇ ਆਤਮਿਕ ਪ੍ਰਾਣੀ ਬਣਾਂਗੇ। ਭੈਣ ਭਰਾਵੋ, ਇਸ ਤਰ੍ਹਾਂ ਨਹੀਂ ਬਾਈਬਲ ਕਹਿੰਦੀ ਹੈ। ਪਰ ਇਹ ਇਨਸਾਨ ਦੇ ਲਈ ਠਹਿਰਾਇਆ ਗਿਆ ਕਿ ਉਹ ਇੱਕ ਵਾਰ ਮਰੇ ਅਤੇ ਉਸ ਦਾ ਨਿਆਂ ਹੋਵੇ। ਇਹ ਇੱਕ ਸੱਚਾਈ ਹੈ ਅਤੇ ਉਸ ਆਤਮਾ ਨੂੰ ਆਪਣਾ ਘਰ ਹਮੇਸ਼ਾ ਦੇ ਵਾਸਤੇ ਲੱਭਣਾ ਪਵੇਗਾ। ਇਸ ਤਰ੍ਹਾਂ ਹੈ ਜੋ ਅਨੰਤ ਜੀਵਨ ਸ਼ੁਰੂ ਹੁੰਦਾ ਹੈ। ਇਸ ਨੂੰ ਜ਼ਰੂਰ ਸਮਝੋ। ਅਸਲੀ ਜ਼ਿੰਦਗੀ ਸਵਰਗ ਦੇ ਘਰੋਂ ਸ਼ੁਰੂ ਹੁੰਦੀ ਹੈ। ਹੁਣ ਇੱਥੇ 2 ਹਮੇਸ਼ਾ ਦੇ ਘਰ ਹਨ। ਇਹ ਇਸ ਤਰ੍ਹਾਂ ਹੈ ਜਿਵੇਂ ਕਿ 2 ਬ੍ਰੈਡਾਂ ਦੇ ਵਿੱਚ ਇੱਕ ਸੈਂਡਵਿਚ ਦੇ ਵਿੱਚ ਜੈਮ ਹੋਵੇ। ਉੱਪਰ ਦਾ ਰੋਟੀ ਸਮਾਨ ਭਾਗ ਸਵਰਗ ਹੈ ਜਿੱਥੇ ਕਿ ਪਰਮੇਸ਼ਵਰ ਹੈ ਅਤੇ ਹੇਠਾਂ ਵਾਲਾ ਭਾਗ ਨਰਕ ਹੈ। ਪਰਮੇਸ਼ਵਰ 2 ਸੰਸਾਰਾਂ ਨੂੰ ਸਾਂਭ ਰਿਹਾ ਹੈ। ਅਸੀਂ ਇਹ ਸੱਚਾਈ ਹੈ, ਭਾਵੇਂ ਮੰਨੀਏ ਭਾਵੇਂ ਨਾ ਮੰਨੀਏ, ਵਿਸ਼ਵਾਸ ਕਰੀਏ ਭਾਵੇਂ ਨਾ ਕਰੀਏ। ਇਹ ਜ਼ਰੂਰੀ ਸਮਾਨ ਹੈ ਜੋ ਪਰਮੇਸ਼ਵਰ ਦਾ ਵਚਨ ਹੈ ਅਤੇ ਅਖੀਰ ਹੈ ਇਹ ਬਾਈਬਲ ਹੈ, ਕਿਉਂਕਿ ਇਹ ਬਾਈਬਲ ਪਰਮੇਸ਼ਵਰ ਦੇ ਜੋ ਰਚਨਹਾਰਾ ਹੈ ਉਹਦੇ ਵਚਨ ਹਨ, ਇਸੇ ਇਨਸਾਨ ਦੇ ਸ਼ਬਦ ਨਹੀਂ। ਸਾਡਾ ਰਚਨ ਵਾਲਾ ਅੱਜ ਕੱਲ ਯੁਗਾਨ ਯੁਗ ਇੱਕੋ ਜਿਹਾ ਹੈ। ਪ੍ਰਭੂ ਯਿਸੂ ਕੱਲ ਅੱਜ ਅਤੇ ਯੁਗਾਨ ਯੁਗ ਇੱਕੋ ਜਿਹਾ ਹੈ ਅਤੇ ਉਹ ਬਦਲਦਾ ਨਹੀਂ ਹੈ ਅਤੇ ਉਹਦੇ ਵਚਨ ਬਦਲਦੇ ਨਹੀਂ ਹਨ। ਉਸ ਦਾ ਪਿਆਰ ਬਦਲਦਾ ਨਹੀਂ ਹੈ ਅਤੇ ਉਸ ਦੀ ਦਇਆ ਬਦਲਦੀ ਨਹੀਂ ਹੈ। ਇਸ ਲਈ ਪਿਆਰੇ ਭੈਣ ਭਰਾਵੋ, ਇਹ ਸੱਚਾਈ ਹੈ। ਅਤੇ ਇੱਕ ਆਤਮਾ ਹੀ ਸਦੀਪਕ ਪਰਮੇਸ਼ਵਰ ਦੇ ਘਰ, ਪਰਮੇਸ਼ਵਰ ਦੇ ਰਾਜ ਘਰ ਵਿੱਚ ਪ੍ਰਵੇਸ਼ ਕਰ ਸਕਦਾ ਹੈ, ਨਰਕ ਵਿੱਚ ਜਾ ਸਕਦਾ ਹੈ। ਅਤੇ ਇੱਕ ਆਤਮਾ ਨਰਕ ਦੀ ਅੱਗ ਦੇ ਵਿੱਚ ਹਮੇਸ਼ਾ ਲਈ ਜਾ ਸਕਦੀ ਹੈ। ਬਾਈਬਲ ਦੱਸਦੀ ਹੈ 2 ਕੁਰਿੰਥੀਆਂ 5:10, ਰਸੂਲ ਪੌਲਸ ਉਹ ਦੱਸਦਾ ਹੈ ਕਿ ਸਾਨੂੰ ਸਭ ਨੂੰ ਆਪਣੇ ਆਪਣੇ ਕੰਮਾਂ ਦਾ ਲੇਖਾ ਦੇਣਾ ਪਵੇਗਾ, ਭਾਵੇਂ ਉਹ ਚੰਗੇ ਭਾਵੇਂ ਬੁਰੇ ਹੋਣ। ਧਨੀ ਇਨਸਾਨ ਵੱਲ ਵਾਪਿਸ ਮੁੜੀਏ। ਉਹ ਕਦੇ ਵੀ ਇਸ ਗੱਲ ਦਾ ਵਿਚਾਰ ਨਹੀਂ ਕੀਤਾ ਹੋਵੇਗਾ ਕਿ ਕਦੇ ਉਹ ਪਰਮੇਸ਼ਵਰ ਨੂੰ ਦੇਖੇਗਾ ਜਾਂ ਮੁਕਤੀ ਦੇ ਪਰਮੇਸ਼ਵਰ ਨੂੰ ਦੇਖੇਗਾ, ਕਿ ਉਹ ਪਰਮੇਸ਼ਵਰ ਅਤੇ ਉਸ ਦੀ ਦਇਆ ਨੂੰ ਦੇਖੇਗਾ। ਅਤੇ ਉਹ ਸੋਚ ਨਹੀਂ ਸੀ ਰਿਹਾ
ਉਸਨੇ ਜੋ ਸੋਚਿਆ ਸੀ, ਜੋ ਕੁਝ ਉਸਦੇ ਕੋਲ ਇਸ ਸੰਸਾਰ ਦੇ ਵਿੱਚ ਹੈ, ਉਹੀ ਸਭ ਕੁਝ ਹੈ ਅਤੇ ਸਿਰਫ ਉਹ ਇੱਕ ਆਨੰਦ ਦੀ ਭਰਪੂਰੀ ਸੀ। ਉਹ ਪਰਮੇਸ਼ਵਰ ਦੀ ਮੁਕਤੀ ਦੇ ਬਾਰੇ ਚਿੰਤਿਤ ਨਹੀਂ ਸੀ, ਉਹ ਭਵਿੱਖ ਦੇ ਸੰਸਾਰ ਬਾਰੇ ਚਿੰਤਾ ਨਹੀਂ ਸੀ ਕਰ ਰਿਹਾ। ਪਰ ਗਰੀਬ ਇਨਸਾਨ ਲਾਜ਼ਰ, ਉਸਨੇ ਪਰਮੇਸ਼ਵਰ ਨੂੰ ਭਾਲਿਆ। ਉਸ ਨੂੰ ਜ਼ਿੰਦਗੀ 'ਚ ਕਦੇ ਵੀ ਆਨੰਦ ਲੈਣ ਦਾ ਮੌਕਾ ਨਹੀਂ ਮਿਲਿਆ। ਪਰ ਫਿਰ ਕੀ ਹੁੰਦਾ ਹੈ ਜਦੋਂ ਇਹ ਦੋ ਇਨਸਾਨ ਮਰਦੇ ਹਨ ਅਤੇ ਗਰੀਬ ਇਨਸਾਨ ਅਬਰਾਹਮ ਦੀ ਗੋਦ ਵਿੱਚ ਲੈ ਜਾਇਆ ਗਿਆ ਅਤੇ ਧਨੀ ਆਦਮੀ ਉਸ ਨਰਕ ਦੀ ਅੱਗ ਦੇ ਵਿੱਚ ਸੁੱਟਿਆ ਗਿਆ। ਮੇਰੇ ਪਿਆਰੇ ਭੈਣ ਭਰਾਵੋ, ਕਿਉਂ ਨਰਕ ਦੀ ਅੱਗ ਵਿੱਚ ਜਾਣਾ? ਨਰਕ ਉਹ ਜਗ੍ਹਾ ਹੈ ਜਿਹੜੀ ਸਿਰਫ ਬੁਰਿਆਂ ਦੇ ਵਾਸਤੇ ਰੱਖੀ ਗਈ ਅਤੇ ਉਹ ਮਨੁੱਖੀ ਪ੍ਰਾਣੀਆਂ ਵਾਸਤੇ ਨਹੀਂ ਹੈ। ਸਾਨੂੰ ਸਮਝਣਾ ਚਾਹੀਦਾ ਹੈ। ਅਤੇ ਮੱਤੀ 25 ਅਧਿਆਇ ਦੇ ਵਿੱਚ ਇਸ ਤਰ੍ਹਾਂ ਅਸੀਂ ਪੜ੍ਹ ਸਕਦੇ ਹਾਂ, ਜੋ ਕਿ ਦੁਸ਼ਟ ਲੋਕਾਂ ਵਾਸਤੇ ਤਿਆਰ ਕੀਤਾ ਗਿਆ, ਇਨਸਾਨਾਂ ਵਾਸਤੇ ਨਹੀਂ। ਦੇਖੋ, ਦੁੱਖਾਂ ਦੀ ਇਹ ਉਹ ਜਗ੍ਹਾ ਹੈ, ਕੋਈ ਆਰਾਮ ਨਹੀਂ, ਕੋਈ ਸ਼ਾਂਤੀ ਨਹੀਂ, ਸਗੋਂ ਦੰਦਾਂ ਦਾ ਚੱਬਣਾ ਹੋਵੇਗਾ। ਦਰਦ ਅਤੇ ਚੀਕਾਂ ਸਰੀਰ ਨੂੰ ਦੁੱਖ ਪਹੁੰਚਾਉਂਦੀਆਂ ਨੇ। ਮੈਂ ਇਸ ਬਾਰੇ ਵਿਆਖਿਆ ਨਹੀਂ ਕਰ ਸਕਦਾ, ਨਹੀਂ ਦੱਸ ਸਕਦਾ, ਕਿਉਂਕਿ ਇਹ ਉਹ ਡਰਾਉਣੀ ਤੇ ਖਤਰਨਾਕ ਜਗ੍ਹਾ ਹੈ ਜਿਹਦੇ ਬਾਰੇ ਬਿਆਨ ਕਰਨਾ ਮੁਸ਼ਕਿਲ ਹੈ। ਦੋਸਤੋ, ਮੈਂ ਤੁਹਾਨੂੰ ਦੱਸਦਾ ਹਾਂ, ਸਾਡੇ ਸਦੀਪਕ ਆਤਮਾ ਨੂੰ ਇੱਕ ਐਸੇ ਦੁੱਖ ਦੇ ਵਿੱਚ ਨਹੀਂ ਜਾਣਾ ਚਾਹੀਦਾ। ਇਹ ਬਹੁਤ ਵੱਡਾ ਨੁਕਸਾਨ ਹੈ ਆਤਮਾ ਦੇ ਲਈ। ਹੁਣ ਧਨੀ ਇਨਸਾਨ ਅਚਾਨਕ ਹੀ ਪਰਮੇਸ਼ਰ ਉਸ ਨੂੰ ਉਸ ਸਥਾਨ ਤੇ ਸੁੱਟਦਾ ਹੈ ਜਿੱਥੇ ਅੱਗ ਅਤੇ ਗੰਧਕ ਹੈ। ਹੁਣ ਇੱਥੇ ਉਹ ਕੁਝ ਦੱਸਦਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਉਸ ਉੱਤੇ ਧਿਆਨ ਕਰੀਏ। ਵਚਨ ਨੰਬਰ 23, ਅਤੇ ਪਤਾਲ ਵਿੱਚ ਦੁਖੀ ਹੋ ਕੇ ਉਸਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਮ ਨੂੰ ਔਰ ਉਹਦੀ ਗੋਦ ਵਿੱਚ ਲਾਜ਼ਰ ਨੂੰ ਦੇਖਿਆ। ਮੈਂ ਇਸ ਲਿਖਤ ਤੋਂ ਸਮਝ ਸਕਦਾ ਹਾਂ ਕਿ ਇਨਸਾਨ ਦੇਖ ਸਕਦਾ ਹੈ, ਸਗੋਂ ਨਰਕ ਵਿੱਚ ਵੀ। ਮੈਂ ਤੁਹਾਨੂੰ ਦੱਸਿਆ ਕਿ ਆਤਮਾ ਸਦੀਪਕ ਹੈ, ਕਿ ਆਤਮਾ ਇੱਕ ਸੱਚਮੁੱਚ ਪ੍ਰਾਣੀ ਹੈ। ਆਤਮਾ ਮਹਿਸੂਸ ਕਰ ਸਕਦਾ ਹੈ, ਆਤਮਾ ਸੁੰਘ ਸਕਦਾ ਹੈ, ਕਿ ਆਤਮਾ ਸਾਰੀਆਂ ਭਾਵਨਾਵਾਂ ਲੈ ਸਕਦਾ ਹੈ। ਸਭ ਕੁਝ ਉਥੇ ਹੈ। ਜੋ ਇੱਕ ਸਰੀਰ, ਸਿਰਫ ਇੱਕ ਸਰੀਰ ਹੀ ਉਥੇ ਨਹੀਂ ਹੋਵੇਗਾ, ਸਰੀਰ ਦੱਬਿਆ ਜਾਵੇਗਾ। ਜੇਕਰ ਆਤਮਾ ਕੱਢ ਲਵੋਗੇ ਤਾਂ ਸਰੀਰ ਸੁੰਘ ਨਹੀਂ ਸਕਦਾ, ਇਹ ਬੋਲ ਨਹੀਂ ਸਕਦਾ, ਇਹ ਦੇਖ ਨਹੀਂ ਸਕਦਾ, ਪਰ ਇਹ ਇੱਕ ਫਾਲਤੂ ਧਾਤੂ ਰਹਿ ਜਾਵੇਗਾ ਦਫਨਾਉਣ ਵਾਸਤੇ। ਜਿੰਨਾ ਚਿਰ ਸਦੀਪਕ ਆਤਮਾ ਅੰਦਰ ਹੈ, ਉਹਨਾਂ ਚਿਰ ਸਰੀਰ ਦੀ ਕੀਮਤ ਰਹੇਗੀ, ਨਹੀਂ ਤਾਂ ਇਸ ਦੀ ਕੋਈ ਵੀ ਕੀਮਤ ਨਹੀਂ ਰਹੇਗੀ। ਹੁਣ ਸਰੀਰ ਜਿਹਦੇ ਵਿੱਚ ਹੁਣ ਦੀ ਅਤੇ ਸਾਰੀਆਂ ਭਾਵਨਾਵਾਂ ਦੀ ਹਿੰਮਤ ਹੈ, ਅਜੇ ਵੀ ਉਸ ਵਿੱਚ ਉਹੀ ਭਾਵਨਾਵਾਂ ਰਹੇਗੀ। ਸਦੀਪਕ ਜ਼ਿੰਦਗੀ ਵਿੱਚ ਵੀ ਇਹੀ ਕਾਰਨ ਹੈ ਕਿ ਧਨੀ ਇਨਸਾਨ ਦੁੱਖ ਵਿੱਚ ਸੀ ਅਤੇ ਅਬਰਾਹਮ ਨੂੰ ਦੇਖ ਸਕਦਾ ਸੀ, ਜੋ ਆਪਣੀ ਸਦੀਪਕ ਜ਼ਿੰਦਗੀ ਦਾ ਆਨੰਦ ਉਸ ਦੀ ਗੋਦ ਵਿੱਚ ਲੈ ਰਿਹਾ ਸੀ ਅਤੇ ਆਰਾਮ ਪਾ ਰਿਹਾ ਸੀ। ਠੀਕ ਹੈ, ਉਹ ਲਾਜ਼ਰ ਨੂੰ ਦੇਖ ਸਕਦਾ ਸੀ, ਤਾਂ ਉਸਨੇ ਆਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਮ, ਮੇਰੇ ਉੱਤੇ ਦਇਆ ਕਰ ਅਤੇ ਲਾਜ਼ਰ ਨੂੰ ਘੱਲ, ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ, ਕਿਉਂ ਜੋ ਮੈਂ ਇਸ ਲੰਬ ਵਿੱਚ ਕਲਪਦਾ ਹਾਂ। ਇੱਥੇ ਭਾਵਨਾ ਹੈ, ਉਹ ਦੁੱਖ ਪਾ ਰਿਹਾ ਹੈ, ਉਸ ਨੂੰ ਸਤਾਇਆ ਜਾਂਦਾ ਹੈ, ਪਿਆਸ ਲੱਗਦੀ ਹੈ, ਅੱਗ ਉੱਥੇ ਹੈ। ਕੁੱਲ ਮਿਲਾ ਕੇ ਆਤਮਾ ਦੁਖੀ ਹੋ ਰਿਹਾ ਹੈ। ਉਹ ਦੁੱਖ ਪਾ ਰਿਹਾ ਹੈ ਕਿ ਲਾਜ਼ਰ ਆਪਣੀ ਉਂਗਲ ਦਾ ਪੋਟਾ ਭਿਉਂ ਕੇ ਉਹਦੀ ਜੀਭ ਦੇ ਉੱਤੇ ਲਗਾਵੇ, ਕਿਉਂਕਿ ਉਹ ਪਿਆਸਾ ਮਹਿਸੂਸ ਕਰਦਾ ਹੈ ਅਤੇ ਅੱਗ ਵਿੱਚ ਤੜਫਦਾ ਹੈ। ਭੈਣ ਭਰਾਵੋ, ਉੱਥੇ ਬਹੁਤ ਤਕਲੀਫ ਹੈ। ਕਿਰਪਾ ਕਰਕੇ ਸਮਝੋ ਕਿ ਇੱਕ ਇਨਸਾਨ ਬਦਕਿਸਮਤੀ ਦੇ ਨਾਲ ਨਰਕ ਦੀ ਅੱਗ ਦੇ ਵਿੱਚ ਜਾਂਦਾ ਹੈ। ਉਹਨਾਂ ਦੀ ਤਕਲੀਫ ਬਹੁਤ ਸਮੇਂ ਤੱਕ ਦੀ ਹੈ। ਉੱਥੇ ਕੋਈ ਵੀ ਅੰਤ ਨਹੀਂ ਹੈ ਕਿ ਇੱਕ ਇਨਸਾਨ ਕਿਸ ਤਰ੍ਹਾਂ ਦੁੱਖ ਪਾਉਂਦਾ ਹੈ। ਅਤੇ ਦੂਸਰੇ ਪਾਸੇ ਲਾਜ਼ਰ ਬਹੁਤ ਹੀ ਆਰਾਮ ਪਾ ਰਿਹਾ ਹੈ, ਜਿਹਦਾ ਮਤਲਬ ਹੈ ਉੱਥੇ ਭਾਵਨਾਵਾਂ ਵੀ ਹਨ। ਅਤੇ ਸਵਰਗ ਦੇ ਵਿੱਚ ਵੀ ਇਹ ਦੋਵੇਂ ਥਾਵਾਂ ਉਹ ਅਲੱਗ ਸੰਸਾਰ ਨੇ। ਇਹਨਾਂ ਦੋਵਾਂ ਦੇ ਵਿਚਕਾਰ ਇੱਕ ਬਹੁਤ ਵੱਡਾ ਅੰਤਰ ਹੈ ਅਤੇ ਕੋਈ ਵੀ ਇਨਸਾਨ ਨਰਕ ਵਿੱਚੋਂ ਸਵਰਗ 'ਚ ਨਹੀਂ ਜਾ ਸਕਦਾ ਅਤੇ ਨਾ ਸਵਰਗ 'ਚੋਂ ਨਰਕ ਵਿੱਚ ਜਾ ਸਕਦਾ ਹੈ। ਜੋ ਗਿਆ ਸੋ ਗਿਆ, ਬਸ ਉਸ ਤੋਂ ਬਾਅਦ ਕੁਝ ਨਹੀਂ। ਧਿਆਨ ਨਾਲ ਮੇਰੇ ਦੋਸਤੋ, ਜੋ ਗਿਆ ਸੋ ਗਿਆ, ਉਹ ਬਦਲੀ ਨਹੀਂ ਕਰਵਾ ਸਕਦੇ, ਉਹ ਇਸ ਤੋਂ ਭੱਜ ਨਹੀਂ ਸਕਦੇ ਅਤੇ ਨਾ ਹੀ ਕਿਤੇ ਆਸੇ-ਪਾਸੇ ਯਾਤਰਾ ਕਰ ਸਕਦੇ ਨੇ। ਇਹਨਾਂ ਦੋਵਾਂ ਥਾਵਾਂ ਵਿੱਚੋਂ ਯਿਸੂ ਨੇ ਬੜੀ ਸਫਾਈ ਨਾਲ ਦੱਸਿਆ ਕਿ ਇਹ ਨਿਆਂ ਹੋਵੇਗਾ। ਤਾਂ ਉਸਨੇ ਆਖਿਆ, ਹੇ ਪਿਤਾ, ਮੈਂ ਤੇਰੀ ਮਿਹਨਤ ਕਰਦਾ ਹਾਂ ਜੋ ਤੂੰ ਉਸ ਨੂੰ ਮੇਰੇ ਪਿਤਾ ਦੇ ਘਰ ਭੇਜ, ਕਿਉਂਕਿ ਮੇਰੇ 5 ਭਰਾ ਹਨ, ਤਾਂ ਜੋ ਉਹ ਉਹਨਾਂ ਦੇ ਅੱਗੇ ਸਾਖੀ ਦੇਵੇ, ਕਿਤੇ ਉਹ ਵੀ ਇਸ ਕਸ਼ਟ ਦੇ ਥਾਂ ਵਿੱਚ ਨਾ ਆਉਣ। ਅਤੇ ਉਹ ਯਾਦ ਕਰ ਰਿਹਾ ਹੈ ਕਿ ਦੁਨੀਆ ਦੇ ਵਿੱਚ ਅਜੇ ਉਸਦੇ 5 ਭਰਾ ਬਾਕੀ ਹਨ। ਕੁੱਲ 6 ਭਰਾ ਨੇ, 6 ਪੁੱਤਰ, ਉਹਨਾਂ ਵਿੱਚੋਂ ਇੱਕ ਨਰਕ ਵਿੱਚ ਗਿਆ ਅਤੇ 5 ਬਾਕੀ ਹਨ। ਅਤੇ 100% ਦਇਆ ਪਾਵੇ ਅਤੇ ਇਹ ਜਾਣੋ ਕਿ ਜੋ ਕੁਝ ਮੈਂ ਕੀਤਾ ਹੈ ਬਿਲਕੁਲ ਗਲਤ ਹੈ, ਜੋ ਈਸ਼ਵਰ ਦੀ ਮਹਿਮਾ ਤੋਂ ਰਹਿਤ ਹੋਏ। ਰੋਮੀਆਂ ਦੀ ਕਿਤਾਬ ਤੇ ਕਿ ਆਤਮਾ ਵਿੱਚ ਭਾਵਨਾਵਾਂ ਨੇ ਯਾਦਗਾਰੀ ਹੈ। ਉਹ ਕਹਿੰਦਾ ਹੈ ਕਿ ਕਿਰਪਾ ਕਰਕੇ ਲਾਜ਼ਰ ਨੂੰ ਮੇਰੇ ਘਰ ਭੇਜ।
ਸੁਣੋ। ਅਬਰਾਹਮ ਨੇ ਕਿਹਾ, ਉਹਨਾਂ ਕੋਲ ਮੂਸਾ ਅਤੇ ਨਬੀ ਹਨ, ਉਹ ਉਹਨਾਂ ਦੀ ਸੁਣਨ। ਉਸਨੇ ਕਿਹਾ, ਨਹੀਂ ਹੈ ਪਿਤਾ ਅਬਰਾਹਮ, ਜੇ ਕੋਈ ਮੁਰਦਿਆਂ ਵਿੱਚੋਂ ਜਾ ਕੇ ਉਹਨਾਂ ਨੂੰ ਦੱਸੇਗਾ ਤੇ ਉਹ ਵਿਸ਼ਵਾਸ ਕਰਨਗੇ। ਜਿਹਦਾ ਮਤਲਬ ਹੈ ਉਹ ਬਹੁਤ ਚਿੰਤਾ ਕਰ ਰਿਹਾ ਹੈ। ਪਹਿਲੀ ਗੱਲ ਮੈਂ ਤੁਹਾਨੂੰ ਦੱਸਿਆ ਕਿ ਨਰਕ ਦੇ ਵਿੱਚ ਬਹੁਤ ਅੱਗ ਹੈ, ਜੋ ਕਿ ਚੰਗੀ ਜਗ੍ਹਾ ਨਹੀਂ ਹੈ। ਸੱਚਮੁੱਚ ਉਹ ਬਹੁਤ ਹੀ ਖਤਰਨਾਕ ਜਗ੍ਹਾ ਹੈ। ਅਤੇ ਦੂਸਰਾ ਕਿ ਉਹ ਯਾਦ ਕਰਦਾ ਹੈ ਕਿ 5 ਲੋਕ ਅਜੇ ਬਾਕੀ ਹਨ, ਉਹ ਯਾਦ ਕਰਦਾ ਹੈ। ਅਤੇ ਤੀਸਰਾ ਕਿ ਉਹ ਬਹੁਤ ਹੀ ਡਰਿਆ ਹੋਇਆ ਹੈ ਅਤੇ ਹੁਣ ਨਰਕ ਦੇ ਵਿੱਚ ਉਹ ਤੌਬਾ ਦੇ ਬਾਰੇ ਸੋਚਦਾ ਹੈ। ਅਤੇ ਤੌਬਾ ਦੇ ਬਾਰੇ ਸਿਰਫ ਅਸੀਂ ਇਸ ਸੰਸਾਰ ਵਿੱਚ ਰਹਿ ਕੇ ਹੀ ਸੋਚ ਸਕਦੇ ਹਾਂ। ਇਸ ਥੋੜੇ ਸਮੇਂ ਸੰਸਾਰ ਦੇ ਵਿੱਚ ਤੌਬਾ ਕੀ ਹੈ? ਤੌਬਾ ਕੁਛ ਨਹੀਂ ਹੈ, ਪਰ ਸੋਚਣਾ ਕਿ ਜੋ ਕੁਛ ਮੈਂ ਕੀਤਾ ਹੈ ਉਹਦੇ ਬਾਰੇ ਮੈਂ ਸ਼ਰਮਿੰਦਾ। ਮੈਂ ਤੁਹਾਨੂੰ ਦੱਸਿਆ ਦੋਸਤੋ, ਅਸੀਂ ਸਾਰੇ ਪਾਪੀ ਹਾਂ ਬਾਈਬਲ ਦੇ ਅਨੁਸਾਰ, ਅਤੇ ਨਾਲੇ ਅਸੀਂ ਜਾਣਦੇ ਹਾਂ ਕਿ ਅਸੀਂ ਅਣਗਿਣਤ ਪਾਪ ਕੀਤੇ ਨੇ। ਇਸ ਸੰਸਾਰ ਵਿੱਚ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਮੈਂ ਕਦੇ ਪਾਪ ਨਹੀਂ ਕੀਤਾ ਅਤੇ ਮੈਂ ਬੜਾ ਸਾਫ਼ ਸੁਥਰਾ ਇਨਸਾਨ ਹਾਂ, ਜੋ ਕਿ ਵੱਡਾ ਝੂਠ ਹੈ। ਅਤੇ ਬਾਈਬਲ ਦੱਸਦੀ ਹੈ ਕਿ ਸਭ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਰਹਿਤ ਹੋਏ। ਰੋਮੀਆਂ ਦੀ ਕਿਤਾਬ 3 ਅਧਿਆਇ ਉਸਦੇ 10 ਅਤੇ 11 ਵਿੱਚ ਇਸ ਤਰ੍ਹਾਂ ਲਿਖਿਆ ਹੈ, ਜਦੋਂ ਅਸੀਂ ਪੜ੍ਹਾਂਗੇ। ਅਤੇ ਕੋਈ ਵੀ ਐਸਾ ਨਹੀਂ ਜੋ ਪਰਮੇਸ਼ਰ ਨੂੰ ਭਾਲਦਾ ਹੋਵੇ, ਕੋਈ ਵੀ ਧਰਮੀ ਨਹੀਂ ਅਤੇ ਕੋਈ ਵੀ ਪਵਿੱਤਰ ਨਹੀਂ। ਹਰ ਇੱਕ ਜਣਾ ਪਾਪੀ ਹੈ ਅਤੇ ਪਾਪੀ ਨੂੰ ਮਨ ਫਿਰਾਉਣ ਦੀ ਲੋੜ ਹੈ। ਇੱਕ ਪਾਪੀ ਨੂੰ ਸਹੀ ਤਰ੍ਹਾਂ ਤੌਬਾ ਕਰਨ ਦੀ ਲੋੜ ਹੈ ਕਿ ਉਹ ਦਇਆ ਪਾਵੇ ਅਤੇ ਇਹ ਜਾਣੋ ਕਿ ਜੋ ਕੁਝ ਮੈਂ ਕੀਤਾ ਹੈ ਬਿਲਕੁਲ ਗਲਤ ਹੈ। ਜੋ ਕੁਝ ਮੈਂ ਬੁਰਾ ਕੀਤਾ ਹੈ ਉਸ ਦੇ ਬਾਰੇ ਬਿਲਕੁਲ ਸ਼ਰਮਿੰਦਾ ਹੋ ਕੇ ਮਾਫੀ ਮੰਗਣੀ ਉਸ ਇਨਸਾਨ ਦੇ ਕੋਲੋਂ ਜਿਹਦਾ ਮੈਂ ਪਾਪ ਕੀਤਾ ਹੈ। ਮੈਂ ਬਹੁਤ ਸ਼ਰਮਿੰਦਾ ਹਾਂ, ਕਿ ਮੈਨੂੰ ਮਾਫ ਕਰ ਸਕਦੇ ਹੋ? ਜੇਕਰ ਮੈਂ ਪੂਰੇ ਦਿਲ ਤੋਂ ਮਾਫੀ ਮੰਗਾਂਗਾ ਤੇ ਮੈਂ ਜ਼ਰੂਰ ਦਇਆ ਕੀਤਾ ਜਾਵਾਂਗਾ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਜੋ ਆਪਣੇ ਪਾਪ ਟਕੇਗਾ ਉਹ ਸਫਲ ਨਹੀਂ ਹੋਵੇਗਾ, ਪਰ ਉਹ ਜੋ ਅੰਗੀਕਾਰ ਕਰਦਾ ਹੈ ਪਰਮੇਸ਼ੁਰ ਦੀ ਦਇਆ ਨੂੰ ਪਾਉਂਦਾ ਹੈ। ਹਾਲੇਲੂਇਆ। ਮੇਰੇ ਪਿਆਰੇ ਭੈਣ ਭਰਾਵੋ, ਅਸੀਂ ਜ਼ਿੰਮੇਵਾਰ ਹਾਂ। ਅਸੀਂ ਆਪਣੇ ਪਾਪਾਂ ਦਾ ਪਰਮੇਸ਼ੁਰ ਦੇ ਸਾਹਮਣੇ ਅੰਗੀਕਾਰ ਕਰੀਏ, ਉਹਨਾਂ ਨੂੰ ਮੰਨੀਏ, ਤੌਬਾ ਕਰੀਏ। ਅਸੀਂ ਸ਼ੈਤਾਨ ਦੀ ਅਤੇ ਪਰਮੇਸ਼ੁਰ ਦੀ ਆਗਿਆ ਮੰਨਦੇ ਹਾਂ। ਸ਼ੈਤਾਨ ਸਾਨੂੰ ਦੱਸਦਾ ਹੈ ਅਤੇ ਸ਼ੈਤਾਨ ਨੇ ਆਪਣੇ ਸਾਰੇ ਬੁਰੇ ਵਿਚਾਰਾਂ ਨੂੰ, ਆਪਣੀ ਬੁਰਾਈ ਨੂੰ, ਪਾਪ ਨੂੰ ਸਾਡੇ ਵਿੱਚ ਪਾਇਆ। ਫਿਰ ਅਸੀਂ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਦੇ ਹਾਂ ਅਤੇ ਹਰ ਇੱਕ ਇਨਸਾਨ ਜੋ ਇਸ ਸੰਸਾਰ ਵਿੱਚ ਪੈਦਾ ਹੋਇਆ ਪਾਪੀ ਹੈ ਅਤੇ ਉਸ ਨੂੰ ਮਾਫੀ ਦੀ ਲੋੜ ਹੈ, ਤੌਬਾ ਦੀ ਲੋੜ ਹੈ ਅਤੇ ਆਪਣੇ ਉਸ ਪਰਮੇਸ਼ੁਰ ਦੇ ਵੱਲ ਮੁੜਨ ਦੀ ਲੋੜ ਹੈ ਜੋ ਸਾਡਾ ਪਰਮੇਸ਼ੁਰ ਹੈ ਅਤੇ ਸਿਰਫ ਉਹੀ ਮਾਫ ਕਰ ਸਕਦਾ ਹੈ। ਦਇਆ ਅਤੇ ਪਾਪਾਂ ਦੀ ਮਾਫੀ ਪਾਉਣ ਤੋਂ ਬਾਅਦ ਹੀ ਇੱਕ ਇਨਸਾਨ ਸਨ ਅਤੇ ਨਾ ਹੀ ਕਦੇ ਬਾਈਬਲ ਦੇਖੀ। ਅਤੇ ਲਗਭਗ 1982 ਦੇ ਵਿੱਚ ਮੇਰਾ ਜੀਵਨ, ਨਹੀਂ ਤਾਂ ਨਿਆਂ ਉਸ ਉੱਤੇ ਆਵੇਗਾ ਅਤੇ ਉਸ ਨੂੰ ਜ਼ਬਰਦਸਤੀ ਉਸ ਦੁੱਖ ਵਾਲੀ ਥਾਂ ਵਿੱਚ ਜਾਣਾ ਪਵੇਗਾ ਜੋ ਕਿ ਦੁਸ਼ਟ ਆਤਮਾਵਾਂ ਦਾ ਭਾਗ ਹੈ। ਅਜ਼ੀਜ਼ੋ, ਇੱਕ ਇਨਸਾਨ ਕਿਵੇਂ ਸ਼ੁੱਧ ਹੋ ਸਕਦਾ ਹੈ? ਇਹ ਇੱਕ ਸਵਾਲ ਹੈ। ਸਿਰਫ ਇਹ ਪਰਮੇਸ਼ੁਰ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਭੇਜਿਆ। ਯਹੂਨਾ 3:16 ਕਹਿੰਦੀ ਹੈ ਕਿ ਪਰਮੇਸ਼ੁਰ ਨੇ ਸੰਸਾਰ ਨੂੰ ਇੰਨਾ ਪਿਆਰ ਕੀਤਾ ਕਿ ਆਪਣੇ ਇਕਲੌਤੇ ਪੁੱਤਰ ਨੂੰ ਭੇਜ ਦਿੱਤਾ ਕਿ ਜੋ ਕੋਈ, ਬਾਈਬਲ ਨਹੀਂ ਦੱਸਦੀ ਕਿ ਸਿਰਫ ਮਸੀਹੀ ਲੋਕ ਹੀ, ਜੋ ਕੋਈ ਦਾ ਵੀ ਮਤਲਬ ਜਿਹਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਅਤੇ ਇਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ। ਮੈਂ ਜਨਮ ਤੋਂ ਬ੍ਰਾਹਮਣ ਸੀ, ਮੈਂ ਮਸੀਹੀ ਪੈਦਾ ਨਹੀਂ ਹੋਇਆ। ਪ੍ਰਭੂ ਦੀ ਵਡਿਆਈ ਹੋਵੇ। ਮੇਰੀ ਮਾਂ 1982 ਵਿੱਚ ਆਤਮ ਹੱਤਿਆ ਕਰਨ ਜਾ ਰਹੀ ਸੀ। ਸ਼ਾਂਤੀ ਦੀ ਕਮੀ ਦੇ ਕਾਰਨ ਹਰ ਤਰ੍ਹਾਂ ਦੀ ਸਮੱਸਿਆ, ਸਰੀਰਕ ਪਰੇਸ਼ਾਨੀਆਂ, ਦੁਸ਼ਟ ਆਤਮਾ ਦੀ ਸਮੱਸਿਆ ਔਰ ਦਿਮਾਗੀ ਪਰੇਸ਼ਾਨੀਆਂ ਦੀ। ਮੈਂ ਯਿਸੂ ਨੂੰ ਕਦੇ ਦੇਖਿਆ ਨਹੀਂ ਸੀ। ਮੇਰੇ ਦੋਸਤ ਮਸੀਹੀ ਨਹੀਂ ਸਨ ਅਤੇ ਨਾ ਹੀ ਕਦੇ ਬਾਈਬਲ ਦੇਖੀ। ਅਤੇ ਲਗਭਗ 1982 ਦੇ ਵਿੱਚ ਮੇਰਾ ਜੀਵਨ, ਇੱਕ ਸਮੇਂ ਆਇਆ ਕਿ ਯਿਸੂ ਮਸੀਹ ਮੇਰੇ ਜੀਵਨ ਦੇ ਵਿੱਚ ਆਇਆ ਅਤੇ ਮੈਂ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਅਤੇ ਮੈਂ ਆਖਿਆ, ਪ੍ਰਭੂ ਜੇਕਰ ਤੂੰ ਸੱਚਾ ਪ੍ਰਭੂ ਹੈ ਤਾਂ ਮੇਰੇ ਦਿਲ ਵਿੱਚ ਆ। ਔਰ ਦਇਆ ਪੂਰਨ ਉਹ ਮੇਰੇ ਦਿਲ ਵਿੱਚ ਆਇਆ ਅਤੇ ਆਪਣੇ ਪ੍ਰਤੀ ਮੇਰਾ ਦਿਲ ਖੋਲ੍ਹਿਆ ਅਤੇ ਇਸ ਤਰ੍ਹਾਂ ਮੈਂ ਪਰਮੇਸ਼ੁਰ ਦਾ ਬੇਟਾ ਬਣ ਗਿਆ ਅੱਜ। ਅਤੇ ਇਸ ਸਮੇਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਮਕਸਦ ਹੈ ਦੋਸਤੋ, ਨਹੀਂ ਤਾਂ ਮੈਂ ਆਪਣੀ ਮਾਂ ਨੂੰ ਗਵਾ ਬੈਠਦਾ ਅਤੇ ਮੇਰਾ ਪਰਿਵਾਰ ਨਾਸ਼ ਹੋ ਜਾਂਦਾ ਅਤੇ ਅਸੀਂ ਪਿੱਛੇ ਡਿੱਗ ਕੇ ਨਰਕਾਂ ਦੀ ਅੱਗ ਦੇ ਵਿੱਚ ਝੋਕੇ ਜਾਣੇ ਸੀ। ਇਹ ਯਾਦ ਰੱਖੋ, ਕੋਈ ਮਨੁੱਖ ਆਪਣੇ ਆਪ ਨੂੰ ਸਾਫ਼ ਨਹੀਂ ਕਰ ਸਕਦਾ। ਇਸ ਲਈ ਬਾਈਬਲ ਕਹਿੰਦੀ ਹੈ ਜੋ ਵੀ ਕੋਈ ਵੀ ਜਿਹਦੇ ਵਿੱਚ ਮੈਂ ਅਤੇ ਸੰਸਾਰ ਦਾ ਹਰ ਕੋਈ ਇਨਸਾਨ ਸ਼ਾਮਿਲ ਹੁੰਦਾ ਹੈ, ਪਰਮੇਸ਼ਰ ਪੱਖਪਾਤ ਤੋਂ ਰਹਿਤ ਹੈ। ਪਰਮੇਸ਼ਰ ਕਿਸੇ ਇਨਸਾਨ ਦਾ ਪੱਖ ਨਹੀਂ ਪੂਰਦਾ। ਅਸੀਂ ਰਸੂਲਾਂ 10:34 ਵਿੱਚ ਪੜ੍ਹਦੇ ਹਾਂ, ਅਜ਼ੀਜ਼ ਭੈਣ ਭਰਾਵੋ, ਤੁਹਾਡੇ ਲਈ ਖੁਸ਼ਖਬਰੀ ਹੈ। ਇਸ ਅੱਗ ਵਿੱਚੋਂ ਕਿਵੇਂ ਬਚਿਆ ਜਾਵੇ? ਯਿਸੂ ਨੂੰ ਕਬੂਲ ਕਰੋ ਆਪਣੇ ਦਿਲਾਂ ਵਿੱਚ। ਆਪਣੇ ਦਿਲ ਨੂੰ ਯਿਸੂ ਲਈ ਖੋਲੀਏ। 100% ਦਿਲ ਵਿੱਚ ਆਉਣ ਦੀ ਆਗਿਆ ਦਿਓ ਅਤੇ 100% ਆਪਣਾ ਜੀਵਨ ਪ੍ਰਭੂ ਯਿਸੂ ਨੂੰ ਦਿਓ ਅਤੇ ਜੀਓ ਪਰਮੇਸ਼ੁਰ ਦੇ ਬੱਚਿਆਂ ਵਾਂਗੂ, ਪਰਮੇਸ਼ੁਰ ਦੇ ਲੋਕਾਂ ਵਾਂਗੂ। ਪ੍ਰਭੂ ਦੇ ਵਚਨ ਤੇ ਧਿਆਨ ਕਰਨਾ ਅਤੇ ਉਹਦੀ ਮਹਿਮਾ ਕਰਨਾ, ਸਿਰਫ ਉਸੇ ਦੀ ਮਹਿਮਾ ਕਰਨਾ, ਇਹ ਬਹੁਤ ਬਹੁਤ ਮਹੱਤਵਪੂਰਨ ਹੈ ਮੇਰੇ ਪਿਆਰੇ ਅਜ਼ੀਜ਼ ਦੋਸਤੋ। ਇਸੇ ਲਈ
ਉਸਨੇ ਆਪਣਾ ਲਹੂ ਬਹਾਇਆ, ਜੋ ਵੀ ਕੋਈ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਗੋਂ ਅਨੰਤ ਜੀਵਨ ਪਾਵੇ। ਕੀ ਤੁਹਾਨੂੰ ਯਾਦ ਹੈ ਮੈਂ ਕਿਹਾ ਸਦੀਪਕ ਜੀਵਨ, ਅਨੰਤ ਜ਼ਿੰਦਗੀ? ਉਹ ਅਨੰਤ ਜੀਵਨ ਪਾਵੇਗਾ ਕਿਉਂ ਜੋ ਉਸਦੇ ਪਾਪ ਧੋਤੇ ਗਏ। ਸਵਰਗ ਉਹ ਥਾਂ ਹੈ ਜੋ ਪਵਿੱਤਰ ਲੋਕਾਂ ਵਾਸਤੇ ਹੀ ਤਿਆਰ ਹੋਇਆ। ਉਹ ਲੋਕ ਜਿਹੜੇ ਲਹੂ ਦੇ ਨਾਲ ਧੋਤੇ ਗਏ। ਯਿਸੂ ਦੇ ਲਹੂ ਦੁਆਰਾ ਸਿਰਫ ਉਹੀ ਸ਼ੁੱਧ ਲੋਕ ਨੇ ਸਵਰਗ 'ਚ ਦਾਖਲਾ ਪਾਉਣ ਲਈ, ਜਿਸ ਤੋਂ ਬਗੈਰ ਕੋਈ ਵੀ ਮਨੁੱਖ, ਭਾਵੇਂ ਉਹ ਕਿੱਡਾ ਵੀ ਵਿਅਕਤੀ ਕਿਉਂ ਨਾ ਹੋਵੇ, ਉਹ ਭਾਵੇਂ ਕਿੰਨਾ ਵੀ ਪ੍ਰਭਾਵੀ ਜਾਂ ਕਿੰਨਾ ਵੀ ਧਨੀ ਅਤੇ ਭਾਵੇਂ ਸੋਹਣਾ ਵੀ ਕਿਉਂ ਨਾ ਹੋਵੇ, ਉਹ ਕੋਈ ਵੀ ਕਿਉਂ ਨਾ ਹੋਵੇ, ਉਹ ਸਵਰਗ ਵਿੱਚ ਨਹੀਂ ਵੜ ਸਕਦਾ। ਯਿਸੂ ਨੇ ਕਿਹਾ ਬੜੀ ਸਫਾਈ ਨਾਲ, ਮੇਰੇ ਅਜ਼ੀਜ਼ ਭੈਣ ਭਰਾਵੋ, ਇਹ ਕੋਈ ਮੇਰੀ ਸਿੱਖਿਆ ਨਹੀਂ ਬਲਕਿ ਇਹ ਰਚਨਹਾਰੇ ਦੀ ਸਿੱਖਿਆ ਹੈ ਅਤੇ ਯਿਸੂ ਮਸੀਹ ਦੀ। ਹਾਲੇਲੂਇਆ। ਹੁਣ ਇਸੇ ਲਈ ਮੈਂ ਇਹ ਤੁਹਾਨੂੰ ਸਿਖਾ ਰਿਹਾ ਹਾਂ। ਹੁਣ ਉਹ ਕਹਿੰਦਾ ਹੈ, ਨਹੀਂ ਪਿਤਾ, ਕਿਰਪਾ ਕਰਕੇ ਕਿਸੇ ਨੂੰ ਭੇਜ। ਜੇਕਰ ਇੱਕ ਮੁਰਦਾ ਇਨਸਾਨ ਜੋ ਮੁਰਦਿਆਂ ਵਿੱਚੋਂ ਜਿਉਂਦਾ ਹੋਇਆ, ਜੇਕਰ ਉਹ ਜਾਂਦਾ ਹੈ, ਫਿਰ ਲੋਕ ਸੁਣਨਗੇ, ਕਿਰਪਾ ਕਰਕੇ ਉਹਨਾਂ ਨੂੰ ਸਵਰਗ 'ਚ ਜਾਣ ਦਿਓ, ਮੇਰੇ ਕੋਲ ਨਹੀਂ। ਮੈਂ ਇੱਥੇ ਆਇਆ ਹਾਂ ਅਤੇ ਨਹੀਂ ਜਾ ਸਕਦਾ ਸਵਰਗ ਨੂੰ। ਤੁਸੀਂ ਕਿਹਾ ਕਿ ਉੱਥੇ ਬਹੁਤ ਵੱਡੀ ਖੱਡ ਹੈ। ਅਖੀਰ ਮੇਰੇ ਭਰਾਵੋ ਜਾਣੋ ਕਿ ਉੱਥੇ ਦੁੱਖ ਦੇਣ ਦੀ ਇੱਕ ਥਾਂ ਹੈ। ਇੱਥੇ ਉਹਨਾਂ ਨੂੰ ਉਸ ਅੱਗ ਦੇ ਵਿੱਚ ਛਾਲ ਮਾਰ ਨਾ ਦਿਓ, ਸਗੋਂ ਉਹਨਾਂ ਨੂੰ ਪਰਮੇਸ਼ਰ ਦੇ ਕੋਲ ਜਾਣ ਦਿਓ। ਅਬਰਾਹਮ ਕਹਿੰਦਾ ਹੈ, ਜੇ ਮੂਸਾ ਅਤੇ ਨਬੀਆਂ ਦੀ ਨਾ ਸੁਣ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ, ਪਰ ਉਹ ਨਾ ਮੰਨਣਗੇ, ਉਹ ਵਿਸ਼ਵਾਸ ਨਹੀਂ ਕਰਨਗੇ। ਤੁਹਾਡਾ ਟਾਈਮ ਖਤਮ ਹੋ ਗਿਆ। ਇਸੇ ਹੀ ਤਰ੍ਹਾਂ ਮੈਂ ਇਹ ਗੱਲਾਂ ਤੁਹਾਨੂੰ ਸਿਖਾ ਰਿਹਾ ਹਾਂ ਕਿ ਤੁਸੀਂ ਆਪਣੇ ਜੀਵਨ ਦੇ ਸਮੇਂ ਇਸ ਖੁਸ਼ਖਬਰੀ ਨੂੰ ਸੁਣ ਰਹੇ ਹੋ, ਤਾਂ ਕਿ ਤੁਸੀਂ ਆਪਣੇ ਛੋਟੇ ਦਿਮਾਗ ਦਾ ਇਸਤੇਮਾਲ ਕਰੋ ਅਤੇ ਸਮਝਦਾ ਅਤੇ ਤੁਸੀਂ ਚੁਣੋਗੇ ਅਤੇ ਆਪਣੀ ਜ਼ਿੰਦਗੀ ਦਾ ਆਰਾਮ ਸਥਾਨ, ਭਾਵੇਂ ਇਹ ਸਵਰਗ ਹੈ ਜਾਂ ਨਰਕ ਹੈ। ਹੁਣ ਮੈਨੂੰ ਜਾਣ ਦਿਓ ਉਹਨਾਂ ਵਿੱਚੋਂ ਕੁਝ ਚਿੰਨ੍ਹ ਨਿਸ਼ਾਨਾਂ ਦੁਆਰਾ, ਜੋ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਦੱਸਾਂ। ਇੱਥੇ ਇੱਕ ਬਹੁਤ ਸੋਹਣਾ ਚਿੱਤਰ ਹੈ, ਜੋ ਕਿ ਧਾਰਮਿਕ ਚਿੱਤਰ ਨਹੀਂ ਹੈ, ਜੋ ਇੱਕ ਸਮਾਜਿਕ ਪੱਤਰਿਕਾ ਹੈ, ਜਿਸ ਨੂੰ ਖੋਜੀ ਪੱਤਰਿਕਾ ਕਿਹਾ ਗਿਆ। ਬਹੁਤ ਸਾਰੇ ਜਾਣਦੇ ਹੋਣਗੇ ਇਸ ਪੱਤਰਿਕਾ ਦਾ ਬਾਹਰੀ ਪੰਨਾ। ਇਸ ਪੱਤਰਿਕਾ ਵਿੱਚ ਲੋਕਾਂ ਨੇ ਉਸ ਅੱਗ ਦੇ ਬਾਰੇ ਦੱਸਿਆ। ਇੱਕ ਦਲੇਰ ਫੋਟੋਗ੍ਰਾਫਰ ਇੱਕ ਝੁੰਡ ਦੀ ਅਗਵਾਈ ਉਹਨਾਂ ਥਾਵਾਂ ਤੇ ਕਰਦਾ ਹੈ ਜੋ ਕਿ ਇੱਕ ਚਾਲੂ ਜ਼ਰੀਆ ਹੈ, ਅਤੇ ਉਸ ਨੂੰ ਨਾਮ ਦਿੱਤਾ ਗਿਆ ਕਿ ਜਿਵੇਂ ਉਹ ਨਰਕ ਨੂੰ ਜਾ ਰਹੇ ਹਨ। ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਪੱਤਰਿਕਾ ਦਾ ਬਾਹਰੀ ਖੋਜੀ ਪੰਨਾ, ਅਗਸਤ 2002 ਵਿੱਚ ਸਵਾਲ ਪੁੱਛਿਆ ਗਿਆ, ਧਰਤੀ ਦਾ ਸੱਚਮੁੱਚ ਵਿਚਕਾਰਲਾ ਭਾਗ ਕਿਹੜਾ ਹੈ? ਹੁਣ ਸਾਨੂੰ ਜ਼ਰੂਰਤ ਹੈ ਕਿ ਅਸੀਂ ਬਾਈਬਲ ਦੇ ਵਿੱਚ ਜਾ ਕੇ ਪਾਈਏ, ਤਾਂ ਕਿ ਅਸੀਂ ਉਹਨਾਂ ਚਿੰਨ੍ਹਾਂ ਦਾ ਉੱਤਰ ਪ੍ਰਾਪਤ ਕਰੀਏ। ਵਿਗਿਆਨ ਪਰਮੇਸ਼ਵਰ ਨੂੰ ਸਾਬਿਤ ਕਰਦਾ ਹੈ। ਵਿਗਿਆਨ ਪਰਮੇਸ਼ਵਰ ਦੇ ਵਿਰੁੱਧ ਨਹੀਂ ਹੈ। ਬਦਕਿਸਮਤੀ ਵਜੋਂ ਲੋਕ ਸੋਚਦੇ ਹਨ ਕਿ ਕੋਈ ਵੀ ਪਰਮੇਸ਼ਵਰ ਨਹੀਂ ਅਤੇ ਸਿਰਫ ਵਿਗਿਆਨ ਹੀ ਹੈ। ਪਰ ਮੈਂ ਤੁਹਾਨੂੰ ਦੱਸਦਾ ਹਾਂ, ਨਿਸ਼ਾਨਾਂ ਦੀ ਖੋਜ ਅਤੇ ਪਰਮੇਸ਼ਵਰ ਦੇ ਵਰਦਾਨਾਂ ਦੀ ਮੌਜੂਦਗੀ, ਪਰਮੇਸ਼ਵਰ ਨੇ ਇਹਨਾਂ ਵਰਦਾਨਾਂ ਨੂੰ ਰੱਖਿਆ ਹੈ ਤਰਤੀਬਵਾਰ ਕਿ ਇਸ ਸੰਸਾਰ ਦੇ ਲੋਕ ਸਮਝ ਸਕਣ, ਆਪਣੇ ਰਚਨਹਾਰੇ ਬਣਾਉਣ ਵਾਲੇ ਨੂੰ ਜਾਣਨ। ਕਿਰਪਾ ਇਸ ਗੱਲ ਨੂੰ ਸਮਝੀਏ। ਯਿਸੂ ਨੇ ਬਾਰ-ਬਾਰ ਕਿਹਾ ਕਿ ਇੱਕ ਅੱਗ ਦੀ ਝੀਲ ਹੈ ਜਿੱਥੇ ਲੋਕ ਮੱਚਦੇ ਨੇ, ਰੋਂਦੇ ਨੇ, ਚੀਕਾਂ ਮਾਰਦੇ ਨੇ, ਦੁਖੀ ਹੁੰਦੇ ਹਨ ਅਤੇ ਦੰਦਾਂ ਨੂੰ ਪੀਂਦੇ ਹਨ। ਜੇਕਰ ਖੁਸ਼ਖਬਰੀ ਨੂੰ ਧਿਆਨ ਨਾਲ ਪੜ੍ਹੀਏ, ਤੁਸੀਂ ਪਾਓਗੇ ਕਿ ਯਿਸੂ ਮਸੀਹ ਬੋਲਦਾ ਹੈ ਲੋਕਾਂ ਨੂੰ ਉਸ ਨਰਕ ਦੇ ਬਾਰੇ ਸਵਰਗ ਤੋਂ ਵੱਧ। ਇਹ ਕਿਉਂ ਫਿਰ? ਇਹਦਾ ਮਤਲਬ ਇਹ ਹੈ ਕਿ ਇਹ ਬਹੁਤ ਖਾਸ ਹੈ। ਜੇਕਰ ਤੁਸੀਂ ਖਾਸ ਕਰਕੇ ਇੱਕ ਵਿਸ਼ੇ ਉੱਤੇ ਬੋਲਦੇ ਹੋ, ਉਹ ਵਿਸ਼ਾ ਖਾਸ ਬਣ ਜਾਂਦਾ ਹੈ, ਉਸ ਉੱਤੇ ਹੋਰ ਧਿਆਨ ਦਿੱਤਾ ਜਾਂਦਾ ਹੈ। ਠੀਕ ਹੈ, ਹੁਣ ਤੁਸੀਂ ਪਾਓਗੇ ਕਿ ਯਿਸੂ ਬਹੁਤ ਸਾਰੀਆਂ ਆਇਤਾਂ ਦੇ ਵਿੱਚ ਯਿਸੂ ਨੇ ਜ਼ਿਕਰ ਕੀਤਾ ਕਿ ਮੱਤੀ 18:8 ਅਤੇ 25:41 ਦੇ ਵਿੱਚ ਇਹ ਦੱਸਿਆ ਗਿਆ ਕਿ ਨਰਕ ਉਹ ਸਦੀਪਕ ਅੱਗ ਹੈ। ਮੱਤੀ 25:46 ਆਇਤ, ਹਮੇਸ਼ਾ ਦੀ ਸਜ਼ਾ। ਯਹੂਦਾ 6, ਹਮੇਸ਼ਾ ਦਾ ਬਦਲਾਵ। ਮਰਕੁਸ 3:29, ਹਮੇਸ਼ਾ ਦੀ ਗਿਰਾਵਟ। ਇਬਰਾਨੀਆਂ 6:2, ਹਮੇਸ਼ਾ ਦਾ ਨਿਆਂ। ਯਹੂਦਾ 7, ਹਮੇਸ਼ਾ ਦੀ ਅੱਗ। ਮੱਤੀ 3:12, ਨਾ ਬੁਝਣ ਵਾਲੀ ਅੱਗ। ਮਰਕੁਸ 9:43 ਅਤੇ 46-48, ਇੱਕ ਅੱਗ ਜੋ ਕਦੇ ਵੀ ਸ਼ਾਂਤ ਨਹੀਂ ਹੋਵੇਗੀ। ਲੂਕਾ 3:17, ਨਾ ਰੁਕਣ ਵਾਲੀ ਅੱਗ। ਦੂਸਰਾ ਪਤਰਸ ਅਧਿਆਇ 2:17, ਹਨੇਰੇ ਦੀ ਮੌਜੂਦਗੀ ਹਮੇਸ਼ਾ ਬਣੀ ਰਹੇਗੀ। ਯਹੂਦਾ 13, ਹਨੇਰੇ ਦਾ ਕਾਲਾਪਨ ਹਮੇਸ਼ਾ ਦੇ ਵਾਸਤੇ। ਹੁਣ ਕਿਉਂ ਇੰਨੀਆਂ ਸਾਰੀਆਂ ਆਇਤਾਂ ਦੇ ਭਾਗ ਦਿੱਤੇ ਗਏ? ਨਰਕ ਦਾ ਬਿਆਨ, ਵੱਖਰੇ ਵੱਖਰੇ ਰੂਪ, ਕਿਉਂਕਿ ਇਹ ਸੱਚਾਈ ਹੈ। ਹੁਣ ਪਰਮੇਸ਼ਵਰ ਦੇ ਵਚਨ ਦੀ ਗੰਭੀਰਤਾ ਸਮਝਣ ਲਈ ਅਤੇ ਨਰਕ ਦੇ ਬਾਰੇ ਪਰਮੇਸ਼ਵਰ ਦੇ ਵਚਨ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਮਰਕੁਸ 9:43 ਕਹਿੰਦਾ ਹੈ,
ਅਰ ਜੇ ਤੇਰਾ ਹੱਥ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਵੱਢ ਸੁੱਟ। ਟੁੰਡਾ ਹੋ ਕੇ ਜਿਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇਂ ਜਿਹੜੀ ਬੁਝਣ ਵਾਲੀ ਨਹੀਂ। ਦੇਖੋ, ਯਿਸੂ ਕਹਿੰਦਾ ਹੈ, ਜੇਕਰ ਤੁਹਾਡਾ ਹੱਥ ਤੁਹਾਨੂੰ ਠੋਕਰ ਖਵਾਉਂਦਾ ਹੈ, ਟੁੰਡਾ ਹੋ ਕੇ ਸਵਰਗ ਵਿੱਚ ਪ੍ਰਵੇਸ਼ ਕਰਨਾ ਚੰਗਾ ਹੈ ਦੋਵੇਂ ਹੱਥ ਲੈ ਕੇ ਨਰਕ ਵਿੱਚ ਜਾਣ ਨਾਲੋਂ, ਹੇਠਾਂ ਪਤਾਲ ਦੇ ਵਿੱਚ ਜਾਣ ਦੇ ਨਾਲੋਂ। ਇਹਦਾ ਮਤਲਬ ਇਹ ਨਹੀਂ ਕਿ ਉਹ ਕਹਿੰਦਾ ਹੈ ਕਿ ਆਪਣਾ ਹੱਥ ਕੱਟ ਦਿਓ, ਪਰ ਉਹ ਕਹਿੰਦਾ ਹੈ ਧਿਆਨ ਰੱਖੋ, ਜੇਕਰ ਤੁਹਾਡਾ ਹੱਥ ਕੋਈ ਬੁਰਾ ਕੰਮ ਕਰਦਾ ਹੈ, ਨਹੀਂ ਤਾਂ ਇਸ ਨੂੰ ਕੱਟ ਦੇਣਾ ਚੰਗਾ ਹੈ। ਤੁਹਾਨੂੰ ਹਰਜਾਨਾ ਭੁਗਤਣਾ ਪਵੇਗਾ ਜੋ ਸਜ਼ਾ ਦੇ ਰੂਪ ਦੇ ਵਿੱਚ ਲਾਇਆ ਜਾਂਦਾ ਹੈ। ਨਰਕ ਦੇ ਵਿੱਚ ਜਾਣਾ ਸਹਿਣ ਸ਼ਕਤੀ ਤੋਂ ਬਾਹਰ ਯਿਸੂ ਨੇ ਬਿਆਨ ਕੀਤਾ ਨਰਕ। ਇੱਕ ਵਾਰ ਫਿਰ ਅਸੀਂ ਉਹਨਾਂ ਵਚਨਾਂ ਤੇ ਧਿਆਨ ਕਰਾਂਗੇ ਅਤੇ ਉਹ ਕਹਿੰਦਾ ਹੈ ਜਿੱਥੇ ਅੱਗ ਬੁਝਦੀ ਨਹੀਂ ਕੀੜਾ ਮਰਦਾ ਨਹੀਂ। ਬਾਈਬਲ ਕਹਿੰਦੀ ਹੈ ਉਹਦੀ ਅੱਗ ਬੁਝਦੀ ਨਹੀਂ ਅਤੇ ਕੀੜਾ ਮਰਦਾ ਨਹੀਂ। ਮੈਂ ਕਿਹਾ ਆਤਮਾ ਜੋ ਸਦੀਪਕ ਹੈ, ਇੱਕ ਆਤਮਾ ਹੈ ਜੋ ਰਹਿੰਦਾ ਹੈ ਅਤੇ ਅੱਗ ਦੇ ਵਿੱਚ ਜਾਂਦਾ ਹੈ। ਉਹ ਅੱਗ ਬੁਝਦੀ ਨਹੀਂ ਅਤੇ ਆਤਮਾ ਮਰਦਾ ਨਹੀਂ। ਮੰਨੋ ਜਿਵੇਂ ਇੱਕ ਕਾਗਜ਼ ਅੱਗ ਵਿੱਚ ਸੁੱਟਿਆ ਜਾਵੇ, ਅੱਗ ਨੂੰ ਬੁਝਾ ਦਿੱਤਾ ਜਾਵੇ ਜਾਂ ਕਾਗਜ਼ ਮੱਚ ਜਾਵੇਗਾ। ਕਾਗਜ਼ ਮੱਚ ਨਹੀਂ ਰਿਹਾ ਅਤੇ ਅੱਗ ਵੀ ਨਹੀਂ ਬੁਝ ਰਹੀ। ਮੰਨੋ ਜਿਵੇਂ ਇਹ ਆਤਮਾ ਹੈ, ਦੁੱਖਾਂ ਵਿੱਚ ਜਾਂਦਾ ਹੈ ਤਾਂ ਕੀ ਹੋਵੇਗਾ, ਇਹਦੀ ਕਲਪਨਾ ਕਰੋ। ਠੀਕ ਹੈ, 45 ਆਇਤ ਕਹਿੰਦੀ ਹੈ, ਅਤੇ ਜੇਕਰ ਤੇਰਾ ਪੈਰ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਵੱਢ ਸੁੱਟ। ਲੰਗੜਾ ਹੋ ਕੇ ਜਿਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਤੂੰ ਦੋ ਪੈਰ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ, ਜਿੱਥੇ ਉਹਨਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁਝਦੀ। ਅਤੇ ਫਿਰ 47 ਵਚਨ, ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਕੱਢ ਸੁੱਟ। ਕਾਣਾ ਹੋ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ, ਜਿੱਥੇ ਉਹਨਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁਝਦੀ। ਅਜ਼ੀਜ਼ ਭੈਣ ਭਰਾਵੋ, ਇਹ ਹੱਥ, ਅੱਖਾਂ ਅਤੇ ਸਰੀਰ ਨੂੰ ਛੂਹਣਾ ਹੈ। ਇਹ ਸਰੀਰ ਦੇ ਤਿੰਨ ਉਹ ਹਿੱਸੇ ਹਨ ਜਿਹੜੇ ਪਾਪ ਕਰਦੇ ਹਨ। ਹੱਥਾਂ ਨਾਲ ਅਸੀਂ ਪਾਪ ਕਰਦੇ ਹਾਂ, ਪੈਰਾਂ ਦੁਆਰਾ ਹਰ ਥਾਂ ਜਾਂਦੇ ਹਾਂ, ਅੱਖਾਂ ਦੇ ਨਾਲ ਸਭ ਕੁਝ ਦੇਖ ਕੇ ਪਾਪ ਕਰਦੇ ਹਾਂ ਅਤੇ ਬਾਕੀ ਦਾ ਬਚਿਆ ਸਰੀਰ ਵੀ ਪਾਪ ਵਿੱਚ ਡੁੱਬ ਜਾਂਦਾ ਹੈ। ਜਿਵੇਂ ਇਹਦਾ ਅਸੀਂ ਆਪਣੇ ਦਿਲ ਵਿੱਚ ਸਵਾਗਤ ਕਰਦੇ ਹਾਂ। ਜੇ ਅਸੀਂ ਤੋਬਾ ਵਿੱਚ ਅਸਫਲ ਹੁੰਨੇ ਹਾਂ, ਇਹ ਕੁਛ ਨਹੀਂ ਪਰ ਸਿਰਫ ਆਕੜ, ਇਹ ਕੁਛ ਨਹੀਂ ਪਰ ਸਿਰਫ ਬਗਾਵਤ। ਹਰ ਇੱਕ ਬਗਾਵਤੀ ਸਜ਼ਾ ਦਾ ਹੱਕਦਾਰ ਹੈ। ਪਿਆਰੇ ਅਜ਼ੀਜ਼ ਭੈਣ ਭਰਾਵੋ, ਸੁਣੋ, ਪਰ ਸਵਾਲ ਹੁਣ ਇਹ ਹੈ ਕਿ ਕਿੱਥੇ ਹੈ ਨਰਕ? ਮੈਂ ਇਸ ਦੇ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਨਰਕ ਦੀ ਸਥਿਤੀ ਕੀ ਹੈ? ਮੈਂ ਇੱਕ ਬਹੁਤ ਹੀ ਮਹੱਤਵਪੂਰਨ ਬਾਈਬਲ ਦੇ ਵਿੱਚੋਂ ਹਿੱਸਾ ਪਾਇਆ। ਬਹੁਤ ਹੀ ਇੱਕ ਸੋਹਣੀ ਘਟਨਾ ਹੈ। ਦੋ ਸਥਾਨ ਜਿਹੜੇ ਕਿ ਬਹੁਤ ਹੀ ਮਹੱਤਵਪੂਰਨ ਨੇ। ਗਿਣਤੀ 16 ਦੇ ਵਿਚਕਾਰ ਕੁਝ ਲੋਕ ਨਰਕ ਵਿੱਚ ਸੁੱਟੇ ਗਏ ਜਿਉਂਦੇ। ਉੱਥੇ ਇੱਕ ਸ਼ਬਦ ਹੈ ਕਿ ਧਰਤੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਲੋਕਾਂ ਨੂੰ ਭਖ ਲਿਆ। ਗਿਣਤੀ 16 ਅਧਿਆਏ 32 ਅਤੇ 33। ਮੈਨੂੰ ਇਸ ਨੂੰ ਤੁਹਾਡੇ ਲਈ ਪੜ੍ਹਨ ਦਿਓ। ਪਰ ਜੇ ਯਹੋਵਾ ਕੋਈ ਅਨੋਖਾ ਕੰਮ ਕਰੇ ਅਤੇ ਭੂਮੀ ਆਪਣਾ ਮੂੰਹ ਖੋਲ੍ਹ ਕੇ ਇਹਨਾਂ ਨੂੰ ਅਤੇ ਇਹਨਾਂ ਦੇ ਲੱਕੇ ਤੁੱਕੇ ਨੂੰ ਭਖ ਲਵੇ, ਭਈ ਉਹ ਜਿਉਂਦੇ ਪਤਾਲ ਵਿੱਚ ਉਤਰ ਜਾਣ, ਤਾਂ ਤੁਸੀਂ ਜਾਣ ਲਿਓ ਕਿ ਇਹਨਾਂ ਮਨੁੱਖਾਂ ਨੂੰ ਯਹੋਵਾ ਨੂੰ ਤੁੱਛ ਜਾਣਿਆ ਸੀ। ਹੁਣ ਮੈਨੂੰ ਇਸ ਭਾਗ ਦੇ ਅਨੁਸਾਰ ਤੁਹਾਨੂੰ ਵਿਆਖਿਆ ਦੇਣ ਦੀ ਜ਼ਰੂਰਤ ਹੈ। ਮੂਸਾ ਇੱਕ ਚੁਣਿਆ ਹੋਇਆ ਆਗੂ ਸੀ। ਪਰਮੇਸ਼ੁਰ ਦੇ ਬਲਵੰਤ ਹੱਥ ਦੇ ਦੁਆਰਾ, ਵਧਾਏ ਹੋਏ ਹੱਥ ਦੇ ਦੁਆਰਾ, ਚਿੰਨ੍ਹ ਅਤੇ ਚਮਤਕਾਰਾਂ ਦੁਆਰਾ ਉਸਨੇ ਇਜ਼ਰਾਈਲ ਦੇ ਲੋਕਾਂ ਨੂੰ, ਉਹਦੇ ਭਰਾਵਾਂ ਦੇ ਵਿੱਚੋਂ ਇੱਕ ਕੋਰਾ ਨਾਮ ਦਾ, ਉਸਨੇ ਲਗਭਗ 150 ਲੋਕਾਂ ਨੂੰ ਇਕੱਠੇ ਕੀਤਾ ਆਪਣੀ ਇੱਛਾ ਦੇ ਮੁਤਾਬਿਕ, ਅਤੇ ਉਸਨੇ ਪਰਮੇਸ਼ੁਰ ਦੇ ਇਸ ਜਨ ਦੇ ਖਿਲਾਫ ਬਗਾਵਤ ਕੀਤੀ। ਉਸਨੇ ਕਿਹਾ, ਸਿਰਫ ਤੂੰ ਹੀ ਰੱਬ ਦਾ ਬੰਦਾ ਹੈ, ਤੂੰ ਗਲਤ ਹੈ। ਇਸ ਤਰ੍ਹਾਂ ਉਸ ਤਰ੍ਹਾਂ ਕਰਕੇ ਉਸ ਦੇ ਖਿਲਾਫ ਝਗੜਾ ਕਰਕੇ ਬਗਾਵਤ ਕਰਦਾ ਰਿਹਾ। ਇਸ ਤਰ੍ਹਾਂ ਦੀ ਗੱਲਾਂ ਦੇ ਨਾਲ ਮੂਸਾ ਦਾ ਦਿਲ ਪਿਘਲ ਗਿਆ। ਅਖੀਰ ਮੂਸਾ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ। ਇਹ ਲੋਕ ਕੀ ਹਨ ਅਤੇ ਕਿਉਂ ਇਹ ਮੇਰੇ ਖਿਲਾਫ ਉੱਠ ਰਹੇ ਹਨ? ਮੈਂ ਤੇਰੇ ਕੋਲ ਹਾਂ, ਇਸ ਕਰਕੇ ਇਹ ਜਲਦੇ ਅਤੇ ਗੁੱਸਾ ਕਰਦੇ ਹਨ। ਅਤੇ ਇੱਥੇ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਗੁੱਸਾ ਉਹਨਾਂ ਲੋਕਾਂ ਉੱਤੇ ਆਇਆ, ਉਸ ਇਨਸਾਨ ਉੱਤੇ ਆਇਆ, ਕੋਰਾ ਅਤੇ ਸਾਰੇ ਉਸਦੇ 150 ਲੋਕ। ਅਤੇ ਬਾਈਬਲ ਦੱਸਦੀ ਹੈ ਕਿ ਧਰਤੀ ਨੇ ਆਪਣਾ ਮੂੰਹ ਖੋਲ੍ਹਿਆ। ਦੇਖੋ, ਧਰਤੀ ਖੁੱਲੀ ਅਤੇ ਫਿਰ ਉਹਨਾਂ ਨੂੰ ਨਿਗਲ ਲਿਆ, ਜਿਉਂਦੇ ਕੋਰਾ ਅਤੇ ਉਸਦੇ ਸਾਥੀ 150 ਲੋਕ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਮਝੋ ਕਿਉਂ ਬਾਈਬਲ ਕਹਿੰਦੀ ਹੈ ਕਿ ਜ਼ਮੀਨ ਦਾ ਮੂੰਹ ਖੁੱਲ੍ਹ ਗਿਆ। ਜਿਹਦਾ ਮਤਲਬ ਹੈ, ਮੈਨੂੰ ਪੜ੍ਹਨ ਦਿਓ, ਅਤੇ ਧਰਤੀ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਆਪਣੇ ਵਿੱਚ ਭਖ ਲਵੇ, ਉਹ ਸਾਰੇ ਦੇ ਸਾਰੇ ਉਸ ਗਹਿਰਾਈ ਦੇ ਵਿੱਚ ਉਤਰ ਜਾਣ। ਖੱਡ ਸ਼ਬਦ ਇੱਥੇ ਹੈ, ਇਹ ਦਿੱਤਾ ਗਿਆ। ਤਾਂ ਇਉਂ ਹੋਇਆ ਕਿ ਜਦ ਉਹ ਇਹ ਸਾਰੀਆਂ ਗੱਲਾਂ ਬੋਲ ਚੁੱਕਿਆ
ਤਾਂ ਭੂਮੀ ਜਿਹੜੀ ਉਹਨਾਂ ਦੇ ਪੈਰਾਂ ਹੇਠ ਸੀ ਪਾਟ ਗਈ ਅਤੇ ਧਰਤੀ ਨੇ ਆਪਣਾ ਮੂੰਹ ਖੋਲ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਘਰਾਣਿਆਂ ਨੂੰ ਅਤੇ ਸਾਰੇ ਆਦਮੀਆਂ ਨੂੰ ਜਿਹੜੇ ਕੋਰਾ ਵੱਲ ਸਨ ਅਤੇ ਉਹਨਾਂ ਦਾ ਸਾਰਾ ਲੱਕਾ ਤੁਕਾ ਭਖ ਲਿਆ। ਇਉਂ ਉਹ ਅਤੇ ਉਹਨਾਂ ਦੇ ਨਾਲ ਦੇ ਜਿਉਂਦੇ ਜੀ ਪਤਾਲ ਵਿੱਚ ਉਤਰ ਗਏ ਅਤੇ ਧਰਤੀ ਉਹਨਾਂ ਉੱਤੇ ਮਿਲ ਗਈ, ਸੋ ਉਹ ਸਭਾ ਵਿੱਚੋਂ ਨਾਸ਼ ਹੋ ਗਏ। ਫਿਰ ਮੇਰੇ ਦੋਸਤੋ, ਫਿਰ ਬਾਈਬਲ ਕਹਿੰਦੀ ਹੈ, ਅਰਥਾਤ ਇਹਨਾਂ ਪਾਪੀਆਂ ਦੇ ਧੂਫਦਾਨ ਜਿਹੜੇ ਆਪਣੀਆਂ ਜਾਨਾਂ ਦੇ ਘਾਤੀ ਸਨ। 38 ਪਹਿਲੇ ਵਚਨ ਇਸ ਤਰ੍ਹਾਂ ਕਹਿੰਦੇ ਹਨ। ਭੈਣ ਭਰਾਵੋ, ਬੜੇ ਧਿਆਨ ਦੇ ਨਾਲ ਇਹਨਾਂ ਸ਼ਬਦਾਂ ਉੱਤੇ ਧਿਆਨ ਕਰੀਏ। ਪਾਪੀ, ਇੱਕ ਸ਼ਬਦ ਫੇਰ, ਆਪਣੀਆਂ ਜਾਨਾਂ। ਕੀ ਸਮਝਦੇ ਹੋ? ਇਹਨਾਂ ਲੋਕਾਂ ਨੇ ਆਪਣੀਆਂ ਹੀ ਜਾਨਾਂ ਦੇ ਵਿਰੁੱਧ ਪਾਪ ਕੀਤਾ। ਉਹ ਆਪਣੀਆਂ ਹੀ ਜਾਨਾਂ ਦੇ ਉੱਤੇ ਸਜ਼ਾ ਲੈ ਕੇ ਆਏ ਅਤੇ ਉਹਨਾਂ ਦੀ ਆਤਮਾ ਅੰਦਰ ਭਖ ਲਏ ਗਏ। ਧਰਤੀ ਦੇ ਦੁਆਰਾ ਉਹ ਨਾਸ਼ ਹੋਏ ਅਤੇ ਉਹ ਇਜ਼ਰਾਈਲ ਦੇ ਲੋਕਾਂ ਦੇ ਵਾਸਤੇ ਨਿਸ਼ਾਨ ਹੋਣਗੇ। ਇਨ੍ਹਾਂ ਸ਼ਬਦਾਂ ਤੋਂ ਅਸੀਂ ਜਾਣਦੇ ਹਾਂ ਕਿ ਨਰਕ ਜ਼ਮੀਨ ਦੇ ਵਿੱਚ ਹੈ। ਅੱਗੇ ਹੋਰ ਬਹੁਤ ਸਾਰੀਆਂ ਰੁਚੀਪੂਰਕ ਕਹਾਣੀਆਂ ਆ ਰਹੀਆਂ ਹਨ, ਕਿਰਪਾ ਧਿਆਨ ਨਾਲ ਸੁਣੋ। ਨਰਕ ਜ਼ਮੀਨ ਦੇ ਹੇਠਾਂ ਹੈ। ਦੇਖੋ, ਇਸ ਖੋਜੀ ਪੱਤਰਿਕਾ ਦਾ ਇੱਕ ਹੋਰ ਭਾਗ ਹੈ। ਇਹ ਕੋਈ ਧਾਰਮਿਕ ਪੱਤਰਿਕਾ ਨਹੀਂ, ਸਗੋਂ ਸਮਾਜਿਕ ਪੱਤਰਿਕਾ ਹੈ। ਇੱਕ ਸਵਾਲ ਦੇ ਨਾਲ, ਧਰਤੀ ਦੇ ਵਿਚਕਾਰਲੇ ਭਾਗ ਵਿੱਚ ਕੀ ਹੈ? ਜਦੋਂ ਤੁਸੀਂ ਇਸ ਚਿੱਤਰ ਉੱਤੇ ਧਿਆਨ ਕਰਦੇ ਹੋ, ਤੁਸੀਂ ਦੇਖੋਗੇ ਕਿ ਇਸ ਪੱਤਰਿਕਾ ਦਾ ਵਿਚਕਾਰਲਾ ਭਾਗ, ਜਿਸ ਨੂੰ ਇੱਕ ਵੱਖਰਾ ਹੀ ਰੰਗ ਦਿੱਤਾ ਗਿਆ, ਜੋ ਕਿ ਲਾਲ ਹੈ ਅਤੇ ਉਸ ਤੋਂ ਬਾਅਦ ਪੀਲਾ ਅਤੇ ਫਿਰ ਕਾਲਾ ਕਾਲਾ, ਅਤੇ ਉਸ ਤੋਂ ਉੱਪਰ ਇੱਕ ਮਕਾਨ ਦਿੱਤਾ ਗਿਆ, ਜਿਹੜਾ ਕਿ ਇਸ ਸਮੇਂ ਦੀ ਧਰਤੀ ਹੈ ਜਿੱਥੇ ਅਸੀਂ ਰਹਿੰਦੇ ਹਾਂ। ਅਤੇ ਜਿਵੇਂ ਕੋਈ ਇੱਕ ਇਨਸਾਨ ਜ਼ਮੀਨ ਦੇ ਵਿੱਚ ਜਾਂਦਾ ਹੈ, ਅਤੇ ਹੁਣ ਇੱਥੇ ਤੁਸੀਂ ਦੇਖਦੇ ਹੋ ਕਿ ਧਰਤੀ ਦਾ ਉਹ ਤਾਪਮਾਨ ਵੱਧਦਾ ਜਾਂਦਾ ਹੈ, ਔਰ ਇੱਥੇ ਲਾਲਗੀ ਦਾ ਇੱਕ ਨਿਸ਼ਾਨ ਦਿੱਤਾ ਗਿਆ। ਉਹ ਲਾਲਗੀ ਕੀ ਹੈ? ਤੁਸੀਂ ਤੀਰਾਂ ਦੇ ਨਿਸ਼ਾਨ ਨੂੰ ਦੇਖ ਸਕਦੇ ਹੋ, ਜੋ ਕਿ ਇਸ ਤਸਵੀਰ ਦੇ ਵਿੱਚ ਦਿੱਤੇ ਗਏ ਕਿ ਇਹ ਕਿੰਨਾ ਲਾਲ ਹੈ। ਇੱਥੇ ਅੰਦਰਲਾ ਭਾਗ ਹੈ, ਬਾਹਰ ਦਾ ਭਾਗ ਹੈ, ਗਤੀ ਵਾਲਾ ਦੱਬਿਆ ਭਾਗ ਹੈ। ਇੱਥੇ ਬਾਈਬਲ ਬਹੁਤ ਸਾਫ਼ ਹੈ ਕਿ ਨਰਕ ਜ਼ਮੀਨ ਦੇ ਵਿੱਚ ਹੈ। ਆਓ ਅਸੀਂ ਅਫੀਸੀਆਂ 4:9 ਦੇ ਵਿੱਚ ਦੇਖੀਏ, ਇਹ ਕੀ ਕਹਿੰਦਾ ਹੈ। ਹੁਣ ਇਸ ਗੱਲ ਤੋਂ ਭਾਈ ਉਹ ਚੜ੍ਹਿਆ, ਇਸ ਤੋਂ ਬਿਨਾਂ ਹੋਰ ਕੀ ਭਾਵ ਹੈ ਜੋ ਉਹ ਧਰਤੀ ਦੇ ਹੇਠਲੀਆਂ ਥਾਵਾਂ ਵਿੱਚ ਵੀ ਉਤਰਿਆ ਸੀ। ਧਰਤੀ ਦੇ ਹੇਠਲੇ ਭਾਗਾਂ ਦਾ ਕੀ ਮਤਲਬ ਹੈ? ਉੱਥੇ ਅੱਗ ਹੈ, ਉੱਥੇ ਨਰਕ ਦੀ ਅੱਗ ਹੈ। ਸਮਝੀਏ ਕਿ ਨਰਕ ਧਰਤੀ ਤੋਂ ਹੇਠਾਂ ਹੈ। ਕਿੰਨੀ ਰੁਚੀਪੂਰਨ ਗੱਲ ਹੈ। ਧਰਤੀ ਦਾ ਹੇਠਾਂ ਵਾਲਾ ਭਾਗ ਲਗਭਗ 50% ਪਤਲਾ ਹੈ। ਇੱਥੇ ਕੁਝ ਵਿਗਿਆਨੀ ਤੱਥ ਹਨ। ਧਰਤੀ ਦੇ ਵਿੱਚ ਹੇਠਾਂ 50 ਮੀਲ ਜਾਣ ਤੋਂ ਬਾਅਦ ਉਹ ਅੱਗ ਦੇ ਕਿਨਾਰੇ ਤੱਕ ਪਹੁੰਚ ਜਾਂਦਾ ਹੈ। ਸਿਰਫ 50 ਮੀਲ। ਪਰ ਧਰਤੀ ਦੇ ਉਸ ਹੇਠਾਂ ਵਾਲੇ ਤਲ ਉੱਤੇ ਧਰਤੀ ਦੀ ਹੇਠਲੀ ਤਹਿ 1 ਮੀਲ ਤੋਂ ਵੀ ਪਤਲੀ ਹੈ। ਮੈਂ ਇੱਕ ਦਿਲ ਖਿੱਚਵੀਂ ਗੱਲ ਪਾਈ। ਜਦੋਂ ਅਸੀਂ ਅਧਿਐਨ ਕਰਦੇ ਹਾਂ ਇੱਕ ਵਾਤਾਵਰਣ ਦਾ ਤਰੀਕਾ, ਪਾਣੀ ਦੇ ਵਿਚਕਾਰ, ਜੋ ਕਿ ਸਾਫ਼ ਪਾਣੀ ਹੈ, ਪਾਣੀ ਦੀ ਗੂੰਜ ਦਾ ਤਰੀਕਾ ਧਰਤੀ ਦੀ ਗੂੰਜ ਦੇ ਨਾਲੋਂ ਬਿਲਕੁਲ ਵੱਖਰਾ ਹੈ। ਹੁਣ ਜਦੋਂ ਤੁਸੀਂ ਪਾਣੀ ਦੀਆਂ ਗਹਿਰਾਈਆਂ ਦੇ ਵਿੱਚ ਜਾਓ, ਤੁਸੀਂ ਪਾਓਗੇ ਇੱਕ ਥਾਂ ਹੈ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ। ਇੱਕ ਖਾਸ ਹਿੱਸਾ ਜਿੱਥੇ ਕਿ ਵਾਤਾਵਰਣ ਇੰਜੀਨੀਅਰ ਅਤੇ ਕਿਤਾਬ ਦੇ ਵਿੱਚ ਅਬੇਸਿਲ ਦੀ ਥਾਂ। ਬਹੁਤ ਹੀ ਹੈਰਾਨੀ ਵਾਲੀ ਗੱਲ, ਬਾਈਬਲ ਦੱਸਦੀ ਹੈ ਕਿ ਡੂੰਘਾਈਆਂ ਦੀ ਇੱਕ ਥਾਂ ਹੈ, ਅਜਿਹੀ ਥਾਂ ਜਿੱਥੇ ਕੋਈ ਵੀ ਰੋਸ਼ਨੀ ਨਹੀਂ ਹੈ। ਕੀੜੇ ਉੱਥੇ ਹਨ ਅਤੇ ਜੀਵ ਜੰਤੂ ਉੱਥੇ ਹਨ। ਉੱਥੇ ਜੰਤੂ ਰਹਿੰਦੇ ਹਨ ਆਨੰਦ ਦੇ ਨਾਲ, ਜਿੱਥੇ ਕੋਈ ਵੀ ਰੋਸ਼ਨੀ ਸ਼ਾਮਿਲ ਨਹੀਂ ਹੁੰਦੀ। ਇਸ ਤੋਂ ਤੁਸੀਂ ਕੀ ਸਮਝਦੇ ਹੋ? ਤੁਸੀਂ ਹੇਠਾਂ ਉਤਰੋਗੇ ਤਾਂ ਪਾਓਗੇ ਕਾਲਾ ਹਨੇਰਾ। ਉਹਦੇ ਵਿੱਚ ਹੈ ਹਨੇਰਾ ਅਤੇ ਅਸੀਂ ਹਨੇਰੇ ਵਿੱਚ ਜਾਂਦੇ ਹਾਂ ਅਤੇ ਅੱਗ ਵਿੱਚ ਵੀ। ਠੀਕ ਮੇਰੇ ਦੋਸਤੋ, ਬਾਈਬਲ ਦਾ ਇੱਕ ਸ਼ਬਦ ਗਹਿਰਾਈ ਯੂਨਾਨੀ ਦੇ ਅਬੂਸੋਸ ਸ਼ਬਦ ਦਾ ਅਨੁਵਾਦ, ਜਿਹਦਾ ਮਤਲਬ ਹੈ ਬਿਨਾਂ ਕਿਸੇ ਤਹਿ ਤੋਂ। ਸ਼ਬਦ ਗਹਿਰਾਈ, ਜਿਹਦਾ ਮਤਲਬ ਬਿਨਾਂ ਕਿਸੇ ਤਲ ਤੋਂ। ਤੁਸੀਂ ਦੇਖੋਗੇ ਇੱਕ ਖੱਡ, ਉਹਦੀ ਕੋਈ ਤਹਿ ਜ਼ਰੂਰ ਹੋਵੇਗੀ, ਅਤੇ ਜੇਕਰ ਤੁਸੀਂ ਕੋਈ ਖੱਡ ਬਿਨਾਂ ਤਹਿ ਤੋਂ ਦੇਖਦੇ ਹੋ ਅਤੇ ਉਸ ਨੂੰ ਭਰਨ ਲਈ ਤੁਸੀਂ ਕੁਛ ਨਾ ਕੁਛ ਪਾਉਂਦੇ ਜਾਂਦੇ ਹੋ ਅਤੇ ਇਸ ਤਰ੍ਹਾਂ ਇਹ ਲਗਾਤਾਰ ਭਰਦੀ ਹੀ ਨਹੀਂ। ਇਹ ਕੀ ਹੈ? ਇਹੀ ਸ਼ਬਦ ਡੂੰਘਾਈ, ਬਿਨਾਂ ਕਿਸੇ ਤਹਿ ਤੋਂ। ਠੀਕ, ਕਿੰਗ ਜੇਮਸ ਇਸ ਤਰ੍ਹਾਂ ਅਨੁਵਾਦ ਕਰਦਾ ਹੈ, ਇੱਕ ਉਹ ਥਾਂ ਜਿਹਦੇ ਵਿੱਚ ਬਹੁਤ ਗਹਿਰਾਈ ਦੀ ਖੱਡ। ਹੁਣ ਮੈਂ ਤੁਹਾਨੂੰ ਉਸ ਕੋਰਾ ਝੁੰਡ ਨਾਲ ਜੋੜਨਾ ਚਾਹੁੰਦਾ। ਕੋਰਾ ਅਤੇ ਉਸਦੇ ਸਾਰੇ ਸਾਥੀ ਸੁੱਟੇ ਗਏ ਉਸ ਵੱਡੀ ਗਹਿਰਾਈ ਦੇ ਵਿੱਚ, ਜ਼ਮੀਨ ਦੀ ਖੱਡ ਦੇ ਵਿੱਚ, ਅਤੇ ਖੱਡ ਦੇ ਬਿਲਕੁਲ ਵਿਚਕਾਰਲੇ ਹਿੱਸੇ ਵਿੱਚ ਉਹ ਡੂੰਘਾਈ
ਜਿਹਦਾ ਕੋਈ ਵੀ ਅੰਤ ਨਹੀਂ। ਉਹਨਾਂ ਵਿਰੋਧੀਆਂ ਲਈ ਕਿੰਨੀ ਵੱਡੀ ਸਜ਼ਾ। ਦੋਸਤੋ, ਪਰਮੇਸ਼ੁਰ ਦੇ ਖਿਲਾਫ ਬਗਾਵਤ ਨਾ ਕਰੋ। ਤੁਸੀਂ ਇਹ ਨਾ ਕਹੋ ਕਿ ਮੈਂ ਪਾਪੀ ਨਹੀਂ। ਕਿਰਪਾ ਕਰਕੇ ਤੌਬਾ ਕਰੋ ਅਤੇ ਯਿਸੂ ਮਸੀਹ ਨੂੰ ਪਾ ਲਓ। ਤੁਸੀਂ ਦਇਆ ਪਾਓਗੇ ਅਤੇ ਇਸ ਡੂੰਘਾਈ ਵਿੱਚ ਨਹੀਂ ਵੜੋਗੇ। ਇਹ ਉਹ ਸਾਰੇ ਸਬੂਤ ਹਨ ਨਰਕ ਦੀ ਹੋਂਦ ਦੇ ਤੇ ਸਦੀਪਕ ਸਜ਼ਾ ਦੇ ਅਤੇ ਨਿਆਂ ਦੇ। ਬਾਈਬਲ ਦੇ ਵਿੱਚ ਅਤੇ ਵਿਗਿਆਨੀ ਤੱਥਾਂ ਦੇ ਆਧਾਰਿਤ ਵੀ ਇਹ ਸਾਬਿਤ ਹੈ। ਜੇਕਰ ਅਸੀਂ ਪਰਮੇਸ਼ੁਰ ਦੇ ਲਈ ਨਾ ਕਰਦੇ ਹਾਂ, ਫਿਰ ਅਸੀਂ ਕਿਵੇਂ ਬਚਾਂਗੇ? ਕਿਰਪਾ ਕਰਕੇ ਸੁਣੋ। NIV ਅਤੇ RSV ਦਾ ਅਨੁਵਾਦ ਇਸ ਤਰ੍ਹਾਂ ਹੈ, ਮੁਰਦਿਆਂ ਦੀ ਉਹ ਹਨੇਰੀ ਥਾਂ। ਰੋਮੀਆਂ 10:7। ਮੁਰਦਾ ਲੋਕ ਅਤੇ ਆਤਮਾ ਜੋ ਨਰਕ ਦੀ ਅੱਗ ਵਿੱਚ ਸੁੱਟੇ ਗਏ, ਇਸ ਨੂੰ ਮੌਤ ਕਿਹਾ ਗਿਆ। ਦੂਸਰੀ ਮੌਤ ਬਸ ਅਬਾਦੋਨ। ਡੂੰਘਾਈ ਉੱਥੇ ਰਾਜ ਕਰਦੀ ਹੈ। ਪ੍ਰਕਾਸ਼ਿਤ 9:11 ਦੱਸਦਾ ਹੈ, ਅਬਾਦੋਨ ਦੁਸ਼ਟ ਆਤਮਾ ਉਹ ਰਾਜ ਕਰਦੀਆਂ ਹਨ ਡੂੰਘਾਈਆਂ ਵਿੱਚ, ਜਿਹਦਾ ਮਤਲਬ ਹੈ ਕਿ ਸ਼ੈਤਾਨ ਉਸ ਡੂੰਘਾਈ ਦਾ ਰਾਜਾ ਹੈ। ਦੇਖੋ, ਆਤਮਾ ਹੁਣ ਦਾਖਲ ਹੁੰਦਾ ਹੈ ਉਸ ਹੱਦ ਵਿੱਚ ਸ਼ੈਤਾਨ ਦੇ ਰਾਜ ਵਿੱਚ ਜੋ ਸਤਾਉਣ ਵਾਲਾ ਹੈ, ਦੁੱਖ ਦੇਣ ਵਾਲਾ ਹੈ। ਉਹ ਚੰਗਾ ਇਨਸਾਨ ਨਹੀਂ, ਬੁਰਾ ਹੈ। ਅਤੇ ਸਾਡਾ ਆਤਮਾ ਉਸ ਥਾਂ ਵਿੱਚ ਜਾਂਦਾ ਹੈ ਨਾ ਚਾਹੁੰਦਿਆਂ ਹੋਇਆਂ ਵੀ, ਜੋ ਸ਼ੈਤਾਨ ਦਾ ਰਾਜ ਹੈ। ਪਰਮੇਸ਼ੁਰ ਦੇ ਰਾਜ ਦੀ ਬਜਾਏ ਜੋ ਕਿ ਚੰਗਾ ਹੈ, ਅਤੇ ਪਾਉਂਦੇ ਹਾਂ ਦੁੱਖ ਦੁੱਖ ਦੁੱਖ। ਕਿੰਨਾ ਚਿਰ, ਜਿਹਦਾ ਕੋਈ ਵੀ ਅੰਤ ਨਹੀਂ। ਮੇਰੇ ਅਜ਼ੀਜ਼ੋ, ਇੱਕ ਵਾਰ ਜ਼ਰੂਰ ਸੋਚੋ। ਠੀਕ, ਅਬਦੋਨ ਜੋ ਵੱਡੀ ਅਥਾਹ ਹੈ, ਜਿਸ ਦੇ ਵਿੱਚੋਂ ਨਿਕਲਦਾ ਹੈ ਅੰਤ ਸਮੇਂ ਦਾ ਦਰਿੰਦਾ। ਪ੍ਰਕਾਸ਼ ਦੀ ਪੋਥੀ 11:7 ਵਿੱਚ ਅਥਾਹ ਕੁੰਡ ਦਾ ਦਰਿੰਦਾ ਉਸ ਡੂੰਘਾਈ ਨੂੰ ਦੇਖਦਾ ਹੈ। ਪ੍ਰਕਾਸ਼ ਦੀ ਪੋਥੀ 17:8। ਸ਼ੈਤਾਨ ਉੱਥੇ ਬੰਨ੍ਹਿਆ ਜਾਵੇਗਾ 1000 ਸਾਲ ਦੇ ਲਈ। ਪ੍ਰਕਾਸ਼ ਦੀ ਪੋਥੀ 20:1-3। ਇੱਥੇ ਇੱਕ ਹੋਰ ਸ਼ਬਦ ਦਿੱਤਾ ਗਿਆ, ਸਿਓਲ। ਸਿਓਲ ਇੱਕ ਦੂਸਰਾ ਸ਼ਬਦ ਹੈ ਜੋ ਯੂਨਾਨੀ ਹੈ ਅਤੇ ਡੂੰਘਾਈ ਬਾਰੇ ਦੱਸਦਾ ਹੈ। ਪੁਰਾਣਾ ਨਿਯਮ ਇਸ ਸ਼ਬਦ ਦਾ ਇਸਤੇਮਾਲ ਕਰਦਾ ਹੈ, ਸ਼ਿਓਲ, ਜੋ ਕਿ ਗਹਿਰਾਈਆਂ ਦਾ ਜ਼ਿਕਰ ਕਰਦਾ ਹੈ, ਜੋ ਹੇਠਾਂ ਜਾਂਦਾ ਹੈ ਅਤੇ ਹੇਠਾਂ ਲੈ ਜਾਂਦਾ ਹੈ, ਅਤੇ 20 ਗੁਣਾ ਡੂੰਘਾਈ ਸਿਓਲ ਨੂੰ ਜੋੜ ਦਿੰਦਾ ਹੈ। ਅਥਾਹ ਕੁੰਡ ਨੂੰ 6 ਵਾਰ ਬਾਈਬਲ 'ਚ ਇਸਤੇਮਾਲ ਕੀਤਾ ਗਿਆ। ਵਿਵਸਥਾ ਸਾਰ 32:22 ਵਿੱਚ, ਜ਼ਬੂਰ 86:13, ਕਹਾਵਤਾਂ 9:18, ਕਹਾਵਤਾਂ 15:24, ਯਸ਼ਾਇਆ 7:11, ਯਸ਼ਾਇਆ 14:15। 4 ਵਾਰ ਸ਼ਿਓਲ ਦਾ ਇਸਤੇਮਾਲ ਕੀਤਾ ਗਿਆ। ਸਵਰਗ ਦੀ ਸਭ ਤੋਂ ਦੂਰ ਦੀ ਥਾਂ, ਇੱਕ ਦੂਰ ਦਾ ਬਿੰਦੂ। ਯਾਦ ਰੱਖੋ, ਅਬਰਾਹਮ ਦੱਸਦਾ ਹੈ ਇੱਕ ਧਨੀ ਮਨੁੱਖ ਇੱਕ ਵੱਡੀ ਖੱਡ ਹੈ। ਕੋਈ ਵੀ ਨਰਕ ਤੋਂ ਸਵਰਗ ਨੂੰ ਨਹੀਂ ਜਾ ਸਕਦਾ ਅਤੇ ਕੋਈ ਵੀ ਨਹੀਂ ਬਦਲੀ ਕੀਤਾ ਜਾ ਸਕਦਾ ਨਰਕ ਤੋਂ ਸਵਰਗ। ਸਵਰਗ ਤੋਂ ਇੱਕ ਦੂਰੀ ਦਾ ਬਿੰਦੂ। ਜ਼ਬੂਰ 139:8 ਕਹਿੰਦਾ ਹੈ, ਯਸ਼ਾਇਆ 7:11, ਆਮੋਸ 9:2। ਅਕਸਰ ਸ਼ਿਓਲ ਉਸ ਡੂੰਘਾਈ ਦੇ ਬਰਾਬਰ ਹੈ। ਅਯੂਬ 17:13-14, ਅਯੂਬ 33:18, ਜ਼ਬੂਰ 30:3, ਜ਼ਬੂਰ 88:3 ਅਤੇ 4। ਕਹਾਵਤਾਂ 1:12, ਯਸ਼ਾਇਆ 14:15, ਯਸ਼ਾਇਆ 38:18, ਹਿਜ਼ਕੀਏਲ 31:14-17। 9 ਵਾਰ ਇਸ ਨੂੰ ਮੌਤ ਦੇ ਬਰਾਬਰ ਜੋੜਿਆ ਗਿਆ। ਸ਼ਿਓਲ ਸ਼ਬਦ ਮੌਤ ਦੇ ਬਰਾਬਰ ਹੈ। ਦੂਸਰਾ ਸੈਮੂਅਲ 22:6, ਜ਼ਬੂਰ 18:4 ਅਤੇ 5। ਜ਼ਬੂਰ 49:14, ਜ਼ਬੂਰ 99:48, ਜ਼ਬੂਰ 116:3। ਕਹਾਵਤਾਂ 5:5, ਯਸ਼ਾਇਆ 28:15, ਯਸ਼ਾਇਆ 28:18, ਯਸ਼ਾਇਆ 13:14, ਹਬਕੂਕ 2:5। ਸ਼ਿਓਲ ਨੂੰ ਉਸ ਉਮੰਡਦੇ ਹੋਏ ਹੜ੍ਹ ਨਾਲ ਤੁਲਨਾ ਕੀਤਾ ਗਿਆ। ਪਾਣੀ ਅਤੇ ਲਹਿਰਾਂ, ਯੂਨਾ 2:2-6। ਕਈ ਵਾਰ ਸਿਓਲ ਨੂੰ ਕੋੜੇ ਵਾਂਗ ਦਿਖਾਇਆ ਗਿਆ, ਆਪਣੇ ਸ਼ਿਕਾਰੀਆਂ ਲਈ ਫੰਦਾ ਲਾਉਂਦਾ ਹੈ, ਉਹਨਾਂ ਨੂੰ ਜਿਉਂਦਿਆਂ ਦੀ ਧਰਤੀ ਉੱਤੇ ਰਹਿਣ ਤੋਂ ਬੰਨ੍ਹਦਾ ਹੈ। ਦੂਸਰਾ ਸੈਮੂਅਲ 22:6, ਅਯੂਬ 24:19, ਜ਼ਬੂਰ 100:3। ਅਥਾਹ ਨੂੰ ਉਸ ਹੋੜਿਆਂ ਨਾਲ ਦੱਸਿਆ ਗਿਆ ਜੋ ਨਹੀਂ ਲਿਖੇ ਗਏ। ਅਯੂਬ 7:9, ਅਯੂਬ 10:21, ਅਯੂਬ 16:22, ਅਯੂਬ 21:13, ਜ਼ਬੂਰ 49:14, ਯਸ਼ਾਇਆ 38:10। ਲੋਕ ਅਥਾਹ ਵਿੱਚ ਜਿਉਂਦੇ ਜਾ ਸਕਦੇ ਹਨ। ਗਿਣਤੀ 16:30, ਗਿਣਤੀ 16:33, ਜ਼ਬੂਰ 55:15। ਕਹਾਵਤਾਂ 1:12,
ਜੇਕਰ ਇੱਥੇ ਕੋਈ ਵੀ ਸਬੂਤ ਹੈ ਕਿ ਅੱਗ ਜ਼ਮੀਨ ਵਿੱਚੋਂ ਨਿਕਲਦੀ ਹੈ ਜੋ ਅਸੀਂ ਦੇਖ ਸਕਦੇ ਹਾਂ ਅਤੇ ਸਮਝ ਸਕਦੇ ਹਾਂ। ਅਸੀਂ ਸਭ ਸਕੂਲ ਦੇ ਵਿੱਚ ਅਧਿਐਨ ਕਰਦੇ ਹਾਂ। ਅਸੀਂ ਸਭ ਨੇ ਪੜ੍ਹਿਆ ਹੋਵੇਗਾ ਅਤੇ ਇਸ ਬਾਰੇ ਸਿੱਖਿਆ ਹੋਵੇਗਾ ਜਵਾਲਾਮੁਖੀ ਦੇ ਬਾਰੇ। ਕੁਝ ਸਮੇਂ ਪਹਿਲਾਂ ਜਦੋਂ ਮੈਂ ਇਹ ਸੋਚ ਰਿਹਾ ਸੀ, ਪਰਮੇਸ਼ਵਰ ਨੇ ਇਹ ਠਹਿਰਾਇਆ ਕਿ ਜਵਾਲਾਮੁਖੀ ਦੇ ਵੱਲ ਦੇਖ ਕੇ ਤੁਸੀਂ ਇਹ ਗੱਲ ਸਮਝੋਗੇ, ਨਰਕ ਦੀ ਹੋਂਦ ਅਤੇ ਪਰਮੇਸ਼ਵਰ ਦਾ ਪਿਆਰ ਅਤੇ ਉਸ ਦੀ ਦਇਆ। ਆਓ ਅਸੀਂ ਦੇਖੀਏ ਕਿ ਸੱਚਮੁੱਚ ਜਵਾਲਾਮੁਖੀ ਕੀ ਹੈ। ਜਵਾਲਾਮੁਖੀ ਇੱਕ ਉਹ ਹਿੱਸਾ ਹੈ ਜੋ ਧਰਤੀ ਦੀ ਸਭ ਤੋਂ ਜ਼ਿਆਦਾ ਗਹਿਰਾਈ ਦੇ ਵਿੱਚ ਉਸ ਦਾ ਤਲ ਦਿਖਾਈ ਦਿੰਦਾ ਹੈ। ਮੈਂ ਇਸ ਦੀ ਵਿਆਖਿਆ ਕਰਾਂਗਾ ਕੁਝ ਖਾਸ ਉਦਾਹਰਨਾਂ ਦੇ ਦੁਆਰਾ। ਜਦੋਂ ਅਸੀਂ ਜਵਾਲਾਮੁਖੀ ਦੀ ਫੋਟੋ ਵੱਲ ਦੇਖੀਏ, ਜਵਾਲਾਮੁਖੀ ਇੱਕ ਉਹ ਨਦੀ ਹੈ ਜੋ ਆਪਣੇ ਅੰਦਰੋਂ ਐਸੀ ਅੱਗ ਨੂੰ ਪੈਦਾ ਕਰਦੀ ਹੈ ਜੋ ਪਲਾਂ ਦੇ ਵਿੱਚ ਸਭ ਕੁਝ ਭਸਮ ਕਰ ਦਿੰਦੀ ਹੈ। ਥੋੜੇ ਹੀ ਸਮੇਂ ਦੇ ਵਿੱਚ ਆਪਣੇ ਗਰਮਾਹਟ ਦੇ ਨਾਲ ਸਭ ਕੁਝ ਖਤਮ ਕਰ ਦਿੰਦੀ ਹੈ। ਜਦੋਂ 18 ਮਈ 1918 ਵਿੱਚ ਪਹਾੜ ਹੈਲਨ ਫਟਿਆ, ਪੱਤਰਕਾਰਾਂ ਦੁਆਰਾ ਇਸ ਤਰ੍ਹਾਂ ਦੱਸਿਆ ਗਿਆ, ਜਦੋਂ ਪਹਾੜ ਧਰਤੀ ਦੇ ਉੱਤੇ ਦਿਖਾਈ ਦਿੱਤਾ, ਲੋਕਾਂ ਨੇ ਕਿਹਾ ਨਰਕ ਧਰਤੀ ਉੱਤੇ ਦਿਖਾਈ ਦਿੱਤਾ। ਜਵਾਲਾਮੁਖੀ ਦੀ ਇਹ ਕਿਤਾਬ ਧਰਤੀ ਨੂੰ ਜਗਾ ਦਿੰਦਾ ਹੈ, ਉਸਦਾ 91 ਨੰਬਰ ਪੇਜ, ਜੋ ਇਸ ਤਰ੍ਹਾਂ ਦੱਸਦਾ ਹੈ ਕਿ ਨਰਕ ਧਰਤੀ ਵਿੱਚੋਂ ਬਾਹਰ ਨਿਕਲਿਆ। ਹਜ਼ਾਰਾਂ ਸਾਲ ਪਹਿਲਾਂ ਬਾਈਬਲ ਦੱਸਦੀ ਹੈ, ਇੱਕ ਥਾਂ ਦਾ ਬਿਆਨ ਕਰਦੀ ਹੈ ਕਿ ਧਰਤੀ ਦੇ ਵਿੱਚੋਂ ਵਿੱਚ ਇੱਕ ਐਸਾ ਸਥਾਨ ਹੈ ਜੋ ਕੁਝ ਵਿਗਿਆਨੀਆਂ ਨੇ ਪ੍ਰਾਪਤ ਕੀਤਾ ਅਤੇ ਇਸ ਜਗ੍ਹਾ ਤੇ ਉਹਨਾਂ ਵਿਗਿਆਨੀਆਂ ਨੇ ਸਾਬਿਤ ਕੀਤਾ। ਹੁਣ ਤੁਸੀਂ ਦੇਖ ਸਕਦੇ ਹੋ ਇਹਨਾਂ ਕੁਝ ਵੀਡੀਓ ਦੇ ਹਿੱਸਿਆਂ ਉੱਤੇ ਅਤੇ ਫੋਟੋਆਂ ਦੇ ਉੱਤੇ ਕਿ ਕਿਸ ਤਰ੍ਹਾਂ ਜ਼ਮੀਨ ਦੇ ਵਿੱਚੋਂ ਗੰਧਕ ਅਤੇ ਲਾਵਾ ਫੁੱਟ ਨਿਕਲਦਾ ਹੈ। ਭਾਰੀ ਮਾਤਰਾ ਦਾ ਸੇਕ, ਤੁਸੀਂ ਜਾਣਦੇ ਹੋ ਅੱਗ, ਅਤੇ ਫਿਰ ਤੁਸੀਂ ਦੇਖਦੇ ਹੋ ਕਈ ਫੋਟੋਆਂ ਦੇ ਵਿੱਚ, ਕਈ ਤਸਵੀਰਾਂ ਦੇ ਵਿੱਚ, ਕਈ ਥਾਵਾਂ ਦੀ ਡੂੰਘਾਈ ਅਤੇ ਗਹਿਰਾਈ, ਨਰਕ ਦਾ ਇੱਕ ਝਰੋਖਾ। ਤੁਸੀਂ ਜਾਣਦੇ ਹੋ ਕਿ ਜੋ ਕੁਝ ਇਸ ਵਿੱਚ ਡਿੱਗਿਆ ਉਹ ਖਤਮ ਹੋ ਜਾਂਦਾ ਹੈ। ਇਹ ਖਤਮ ਹੋ ਜਾਂਦਾ ਹੈ, ਇਹ ਬਿਲਕੁਲ ਖਤਮ ਹੋ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ। ਅਤੇ ਅਸੀਂ ਇਹਨਾਂ ਤਸਵੀਰਾਂ ਵਿੱਚ ਦੇਖਦੇ ਹਾਂ ਇਸ ਜਵਾਲਾਮੁਖੀ ਦੀ ਰਾਖ, ਇਸ ਦਾ ਲਾਵਾ ਔਰ ਆਸੇ-ਪਾਸੇ ਦਾ ਖਿਲਰਿਆ ਹੋਇਆ ਧਾਤੂ। ਤੁਸੀਂ ਦੇਖਦੇ ਹੋ ਧਰਤੀ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦਾ ਧਾਤੂ ਨਿਕਲਦਾ ਹੈ ਜੋ ਨਦੀ ਦੀ ਤਰ੍ਹਾਂ ਵਹਿੰਦਾ ਹੈ ਅਤੇ ਅੱਗ ਨਦੀ ਦੀ ਤਰ੍ਹਾਂ ਵਗਦੀ ਹੈ। ਮੇਰੇ ਪਿਆਰੇ ਅਜ਼ੀਜ਼ ਭੈਣ ਭਰਾਵੋ, ਤੁਸੀਂ ਉਸੇ ਵੇਲੇ ਸਮਝ ਸਕਦੇ ਹੋ ਕਿ ਉੱਥੇ ਅੱਗ ਹੈ। ਸਾਰੀਆਂ ਚੀਜ਼ਾਂ ਉਸ ਵਿੱਚ ਜਾ ਡਿੱਗਦੀਆਂ ਹਨ ਜਿਸ ਜ਼ਮੀਨ ਦਾ ਤਾਪਮਾਨ ਬਹੁਤ ਤੇਜ਼ ਹੈ। ਕੈਸਪਰ ਪਿਊਸਰ, ਇੱਕ ਮਹਾਨ ਵਿਗਿਆਨੀ ਨੇ, ਉਸਨੇ ਖੋਜ ਕੀਤੀ ਉਸ ਜਵਾਲਾਮੁਖੀ ਦੀ ਅਤੇ ਉਸਨੂੰ ਕਲਮਬੰਦ ਕੀਤਾ ਜੋ ਹੈਕਲੇਫਲ ਨੇ ਲਿਖਿਆ ਆਪਣੀ ਇਸ ਬਹੁਤ ਹੀ ਮਹੱਤਵਪੂਰਨ ਖੋਜ ਦੇ ਵਿੱਚ। ਅਤੇ ਉਹ ਕਹਿੰਦਾ ਹੈ, ਬੜਾ ਹੀ ਭਿਆਨਕ ਰੋਣਾ ਅਤੇ ਚੀਕਾਂ ਮਾਰਨਾ, ਦੰਦਾਂ ਦਾ ਪੀਸਣਾ, ਜੋ ਕਿ ਬਹੁਤ ਸਾਰੇ ਮੀਲਾਂ ਤੋਂ ਸੁਣਿਆ ਜਾ ਸਕਦਾ ਹੈ। ਜਿਵੇਂ ਇਹ ਜਵਾਲਾਮੁਖੀ ਵਹਿ ਨਿਕਲਦਾ ਹੈ। ਇਹ ਕੀ ਹੈ? ਹੁਣ ਜਦੋਂ ਜਵਾਲਾਮੁਖੀ ਨਿਕਲਦਾ ਹੈ, ਗੰਧਕ, ਅੱਗ, ਧੂਆਂ ਅਤੇ ਸੁਆਹ ਵੀ ਇੱਥੇ ਹੋਵੇਗੀ। ਫਿਰ ਇਸ ਖਾਸ ਵਿਅਕਤੀ ਨੇ, ਉਸ ਨੇ ਇਹ ਆਪਣੀ ਖੋਜ ਦੇ ਵਿੱਚ ਪ੍ਰਾਪਤ ਕੀਤਾ, ਬਹੁਤ ਹੀ ਡਰਾਉਣਾ ਡਰ ਅਤੇ ਚੀਕਾਂ ਅਤੇ ਦੰਦਾਂ ਦਾ ਪੀਸਣਾ। ਇਹ ਕੌਣ ਕਰੇਗਾ? ਇਹ ਉਹਨਾਂ ਮਨੁੱਖੀ ਪ੍ਰਾਣੀਆਂ ਦੀ ਆਵਾਜ਼ ਹੈ ਜੋ ਪਹਿਲਾਂ ਤੋਂ ਹੀ ਉਸ ਨਰਕ ਦੀ ਅੱਗ ਦੇ ਵਿੱਚ ਉਤਰ ਗਏ। ਮੈਂ ਤੁਹਾਨੂੰ ਦੱਸਿਆ ਕਿ ਇਹ ਆਰਾਮ ਦੀ ਥਾਂ ਨਹੀਂ, ਕੋਈ ਮਨ ਭਾਉਂਦੀ ਥਾਂ ਨਹੀਂ। ਸਾਰੇ ਜ਼ਿੰਦਗੀ ਦੇ ਸਮੇਂ ਦੌਰਾਨ ਹਮੇਸ਼ਾ ਦੇ ਲਈ ਇਹ ਸਭ ਤਰ੍ਹਾਂ ਦੇ ਦੁੱਖ ਲੋਕਾਂ ਨੂੰ ਆਪਣੇ ਉੱਤੇ ਝੱਲਣੇ ਪੈਣਗੇ। ਓ ਪਰਮੇਸ਼ਵਰ, ਅਸੀਂ ਕਦੇ ਵੀ ਇਸ ਦੀ ਕਲਪਨਾ ਨਹੀਂ ਕਰਦੇ। ਜਦੋਂ ਇੱਕ ਜਵਾਲਾਮੁਖੀ ਆਪਣੇ ਅੰਦਰੋਂ ਅੱਗ ਉਗਲਛਦਾ ਹੈ ਤਾਂ ਇਹ ਇਸ ਤਰ੍ਹਾਂ ਹੋਵੇਗਾ ਕਿ ਨਰਕ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਦੇਖੋ, ਰੌਲਾ ਸੁਣਿਆ ਜਾਵੇਗਾ ਜੋ ਲੋਕ ਪਹਿਲਾਂ ਤੋਂ ਹੀ ਉਸ ਨਰਕ ਦੀ ਅੱਗ ਵਿੱਚ ਹੋਣਗੇ। ਇਹ ਮੇਰੀ ਜਾਣਕਾਰੀ ਨਹੀਂ, ਸਗੋਂ ਉਸ ਦੀ ਜਾਣਕਾਰੀ ਹੈ। ਉਹਨਾਂ ਨੇ ਕਿਹਾ ਕਿ ਕੁਝ ਮਨੁੱਖੀ ਆਵਾਜ਼ਾਂ ਸੁਣੀਆਂ ਗਈਆਂ। ਕਦੋਂ ਅਤੇ ਜਵਾਲਾਮੁਖੀ ਆਉਂਦਾ ਹੈ, ਕਿਵੇਂ ਆਉਂਦਾ ਹੈ? ਕੀ ਇਹ ਵਿਸ਼ਵਾਸਯੋਗ ਹੈ? ਅਸੀਂ ਆਪਣੇ ਸਕੂਲ ਦੀ ਪੜ੍ਹਾਈ ਦੇ ਵਿੱਚ ਸਿਰਫ ਇਹੀ ਪੜ੍ਹਿਆ ਕਿ ਇਹ ਇੱਕ ਜਵਾਲਾਮੁਖੀ ਹੈ, ਪਰ ਫਿਰ ਕੁਝ ਕਾਰਨ ਪਾਏ ਗਏ ਜੋ ਇਸ ਤਰ੍ਹਾਂ ਕਹਿੰਦੇ ਅਤੇ ਦੱਸਦੇ ਹਨ। ਜੋ ਮਨੁੱਖੀ ਪ੍ਰਾਣੀਆਂ ਦੀਆਂ ਆਵਾਜ਼ਾਂ ਬਹੁਤ ਮੀਲਾਂ ਦੀ ਦੂਰੀ ਤੋਂ। ਮੇਰੇ ਪਿਆਰੇ ਅਜ਼ੀਜ਼ ਭੈਣ ਅਤੇ ਭਰਾਵੋ, ਜੇਕਰ ਇਹ ਕਥਨ ਸਹੀ ਨਾ ਹੁੰਦਾ ਤਾਂ ਕਦੇ ਵੀ ਇਹਦੀ ਛਪਾਈ ਨਾ ਹੁੰਦੀ। ਹੁਣ ਬਾਈਬਲ ਨੂੰ ਲੈ ਲਓ ਅਤੇ ਫਿਰ ਤੁਲਨਾ ਦੇ ਵਿੱਚ ਇਸ ਦੀ ਬਰਾਬਰੀ ਦੇ ਅਨੁਸਾਰ ਇੱਥੇ ਰੁਕ ਜਾਓ।
ਇਸ ਖੋਜ ਵਿੱਚ ਵਿਗਿਆਨਿਕ ਤੱਥਾਂ ਦੀ ਪਹਿਲ ਨਹੀਂ, ਬਲਕਿ ਪਹਿਲਾਂ ਤੋਂ ਹੀ ਪਰਮੇਸ਼ਵਰ ਦਾ ਵਚਨ ਬਾਈਬਲ ਇਸ ਨੂੰ ਬਿਆਨ ਕਰਦਾ ਹੈ। ਪਰਮੇਸ਼ਵਰ ਨੇ ਪਹਿਲਾਂ ਹੀ ਦੱਸ ਦਿੱਤਾ ਅਤੇ ਵਿਗਿਆਨਿਕ ਤੱਥਾਂ ਨੇ ਇਸ ਨੂੰ ਸਾਬਿਤ ਕੀਤਾ ਹੈ। ਅਜ਼ੀਜ਼ ਭੈਣੋ ਤੇ ਭਰਾਵੋ, ਕੀ ਸੋਚਦੇ ਹੋ ਕਿ ਇਹ ਸਿਰਫ ਇੱਕ ਖੋਜ ਹੈ? ਤੁਸੀਂ ਇਹ ਸੋਚਦੇ ਹੋ ਕਿ ਮੇਰੀ ਜਾਣਕਾਰੀ ਸਿਰਫ ਤੁਹਾਨੂੰ ਥੋੜੇ ਸਮੇਂ ਦੀ ਸ਼ਾਂਤੀ ਦੇਣ ਲਈ ਹੈ, ਤੁਹਾਡੇ ਨਾਲ ਕੋਈ ਵਾਸਤਾ ਨਹੀਂ? ਮੇਰੇ ਦੋਸਤੋ, ਤੁਹਾਡੀ ਜ਼ਿੰਦਗੀ ਲਈ ਇੱਕ ਮਹੱਤਵਪੂਰਨ ਗੱਲ ਕੌਣ ਜਾਣਦਾ ਹੈ ਕਿ ਉਹ ਮੰਜ਼ਿਲ ਤੁਹਾਡੀ ਹੋਵੇ। ਅਤੇ ਜੇਕਰ ਤੁਸੀਂ ਤੌਬਾ ਕਰਕੇ ਯਿਸੂ ਨੂੰ ਪ੍ਰਾਪਤ ਨਹੀਂ ਕਰਦੇ, ਦੋਸਤੋ ਮਿਹਰਬਾਨੀ ਕਰਕੇ ਧਿਆਨ ਦਿਓ। ਮਰਕਸ 9:46 ਕਹਿੰਦਾ ਹੈ, ਯਿਸੂ ਨੇ ਕਿਹਾ, ਇੱਕ ਕੀੜਾ ਮਰਦਾ ਨਹੀਂ ਅਤੇ ਅੱਗ ਬੁਝਦੀ ਨਹੀਂ। ਕੀ ਪੁਰਾਣਾ ਨਿਯਮ ਕਿਸੇ ਕੀੜੇ ਬਾਰੇ ਦੱਸਦਾ ਹੈ ਕਿਤੇ ਵੀ, ਜਾਂ ਸਿਰਫ ਨਵਾਂ ਨਿਯਮ ਦੱਸਦਾ ਹੈ? ਆਓ ਦੇਖੀਏ। ਯਸ਼ਾਇਆ 66 ਦੇ ਉਸਦੇ 22 ਤੋਂ 24 ਵਚਨ ਤੱਕ ਇੱਕ ਮਹੱਤਵਪੂਰਨ ਗੱਲ ਲਿਖੀ ਗਈ। ਜਿਵੇਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਯਹੋਵਾ ਦਾ ਵਾਕ ਹੈ, ਤਿਵੇਂ ਤੁਹਾਡੀ ਅੰਸ਼ ਅਤੇ ਤੁਹਾਡਾ ਨਾਮ ਕਾਇਮ ਰਹਿਣਗੇ। ਇਉਂ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੱਕ ਅਤੇ ਸਬਤ ਤੋਂ ਸਬਤ ਤੱਕ ਸਾਰੇ ਬਸਰ ਆਉਣਗੇ ਭਾਈ ਮੇਰੇ ਸਨਮੁਖ ਮੱਥਾ ਟੇਕਣ, ਯਹੋਵਾ ਆਖਦਾ ਹੈ। ਉਹ ਬਾਹਰ ਜਾ ਕੇ ਉਹਨਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ ਜੋ ਮੇਰੇ ਅਪਰਾਧੀ ਹੋਏ, ਕਿਉਂ ਜੋ ਉਹਨਾਂ ਦਾ ਕੀੜਾ ਨਾ ਮਰੇਗਾ ਅਤੇ ਨਾ ਉਹਨਾਂ ਦੀ ਅੱਗ ਬੁਝੇਗੀ ਅਤੇ ਉਹ ਸਾਰੇ ਬਸਰਾਂ ਲਈ ਸੂਗ ਹੋਣਗੇ। ਕੀ ਤੁਸੀਂ ਧਿਆਨ ਦਿੱਤਾ? ਤੁਸੀਂ ਨਵੇਂ ਨਿਯਮ ਵਿੱਚ ਦੇਖਿਆ, ਪੁਰਾਣੇ ਨਿਯਮ ਵਿੱਚ ਦੇਖਿਆ, ਅਖੀਰਲਾ ਅਧਿਆਏ ਯਸ਼ਾਇਆ ਦੀ ਕਿਤਾਬ ਦਾ ਇਹ ਕਹਿੰਦਾ ਹੈ, ਕੀੜਾ ਮਰਦਾ ਨਹੀਂ ਅਤੇ ਉਹਦੀ ਅੱਗ ਬੁਝਦੀ ਨਹੀਂ। ਮਰਕੁਸ ਦੀ ਕਿਤਾਬ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਜੋ ਉਹਨਾਂ ਦਾ ਕੀੜਾ ਮਰਦਾ ਨਹੀਂ ਅਤੇ ਉਹਨਾਂ ਦੀ ਅੱਗ ਬੁਝਦੀ ਨਹੀਂ। ਹੁਣ ਜੋ ਪੁਰਾਣੇ ਨਿਯਮ ਦੇ ਵਿੱਚ ਹੈ, ਇਸ ਥਾਂ ਤੇ ਯਿਸੂ ਮਸੀਹ ਲੈ ਰਿਹਾ ਹੈ ਤੇ ਸਾਨੂੰ ਦੱਸਦਾ ਹੈ। ਕਿੰਨੀ ਸੱਚੀ ਅਤੇ ਅਸਲੀ ਸਿੱਖਿਆ ਹੈ ਪਰਮੇਸ਼ਵਰ ਦੇ ਵਚਨ ਦੀ। ਅਤੇ ਮੈਂ ਤੁਹਾਨੂੰ ਵਿਗਿਆਨਿਕ ਤੱਥਾਂ ਦੀ ਫੋਟੋ ਦੇਣ ਜਾ ਰਿਹਾ ਹਾਂ। ਮੈਨੂੰ ਸੁਣੋ, ਵਿਗਿਆਨ ਨੇ ਥੋੜੇ ਸਮੇਂ ਤੋਂ ਹੀ ਗਹਿਰਾਈ ਤਲ ਨੂੰ ਦੇਖਿਆ ਹੈ ਜਿੱਥੇ ਅੱਗ ਨਿਕਲ ਰਹੀ ਸੀ। ਉਹ ਇਸ ਤਰ੍ਹਾਂ ਹੈ, ਪਾਣੀ ਦੇ ਹੇਠਾਂ ਇੱਕ ਜਵਾਲਾਮੁਖੀ। ਕੀ ਤੁਸੀਂ ਜਾਣਦੇ ਹੋ ਹੇਠਾਂ ਦੱਬੇ ਹੋਏ ਭਾਗ ਦੇ ਆਲੇ ਦੁਆਲੇ ਉਹਨਾਂ ਨੇ ਕੀ ਦੇਖਿਆ? 8 ਫੁੱਟ ਦੀ ਲੰਬਾਈ ਦਾ ਕੀੜਾ ਸੰਸਾਰ ਵਿੱਚ ਕਿਤੇ ਨਹੀਂ ਪਾਇਆ ਗਿਆ। ਯੋਸਫ ਵੈਲਸ ਦੀ ਗਹਿਰਾਈ ਵਾਲੀ ਕਿਤਾਬ ਪੰਨਾ ਨੰਬਰ 39, ਜਿਹਦੇ ਵਿੱਚ ਅਸੀਂ ਪੜ੍ਹਦੇ ਹਾਂ, ਅਕਸਰ ਯਾਤਰੀ ਲਾਠੀ ਨੇ ਡੂੰਘਾਈ ਇਸ ਗੱਲ ਦੀ ਖੋਜ ਕੀਤੀ। ਉਹ ਹਨ ਰਿਫਟੀਆ, ਉਹ ਦੈਂਤ ਕੀੜੇ ਜਿਨ੍ਹਾਂ ਦੀ ਲੰਬਾਈ ਲਗਭਗ 8 ਫੁੱਟ ਹੈ, ਔਰ ਇਹ ਕੀੜੇ ਸਿਰਫ ਉਹਨਾਂ ਗਹਿਰਾਈਆਂ ਦੇ ਨੇੜੇ ਹੀ ਪਾਏ ਗਏ। ਇਹ ਕੀੜੇ ਉੱਥੇ ਰਹਿ ਸਕਦੇ ਹਨ, ਉੱਥੇ ਜਿੱਥੇ ਕਿਤੇ ਸੂਰਜ ਦੀ ਕੋਈ ਵੀ ਰੋਸ਼ਨੀ ਨਹੀਂ, ਪਰ ਉਹ ਰਹਿੰਦੇ ਹਨ। ਉੱਥੇ ਹਾਈਡਰੋਜਨ ਸਲਫਾਈਡ ਹੈ ਅਤੇ ਉਹ ਇਸ ਵਿੱਚ ਜਿਉਂਦੇ ਹਨ ਅਤੇ ਜੀਵਨ ਦਾ ਤਰੀਕਾ ਇੱਥੇ ਚੱਲਦਾ ਰਹਿੰਦਾ ਹੈ ਅਤੇ ਉਹ ਜਿਉਂਦੇ ਰਹਿੰਦੇ ਹਨ ਇਸ ਕਾਰਨ ਕਿਉਂਕਿ ਉਹਨਾਂ ਦੇ ਆਲੇ ਦੁਆਲੇ ਕੈਮੀਕਲ ਦਾ ਭੰਡਾਰ ਹੈ, ਹਾਈਡਰੋਜਨ ਸਲਫਾਈਡ। ਹੁਣ ਫੇਰ ਉੱਥੇ ਖਣਿਜ ਕਿਸ ਤਰ੍ਹਾਂ ਆਇਆ? ਮੈਂ ਦਵਾਈਆਂ ਦਾ ਵਿਸ਼ੇਸ਼ ਯੱਗ ਹਾਂ, ਦਵਾਈਆਂ ਦਾ ਗਿਆਨ ਪਾਇਆ ਅਤੇ ਇਸ ਦੌਰਾਨ ਮੈਂ PhD ਕੀਤੀ ਅਤੇ ਤੁਸੀਂ ਜਾਣਦੇ ਹੋ ਮੇਰਾ ਦਿਲ ਉਸ ਸਲਫਾਈਡ ਦੇ ਵੱਲ ਜਾਂਦਾ ਹੈ। ਖਣਿਜ ਪਦਾਰਥ ਉੱਥੇ ਮੌਜੂਦ ਹਨ। ਤੁਸੀਂ ਇਹਨਾਂ ਗਹਿਰਾਈ ਦੇ ਸਥਾਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਾਉਂਦੇ ਹੋ? ਇਹਦਾ ਮਤਲਬ ਇਹ ਹੈ ਕਿ ਸਲਫਰ ਉਸ ਧਰਤੀ ਦੇ ਵਿਚਕਾਰ ਮੌਜੂਦ ਹੈ ਅਤੇ ਇੱਕ ਸੰਸਾਰ ਜੋ ਉੱਥੇ ਪਾਇਆ ਗਿਆ, ਉਹ ਉਸ ਹਾਲਾਤ ਵਿੱਚ ਵੀ ਬੜੀ ਖੁਸ਼ੀ ਅਤੇ ਆਨੰਦ ਦੇ ਨਾਲ ਰਹਿੰਦੇ ਹਨ। ਤੁਸੀਂ ਪਾਇਆ ਕਿ ਅੱਗ ਦਿਖਾਈ ਦੇ ਰਹੀ ਹੈ। ਵਿਗਿਆਨਾਂ ਨੇ ਇਹ ਗੱਲ ਕਹੀ, ਅੱਗ ਦਿਖਾਈ ਦੇ ਰਹੀ ਹੈ। ਗਹਿਰਾਈ ਦੇ ਬਿਸਤਰ ਉੱਤੇ ਉਹ ਅੱਗ ਕਿੱਥੋਂ ਆਈ? ਅੱਗ ਕਿਵੇਂ ਆ ਸਕਦੀ ਹੈ? ਜਿੰਨਾ ਚਿਰ ਪਹਿਲਾਂ ਅੱਗ ਨਾ ਹੋਵੇ, ਅੱਗ ਕਿਵੇਂ ਨਿਕਲ ਸਕਦੀ ਹੈ? ਜਿੱਥੇ ਗਹਿਰਾਈ ਦਾ ਬਹੁਤ ਸਾਰਾ ਪਾਣੀ ਹੈ ਪਰ ਫਿਰ ਵੀ ਅੱਗ ਨਿਕਲ ਰਹੀ ਹੈ। ਅੱਗ ਨਿਕਲ ਰਹੀ ਹੈ। ਤੁਸੀਂ ਉਸ ਅੱਗ ਦੇ ਵਿੱਚ ਦੇਖੋਗੇ ਇੱਕ ਕੀੜਾ ਉੱਥੇ ਹੈ। ਕੀ ਉਹ ਰਹਿ ਸਕਦੇ ਹਨ? ਹਾਂ ਮੇਰੇ ਦੋਸਤੋ, ਇਹ ਕੀੜੇ ਉੱਥੇ ਜਿਉਂਦੇ ਰਹਿ ਸਕਦੇ ਹਨ। ਇਹ ਵਿਗਿਆਨੀ ਤੱਥਾਂ ਦਾ ਸਬੂਤ ਹੈ। ਇਹ ਰਸਾਲਾ ਫਿਨਲੈਂਡ ਦੇ ਆਦਰਯੋਗ ਰਸਾਲੇ ਦੇ ਵਿੱਚ ਅਮੀਨ ਸਾਸਤੀਆ ਦੇ ਵਿੱਚ ਦਿਖਾਈ ਦਿੱਤਾ। ਜਦੋਂ ਮੈਂ ਦੇਖਿਆ ਕਿ ਅਮੀਨ ਸਾਸਤੀਆ ਦਾ ਇਹ ਰਸਾਲਾ ਛਾਪਿਆ ਨਹੀਂ ਗਿਆ, ਇਨਸਾਨ ਸੀ ਜਿਹਦਾ ਨਾਮ ਵਿਗਿਆਨੀ ਆਸਾਕਾਓ ਸੀ। ਉਹ ਇੱਕ ਨਾਸਤਿਕਵਾਦੀ ਸੀ। ਉਹ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕਰਦਾ ਸੀ। ਸਗੋਂ ਅੱਜ ਵੀ ਤੁਸੀਂ ਪਾਓਗੇ ਸਾਈਬੇਰੀਆ ਦੇ ਵਿੱਚ ਇੱਕ ਸਥਾਨ ਜਿੱਥੇ ਐਜ਼ੀਕੋ ਅਤੇ ਉਸਦੇ ਸਾਥੀ ਭੌਤਿਕ ਗਿਆਨ ਦੇ ਲੋਕ ਉਸ ਨੂੰ ਖੋਦਣਾ ਚਾਹੁੰਦੇ ਹਨ। ਇੱਕ ਉਸ ਖਾਸ ਸਥਾਨ ਨੂੰ ਤੇਲ ਦੇ ਵਾਸਤੇ ਉਹ ਜਾਂਦੇ ਹਨ, ਹੇਠਾਂ 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 ਪੁੱਟਦੇ ਹਨ, ਪੁੱਟਦੇ ਹਨ, ਪੁੱਟਦੇ ਹਨ। ਉਹ ਇੱਕ ਸਮੇਂ ਨੂੰ ਇਸ ਤਰ੍ਹਾਂ ਗਿਣਦੇ ਹਨ,
ਉਹ ਆਪਣੀ ਡਰਿਲ ਦੀ ਸ਼ਾਫਟ ਦੀ ਗਤੀ ਨੂੰ ਇਸ ਹਿਸਾਬ ਨਾਲ ਚਲਾਉਂਦੇ ਸਨ, ਬਿਨਾਂ ਕਿਸੇ ਦਬਾਅ ਤੋਂ। ਇਹਦਾ ਮਤਲਬ ਹੈ ਕਿ ਉੱਥੇ ਖਾਲੀ ਥਾਂ ਹੈ। ਜਦੋਂ ਉਹ ਦੇਖਣਾ ਚਾਹੁੰਦੇ ਸੀ ਕਿ ਸੱਚਮੁੱਚ ਉੱਥੇ ਕੀ ਹੈ, ਇਹ ਉਹਨਾਂ ਨਾਸਟਿਕਵਾਦੀਆਂ ਦੇ ਲਈ ਵੱਡਾ ਅਚੰਭਾ ਸੀ। ਇੱਕ ਨਾਸਟਿਕਵਾਦੀ ਹੋਣ ਦੇ ਨਾਤੇ ਮੈਂ ਸਵਰਗ ਅਤੇ ਬਾਈਬਲ ਵਿੱਚ ਵਿਸ਼ਵਾਸ ਨਹੀਂ ਕਰਦਾ। ਮੈਂ ਹੁਣ ਵਿਗਿਆਨੀ ਹੋਣ ਦੇ ਨਾਤੇ ਵਿਸ਼ਵਾਸ ਕਰਦਾ ਹਾਂ ਨਰਕ ਵਿੱਚ। ਉਹਨਾਂ ਨੇ ਸ਼ੁਰੂ ਕੀਤਾ ਸੁਣਨਾ, ਦੁੱਖ, ਚੀਕਾਂ, ਸਾਰਾ ਰੋਣਾ ਅਤੇ ਪਰੇਸ਼ਾਨੀਆਂ। ਤੁਸੀਂ ਇੱਕ ਦੁਖੀ ਇਨਸਾਨ ਦੀਆਂ ਚੀਕਾਂ ਸੁਣਦੇ ਹੋ? ਉਸ ਖੱਡ ਦੇ ਵਿੱਚੋਂ ਦੀ ਰੋਣਾ, ਚੀਕਾਂ ਦੀਆਂ ਆਵਾਜ਼ਾਂ ਸੁਣੀਆਂ, ਉਹਨਾਂ ਨੂੰ ਝਟਕਾ ਲੱਗਿਆ। ਉਸਨੇ ਕਿਹਾ, ਵਿਗਿਆਨੀ ਹੋਣ ਦੇ ਨਾਤੇ ਮੈਂ ਬਾਈਬਲ ਅਤੇ ਸਵਰਗ ਵਿੱਚ ਵਿਸ਼ਵਾਸ ਨਹੀਂ ਕਰਦਾ, ਪਰ ਨਰਕ ਵਿੱਚ ਕਰਦਾ ਹਾਂ। ਉਹਨਾਂ ਨੇ ਆਖਿਆ, ਅਸੀਂ ਇਹ ਖੋਜ ਕਰਨ ਤੋਂ ਬਾਅਦ ਹਿੱਲ ਗਏ। ਅਸੀਂ ਜਾਣਦੇ ਹਾਂ ਕਿ ਅਸੀਂ ਕੀ ਦੇਖਿਆ ਅਤੇ ਕੀ ਸੁਣਿਆ। ਅਸੀਂ ਸੱਚਮੁੱਚ ਜਾਣ ਗਏ ਕਿ ਅਸੀਂ ਨਰਕ ਦੇ ਉਹਨਾਂ ਦਰਵਾਜ਼ਿਆਂ ਦੇ ਵਿੱਚੋਂ ਦੀ ਮੁੱਗ ਕੀਤਾ। ਨਰਕ ਦੇ ਦਰਵਾਜ਼ੇ। ਵਿਗਿਆਨੀ ਐਸਿਕੋ ਨੇ ਫਿਰ ਕਿਹਾ। ਉਹ ਖੋਦਣ ਵਾਲੀ ਮਸ਼ੀਨ ਅੰਨ੍ਹੇਵਾਹ ਘੁੰਮਣ ਲੱਗੀ, ਇਹ ਇਸ਼ਾਰਾ ਕਰਦੇ ਹੋਏ ਕਿ ਅਸੀਂ ਉਸ ਖਾਲੀ ਸਥਾਨ ਵਿੱਚ ਪਹੁੰਚ ਗਏ ਹਾਂ। ਉਸ ਦਾ ਤਾਪਮਾਨ ਖਤਰਨਾਕ ਤਰੀਕੇ ਦੇ ਨਾਲ ਵਧਣਾ ਸ਼ੁਰੂ ਹੋਇਆ, ਲਗਭਗ 2000 ਡਿਗਰੀ ਫਾਰਨਹੀਟ, ਤਕਰੀਬਨ, ਜੋ ਕਿ 1100 ਡਿਗਰੀ ਸੈਂਟੀਗ੍ਰੇਡ ਦੇ ਬਰਾਬਰ ਹੈ। ਜ਼ਮੀਨ 'ਚ ਮਾਈਕ੍ਰੋਫੋਨ ਛੱਡਿਆ ਗਿਆ ਉਸ ਪਲੇਟਾਂ ਦੀ ਉਹਨਾਂ ਗਤੀ ਨੂੰ ਜਾਂਚਣ ਦੇ ਵਾਸਤੇ। ਪਲੇਟਾਂ ਦੀ ਆਵਾਜ਼ ਦੀ ਬਜਾਏ ਅਸੀਂ ਇਨਸਾਨਾਂ ਦੀ ਆਵਾਜ਼ ਨੂੰ ਸੁਣਿਆ ਜੋ ਕਿ ਚੀਕਾਂ ਮਾਰ ਰਹੇ ਸੀ। ਪਹਿਲਾਂ ਤਾਂ ਅਸੀਂ ਸੋਚਿਆ ਕਿ ਇਹ ਆਵਾਜ਼ ਪਲੇਟਾਂ ਦੀ ਹੈ, ਪਰ ਜਦੋਂ ਅਸੀਂ ਨਿਰਧਾਰਿਤ ਕੀਤਾ ਤਾਂ ਸਾਡਾ ਲਮਕਵਾਂ ਸ਼ੱਕ ਯਕੀਨ 'ਚ ਬਦਲ ਗਿਆ। ਉਹ ਚੀਕਾਂ ਕਿਸੇ ਇੱਕ ਇਨਸਾਨ ਦੀਆਂ ਨਹੀਂ ਸਨ, ਉਹ ਚੀਕਾਂ ਲੱਖਾਂ ਹੀ ਲੋਕਾਂ ਦੀਆਂ ਸਨ। ਅਸੀਂ ਉਹਨਾਂ ਲੋਕਾਂ ਦੀਆਂ ਆਵਾਜ਼ਾਂ ਨੂੰ ਸੁਣਨ ਜਾ ਰਹੇ ਹਾਂ ਜੋ ਨਰਕ ਵਿੱਚ ਚੀਕਾਂ ਮਾਰਦੇ ਹਨ। Now, I've got a clean copy of it now, and I warn you, this could scare you. Here's the email. Dear Art Bell, I just recently began listening to your radio show and could not believe it when you talked about the sounds from hell tonight. My uncle had told me this story a couple of years ago, and I didn't believe him. Like one of your listeners who discounted the story rather than newspaper fabricated account. The story about the digging of the hole and the hearing of the sounds from hell is very real. It did occur in Siberia. My uncle collected videos and audio tapes and so forth on the paranormal, supernatural. He passed away fairly recently, but he would have loved your show. Let me listen to one of the audio tapes that he had on the sounds from hell in Siberia, and I copied it. He received his copy from a friend who worked at the BBC. It took me a while to find it tonight, but I was very hesitant to send you this, as the sound bothers me to listen to. I'd suggest that if you do play it on the program, warn listeners in advance so they may have the option of turning the radio off for 30 seconds while it plays. It has always haunted me. To those who discounted the Siberia sounds from hell story, it is true, and I, for one, wish it wasn't. Rick, listening from Chicago. And so I submit now the cleaned, a better copy to you, and I warn you, what you are about to hear is very disturbing indeed. ਆਮੋਸ 9 ਦੀ 2 ਇਸ ਤਰ੍ਹਾਂ ਦੱਸਦੀ ਹੈ, ਭਾਵੇਂ ਉਹ ਪਾਤਾਲ ਵਿੱਚ ਟੋਆ ਪੁੱਟਣ, ਉੱਥੋਂ ਮੇਰਾ ਹੱਥ ਉਹਨਾਂ ਨੂੰ ਖਿੱਚੇਗਾ। ਭਾਵੇਂ ਉਹ ਆਕਾਸ਼ ਤੱਕ ਚੜ੍ਹਨ, ਉੱਥੋਂ ਮੈਂ ਉਹਨਾਂ ਨੂੰ ਲਾਵਾਂਗਾ। ਉਹ ਪਾਤਾਲ ਨੂੰ ਪੁੱਟਣ ਅਤੇ ਆਵਾਜ਼ਾਂ ਸੁਣੀਆਂ ਗਈਆਂ। ਮੇਰੇ ਅਜ਼ੀਜ਼ੋ, ਇਹ ਉਹ ਅਸਲੀਅਤ ਹੈ ਜਿਹਦੇ ਸਬੂਤਾਂ ਦੀ ਕੋਈ ਜ਼ਰੂਰਤ ਨਹੀਂ, ਜੋ ਸਾਨੂੰ ਇਸ ਤਰ੍ਹਾਂ ਦੱਸੇ। ਸਾਨੂੰ ਇਹਨਾਂ ਸਬੂਤਾਂ ਦੀ ਕੋਈ ਜ਼ਰੂਰਤ ਨਹੀਂ ਇਹ ਦੱਸਣ ਲਈ ਕਿ ਨਰਕ ਹੈ। ਹੋ ਸਕਦਾ ਤੁਸੀਂ ਇਹਦਾ ਵਿਸ਼ਵਾਸ ਕਰੋ ਜਾਂ ਭਾਵੇਂ ਨਾ ਕਰੋ,
ਜਦੋਂ ਅਸੀਂ ਇਹਨਾਂ ਵਿਗਿਆਨੀ ਤੱਥਾਂ ਦੇ ਆਧਾਰ ਤੇ ਸੋਚਦੇ ਹਾਂ ਤਾਂ ਲੋਕਾਂ ਦੀਆਂ ਵੱਖਰੀਆਂ ਕਲਪਨਾਵਾਂ ਹਨ। ਇਹਨਾਂ ਗੱਲਾਂ ਦਾ ਵਿਸ਼ਵਾਸ ਕਿਵੇਂ ਕਰੀਏ? ਵਿਸ਼ਵਾਸ ਕਰੀਏ ਭਾਵੇਂ ਨਾ ਕਰੀਏ ਭੈਣੋ ਭਰਾਵੋ, ਪਰ ਬਾਈਬਲ ਬਹੁਤ ਸਾਫ਼ ਹੈ। ਬਾਈਬਲ ਨਰਕ ਦੇ ਬਾਰੇ ਦੱਸਦੀ ਹੈ, ਇਸ ਲਈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਨਰਕ ਹੈ। ਪਰਮੇਸ਼ਰ ਦਾ ਵਚਨ ਸੱਚਾਈ ਹੈ ਕਿ ਯਿਸੂ ਸੱਚ ਹੈ। ਸਾਨੂੰ ਅਗਲੇ ਸਬੂਤਾਂ ਦੀ ਕੋਈ ਲੋੜ ਨਹੀਂ ਕਿ ਕਾਇਲ ਕਰੀਏ ਇੱਕ ਇਨਸਾਨ ਨੂੰ, ਲੇਕਿਨ ਪ੍ਰਭੂ ਦਾ ਵਚਨ ਹੀ ਕਾਫੀ ਹੈ ਕਾਇਲ ਕਰਨ ਦੇ ਲਈ ਕਿ ਨਰਕ ਹੈ। ਜ਼ਬੂਰ 14:1 ਵਿੱਚ ਲਿਖਿਆ, ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ, ਭਾਈ ਪਰਮੇਸ਼ਰ ਹੈ ਹੀ ਨਹੀਂ, ਉਹ ਵਿਗੜ ਗਏ ਹਨ, ਉਹਨਾਂ ਨੇ ਘਿਨੌਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ। ਜੇ ਤੁਸੀਂ ਕਹੋ ਕਿ ਨਰਕ ਹੈ ਹੀ ਨਹੀਂ, ਕੋਈ ਪਰਮੇਸ਼ਰ ਨਹੀਂ, ਬਾਈਬਲ ਦੱਸਦੀ ਹੈ ਕਿ ਅਸੀਂ ਮੂਰਖ ਹਾਂ। ਮੂਰਖ ਕਹਿੰਦਾ ਹੈ ਕੋਈ ਪਰਮੇਸ਼ਰ ਨਹੀਂ। ਹੁਣ ਮੇਰਾ ਅਗਲਾ ਸਵਾਲ ਇਹ ਹੈ, ਮੈਂ ਤੁਹਾਨੂੰ ਹਾਈਡਰੋਜਨ ਸਲਫਾਈਡ ਦੇ ਬਾਰੇ ਦੱਸ ਰਿਹਾ ਸੀ। ਸਲਫਰ ਧਾਤੂ ਉੱਥੇ ਹਨ। ਹਾਂ, ਬਹੁਤ ਰੁਚੀਪੂਰਨ ਇਹ ਕਹਾਣੀ ਹੈ। ਕਿਉਂ ਤੁਸੀਂ ਸਲਫਰ ਉੱਥੇ ਪਾਉਂਦੇ ਹੋ? ਜਵਾਲਾਮੁਖੀ ਹੋ ਸਕਦਾ ਹੈ ਉਸ ਨਰਕ ਦੇ ਵਾਂਗੂ ਜਿਸ ਨੂੰ ਹਰ ਕੋਈ ਸਮਝ ਸਕਦਾ ਹੈ। ਇਹ ਜਲਾਹਟ ਆਪਣੇ ਅੰਦਰੋਂ ਬਹੁਤ ਸਾਰੇ ਫਾਲਤੂ ਧਾਤੂਆਂ ਨੂੰ ਬਾਹਰ ਕੱਢਦਾ ਹੈ, ਜਿਸ ਨੂੰ ਗੰਧਕ ਦਾ ਪਹਾੜ ਕਹਿੰਦੇ ਹਨ। ਇਹ ਮੱਚ ਉੱਠਦਾ ਹੈ ਬਚਣ ਤੋਂ ਪਹਿਲਾਂ। ਭਾਵੀ ਪੀੜ੍ਹੀ ਦੇ ਲਈ ਨਵੀਂ ਖੋਜ ਦੇ ਵਿੱਚ ਜਰਨਲ ਭੌਤਿਕਤਾ ਇਹ ਦੱਸਦੀ ਹੈ, ਕੁਦਰਤ ਮੁਰਦਿਆਂ ਦਾ ਵਿਗਿਆਨ, ਜੁਲਾਈ 20, 2002। ਇਹ ਵਿਗਿਆਨੀ ਜਵਾਲਾਮੁਖੀ ਦੀ ਉਸ ਰਾਖ ਦੇ ਵੱਲ ਦੇਖ ਰਹੇ ਸੀ। ਜਵਾਲਾਮੁਖੀ ਪੈਦਾਵਾਰ ਦੀ ਹੋਂਦ ਤੁਸੀਂ ਦੇਖਦੇ ਹੋ, ਸਲਫਰ ਦੀ ਫਾਲਤੂ ਝੱਗ, ਉਹ ਹੈ ਗੰਧਕ ਦਾ ਪਹਾੜ। ਜਵਾਲਾਮੁਖੀ ਬਹਿ ਨਿਕਲਦਾ ਹੈ, ਧਰਤੀ ਬਹਿੰਦੀ ਹੈ, ਸਲਫਰ ਉੱਥੇ ਹੈ। ਇਹਦਾ ਮਤਲਬ ਮੇਰੀ ਸਮਝ ਦੇ ਅਨੁਸਾਰ ਮੈਂ ਸੋਚਦਾ ਹਾਂ ਜ਼ਮੀਨ ਦੇ ਹੇਠਾਂ ਸਲਫਰ ਜ਼ਰੂਰ ਹੋਵੇਗਾ, ਭਾਰੀ ਮਾਤਰਾ ਦਾ ਸਲਫਰ। ਸਲਫਰ ਧਾਤੂ ਦਾ ਅਸਲ 'ਚ ਰੰਗ ਪੀਲੇ ਰੰਗ ਦਾ ਹੁੰਦਾ ਹੈ। ਉਸ ਥਾਂ ਤੇ ਜਵਾਲਾਮੁਖੀ ਦੇ ਕੋਲ ਤੁਸੀਂ ਦੇਖੋਗੇ ਪੀਲੇ ਰੰਗ ਦੀ ਸੁਆਹ, ਪੀਲੇ ਰੰਗ ਦਾ ਧਾਤੂ। ਹੁਣ ਗੰਧਕ ਦਾ ਪਹਾੜ, ਇਹ ਸਲਫਰ ਕਿੱਥੇ ਹੈ? ਇੱਕ ਵਾਰ ਫਿਰ ਬਾਈਬਲ 'ਚ ਜਾਈਏ। ਜੇਕਰ ਸਲਫਰ ਮਾਤਰਾ ਜ਼ਮੀਨ ਦੇ ਵਿੱਚ ਹੇਠਾਂ ਹੈ, ਬਾਈਬਲ ਕੀ ਕਹਿੰਦੀ ਹੈ? ਆਓ ਦੇਖੀਏ। ਪ੍ਰਕਾਸ਼ ਦੀ ਪੋਥੀ 14:10 ਕਹਿੰਦਾ ਹੈ, ਉਹ ਦੁੱਖ ਪਾਵੇਗਾ ਅੱਗ ਅਤੇ ਗੰਧਕ ਦੇ ਦੁਆਰਾ। ਅਤੇ ਅਯੂਬ 18 ਬਿਆਨ ਕਰਦਾ ਹੈ, ਇੱਕ ਉਹ ਸਥਾਨ ਜੋ ਪਰਮੇਸ਼ਰ ਨੂੰ ਨਹੀਂ ਜਾਣਦਾ। ਕੀ ਵਚਨ? 15 ਵਚਨ, ਅਤੇ ਉਹਦੇ ਵਸੇਵੇ ਦੇ ਉੱਤੇ ਗੰਧਕ ਸੁੱਟੀ ਜਾਵੇਗੀ। ਤੁਸੀਂ ਜਾਣਦੇ ਹੋ ਕਿ ਗੰਧਕ ਕੀ ਹੈ? ਕੁਛ ਨਹੀਂ, ਸਿਰਫ ਸਲਫਰ। ਕੀ ਤੁਸੀਂ ਜਾਣਦੇ ਹੋ ਕਿ ਗੰਧਕ ਸਲਫਰ ਜ਼ਮੀਨ 'ਚ ਕਿੱਥੇ ਪਾਇਆ ਜਾਂਦਾ ਹੈ? ਆਪਣੇ ਲਈ ਬਾਈਬਲ ਦੇ ਵਿੱਚ ਪ੍ਰਕਾਸ਼ ਦੀ ਪੋਥੀ 21:8 ਦੇ ਵਿੱਚ ਦੇਖੀਏ, ਅੱਗ ਅਤੇ ਗੰਧਕ ਅਤੇ ਜਵਾਲਾਮੁਖੀ ਨੂੰ ਦੇਖੋਗੇ ਕਿ ਸਲਫਰ ਗੈਸਾਂ, ਸਲਫਰ ਆਕਸਾਈਡ, ਸਲਫਰ ਟ੍ਰਾਈਆਕਸਾਈਡ, ਕੁਝ ਹੋਰ ਜ਼ਹਿਰੀਲੀਆਂ ਗੈਸਾਂ ਅਤੇ ਸਲਫਰ ਦੀ ਸੁਆਹ ਵੀ, ਪੰਗਲਿਆ ਹੋਇਆ ਸਲਫਰ, ਇਹ ਧਰਤੀ 'ਚੋਂ ਨਿਕਲਦਾ ਹੈ। ਤੁਸੀਂ ਦੇਖੋ ਜ਼ਮੀਨੀ ਖੱਡ 'ਚੋਂ ਜਵਾਲਾਮੁਖੀ ਇਹ ਕੱਢ ਸਕਦਾ ਹੈ। ਤੁਸੀਂ ਦੇਖੋ ਇੱਥੇ ਦੋਵੇਂ ਬਰਾਬਰ ਹਨ। ਇੱਥੇ ਪ੍ਰਕਾਸ਼ ਦੀ ਪੋਥੀ 21:8 ਵਚਨ ਕੀ ਕਹਿੰਦਾ ਹੈ? ਇਸ ਵਿੱਚ ਕੌਣ ਜਾਵੇਗਾ? ਬੇਪਰਤੀਤੇ, ਘਿਨੌਣੇ, ਡਰਾਕਲ, ਹਰਾਮਕਾਰ, ਜਾਦੂਗਰ, ਮੂਰਤੀ ਪੂਜਕ, ਝੂਠੇ, ਉਹਨਾਂ ਦਾ ਭਾਗ ਉੱਥੇ ਹੋਵੇਗਾ। ਬਾਈਬਲ ਸਾਨੂੰ ਦਿੰਦੀ ਹੈ ਇਸ ਬਾਰੇ ਵੱਡੀ ਤਸਵੀਰ, ਅਤੇ ਜੋ ਮਾਤਰਾ ਉਸ ਵਿੱਚੋਂ ਨਿਕਲੀ ਅਤੇ ਉਹ ਪ੍ਰਦੂਸ਼ਣ ਜੋ ਉਸ ਵਿੱਚੋਂ ਨਿਕਲਿਆ। ਬਹਿੰਦਾ ਹੋਇਆ ਜਵਾਲਾਮੁਖੀ ਆਪਣੇ ਵਿੱਚੋਂ ਉਸ ਗੰਦੇ ਪ੍ਰਦੂਸ਼ਣ ਨੂੰ ਦਿਨ ਭਰ ਵਿੱਚ 20 ਟਨ ਤੋਂ ਵੀ ਜ਼ਿਆਦਾ ਉਗਲਛ ਸਕਦਾ ਹੈ ਆਪਣੀ ਗਤੀ ਦੇ ਹਿਸਾਬ ਨਾਲ, ਜਿਸ ਵਿੱਚ ਭਾਰੀ ਮਾਤਰਾ ਦਾ ਪਿਘਲਿਆ ਹੋਇਆ ਉਹ ਪਹਾੜ। ਉਦਾਹਰਣ ਵਜੋਂ ਇੱਕ ਵੱਡਾ ਧਮਾਕਾ ਹੁੰਦਾ ਹੈ। ਪਹਾੜ ਫਿਨੈਟੀਬੋ 15 ਜੂਨ 1991 ਦੇ ਅਨੁਸਾਰ, ਜੋ ਆਪਣੇ ਵਿੱਚੋਂ ਲਗਭਗ 3 ਤੋਂ 5 ਕਿਊਬਿਕ ਤੱਕ ਪਿਘਲਿਆ ਹੋਇਆ ਪਹਾੜ ਕੱਢਦਾ ਹੈ, ਉਹਦੇ ਵਿੱਚ 20 ਲੱਖ ਮਿਲੀਅਨ ਟਨ ਛੱਡਿਆ ਗਿਆ ਸਲਫਰ ਡਾਈਆਕਸਾਈਡ ਉਸ ਹਵਾਵਾਂ ਦੇ ਵਿੱਚ। ਜਵਾਲਾਮੁਖੀ ਦੇ ਵਿੱਚੋਂ ਬਹੁਤ ਸਾਰੀਆਂ ਗੰਦੀਆਂ ਅਤੇ ਜ਼ਹਿਰੀਲੀਆਂ ਗੈਸਾਂ ਬਾਹਰ ਨਿਕਲਦੀਆਂ ਹਨ। ਇਹ ਪ੍ਰਕਾਸ਼ ਦੀ ਪੋਥੀ 21:8 ਵਚਨ ਦੇ ਬਰਾਬਰ ਹਨ। ਗੰਧਕ ਦਾ ਪਹਾੜ ਬਹੁਤ ਵੱਡੀ ਅੱਗ ਦੇ ਨਾਲ ਮੱਚਦਾ ਹੈ। ਸਾਡੀ ਲੈਬੋਰੇਟਰੀ ਦੇ ਵਿੱਚ ਬੱਚੇ ਜਾਣਦੇ ਹਨ, ਕੈਮੀਕਲ ਲੈਬੋਰੇਟਰੀ ਤੁਸੀਂ ਜਾਣਦੇ ਹੋ, ਅਸੀਂ ਇੱਕ ਹੋਂਦ ਦਾ ਇਸਤੇਮਾਲ ਕਰਦੇ ਹਾਂ ਜੋ ਸਲਫਿਊਰਿਕ ਐਸਿਡ ਹੈ, ਜੋ ਬਹੁਤ ਖਤਰਨਾਕ ਐਸਿਡ ਹੈ। ਅਤੇ ਦੱਸਿਆ ਗਿਆ ਕਿ ਜੇਕਰ ਇਹ ਕਿਸੇ ਚਮੜੀ ਉੱਤੇ ਡਿੱਗਦਾ ਹੈ ਤਾਂ ਇਹ ਚਮੜੀ ਬਿਲਕੁਲ ਸੜ ਕੇ ਨਾਸ਼ ਹੋ ਜਾਵੇਗੀ। ਇਹ ਸਲਫਰ ਹੈ। ਜੇਕਰ ਇਸ ਤਰ੍ਹਾਂ ਦਾ ਸਲਫਰ ਬਹੁਤ ਹੀ ਖਤਰਨਾਕ ਹੈ, ਇਸ ਨੂੰ ਅਸੀਂ ਇੱਥੇ ਹੀ ਸੰਭਾਲ ਨਹੀਂ ਸਕਦੇ। ਕਿਵੇਂ ਇੱਕ ਆਤਮਾ ਜੋ ਕਿ ਮੱਚਦੀ ਹੋਈ ਉਸ ਗੰਧਕ ਦੇ ਵਿੱਚ ਸੁੱਟੀ ਜਾਂਦੀ ਹੈ, ਉਹ ਦੁੱਖ ਪਾਵੇਗੀ। ਇੱਕ ਉੱਚਾ ਤਾਪਮਾਨ, ਤੁਸੀਂ ਜਾਣਦੇ ਹੋ 2000 ਡਿਗਰੀ ਫਾਰਨਹਾਈਟ,
ਜੋ ਦੁੱਖ ਪਾਉਂਦੇ ਹਨ 2 4 10 ਮਹੀਨੇ ਸਾਲਾਂ ਵਾਸਤੇ ਨਹੀਂ, ਸਗੋਂ ਹਮੇਸ਼ਾ ਵਾਸਤੇ, ਲੱਖਾਂ ਲੱਖਾਂ ਸਾਲਾਂ ਦੇ ਵਾਸਤੇ। ਸਿਰਫ ਕਲਪਨਾ ਕਰੋ ਮੇਰੇ ਦੋਸਤੋ, ਇਹ ਬਹੁਤ ਹੀ ਖਤਰਨਾਕ ਸੀਨ ਹੈ, ਬਹੁਤ ਹੀ ਡਰਾਉਣਾ। ਤੁਹਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਮੇਰੇ ਪਿਆਰੇ ਭੈਣ ਭਰਾਵੋ। ਅਯੂਬ 18:11 ਦੱਸਦਾ ਹੈ, ਭੈਜਲ ਆਲਿਆਂ ਦੁਆਲਿਆਂ ਉਹਨੂੰ ਡਰਾਉਂਦੇ ਹਨ ਅਤੇ ਉਹਦੇ ਪੈਰਾਂ ਤੋਂ ਉਹਨੂੰ ਭਜਾਉਂਦੇ ਹਨ। ਉਹ ਆਪਣੇ ਤੰਬੂ ਤੋਂ ਜਿਹਦੇ ਉੱਤੇ ਉਹ ਭਰੋਸਾ ਰੱਖਦਾ ਸੀ ਪੁੱਟਿਆ ਜਾਊਗਾ ਅਤੇ ਤੂੰ ਉਹਨੂੰ ਭੈਜਲ ਦੇ ਰਾਜੇ ਕੋਲ ਅਪਣਾਵੇਂਗਾ। ਜਿਹੜਾ ਉਹਦਾ ਨਹੀਂ ਉਹ ਉਸਦੇ ਤੰਬੂ ਵਿੱਚ ਵਸੂਗਾ ਅਤੇ ਉਹਦੇ ਵਸੇਬੇ ਉੱਤੇ ਗੰਧਕ ਸੁੱਟੀ ਜਾਊਗੀ। ਉਹ ਉਸ ਨੂੰ ਚਾਨਣ ਤੋਂ ਹਨੇਰੇ ਵਿੱਚ ਧੱਕ ਦੇਣਗੇ ਅਤੇ ਜਗਤ ਤੋਂ ਭਜਾ ਦੇਣਗੇ। ਪ੍ਰਕਾਸ਼ ਦੀ ਪੋਥੀ 14:10 ਕਹਿੰਦਾ ਹੈ, ਤਾਂ ਉਹ ਪਰਮੇਸ਼ਵਰ ਦੇ ਕ੍ਰੋਧ ਦੀ ਮਹਿ ਵੀ ਪੀਵੇਗਾ ਜੋ ਉਹਦੇ ਕ੍ਰੋਧ ਦੇ ਪਿਆਲੇ ਵਿੱਚ ਨਖਾਲਸ ਭਰੀ ਹੋਈ ਹੈ, ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਕਸ਼ਟ ਪਾਵੇਗਾ। ਨਿਸੰਗ ਇਹੋ ਜਿਹੇ ਕੁਧਰਮੀਆਂ ਦੇ ਵਸੇਬੇ ਹਨ ਅਤੇ ਇਹ ਉਹਦਾ, ਪਰ ਕੋਈ ਨਹੀਂ ਕਹਿੰਦਾ ਪਰਮੇਸ਼ਵਰ ਮੇਰਾ ਕਰਤਾਰ ਕਿੱਥੇ ਹੈ, ਜਿਹੜਾ ਰਾਤ ਨੂੰ ਵਿਹਾਗ ਦਾ ਰਾਗ ਬਖਸ਼ਦਾ ਹੈ, ਜਿਹੜਾ ਸਾਨੂੰ ਧਰਤੀ ਦੇ ਡੰਗਰਾਂ ਨਾਲੋਂ ਅਤੇ ਆਕਾਸ਼ ਦੇ ਪੰਛੀਆਂ ਨਾਲੋਂ ਵਧੇਕ ਬੁੱਧੀ ਦਿੰਦਾ ਹੈ। ਅਯੂਬ ਪੁਰਾਣੀ ਕਿਤਾਬ ਹੈ ਬਾਈਬਲ ਦੀ, ਜੋ 3000 ਸਾਲ ਪਹਿਲਾਂ ਲਿਖੀ ਗਈ। ਹਲੇ ਅਯੂਬ ਜਾਣਦਾ ਸੀ ਕਿ ਜੋ ਵਿਗਿਆਨ ਕਈ ਸਾਲਾਂ ਤੱਕ ਨਹੀਂ ਜਾਣਨਗੇ ਕਿ ਧਰਤੀ ਦੇ ਵਿੱਚ ਗੰਧਕ ਹੈ। ਇਬਰਾਨੀਆਂ 9:27 ਦੇ ਵਿੱਚ ਲਿਖਿਆ ਕਿ ਇਹ ਇਨਸਾਨ ਦੇ ਲਈ ਠਹਿਰਾਇਆ ਗਿਆ ਕਿ ਉਹ ਮਰੇ ਅਤੇ ਫਿਰ ਨਿਆਂ ਹੋਵੇ। ਦੋਸਤੋ, ਬਾਈਬਲ ਉਹਨਾਂ ਲੋਕਾਂ ਦਾ ਬਿਆਨ ਕਰਦੀ ਹੈ ਜੋ ਨਰਕ ਵਿੱਚ ਜਾਂਦੇ ਹਨ। ਮੈਂ ਚਾਹੁੰਦਾ ਹਾਂ ਤੁਸੀਂ ਅਤੇ ਮੈਂ ਇਹਨਾਂ ਲੋਕਾਂ ਵਿੱਚ ਨਾ ਗਿਣੇ ਜਾਈਏ। ਪਹਿਲਾ ਕੁਰਿੰਥੀਆਂ 6:9 ਕਹਿੰਦਾ ਹੈ, ਕੀ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਜਨਾਕਾਰ, ਨਾ ਮੂਰਤੀ ਪੂਜਕ, ਨਾ ਹਰਾਮਕਾਰ, ਨਾ ਜਨਾਨੜੇ, ਨਾ ਮੁੰਡੇਬਾਜ਼, ਜੋ ਮੁੰਡੇਬਾਜ਼, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਹੋਣਗੇ। ਅਤੇ ਤੁਹਾਡੇ ਵਿੱਚੋਂ ਕਈ ਕੁ ਅਜਿਹੇ ਸਨ, ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ਵਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਔਰ ਤੁਸੀਂ ਪਵਿੱਤਰ ਕੀਤੇ ਗਏ ਅਤੇ ਤੁਸੀਂ ਧਰਮੀ ਠਹਿਰਾਏ ਗਏ। ਠੀਕ ਮੇਰੇ ਭੈਣੋ ਤੇ ਭਰਾਵੋ, ਇਸ ਵੱਡੀ ਗਿਣਤੀ ਨੂੰ ਦੇਖੀਏ, ਇਹ ਕਿੰਨਾ ਖਤਰਨਾਕ ਹੈ। ਲੋਕ ਜੋ ਇਹ ਸਾਰੇ ਕੰਮ ਕਰਦੇ ਹਨ, ਲੋਕ ਜਿਨ੍ਹਾਂ ਦੇ ਪਾਪ ਮਾਫ ਨਹੀਂ ਹੋਏ, ਜੋ ਯਿਸੂ ਦੇ ਲਹੂ ਦੁਆਰਾ ਧੋਤੇ ਨਹੀਂ ਗਏ, ਜੋ ਲਗਾਤਾਰ ਪਾਪ ਕਰਦੇ ਹਨ, ਸਾਨੂੰ ਦੇਖਣਾ ਪਵੇਗਾ ਪਰਮੇਸ਼ਰ ਦਾ ਉਹ ਨਿਆਂ, ਤੇ ਉਹ ਉਹਨਾਂ ਡੂੰਘਾਈਆਂ ਦੇ ਵਿੱਚ ਉਤਰ ਜਾਣਗੇ ਜਾਂ ਉਸ ਡੂੰਘੀ ਖੱਡ ਵਿੱਚ ਜਿੱਥੇ ਗੰਧਕ, ਸਲਫਰ, ਬਲਦੀ ਅੱਗ ਦੀ ਝੀਲ, ਉੱਥੇ ਹੋਵੇਗਾ ਕਲਪਨਾ 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 ਕਲਪਨਾ, ਇੱਕ ਨਾ ਖਤਮ ਹੋਣ ਵਾਲੇ ਸਮੇਂ ਦੇ ਲਈ। ਰਸੂਲ ਪੌਲਸ ਪਹਿਲਾ ਕੁਰਿੰਥੀਆਂ 6:12 ਵਿੱਚ ਇਸ ਤਰ੍ਹਾਂ ਕਹਿੰਦਾ ਹੈ, ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ ਪਰੰਤੂ ਸਭੇ ਲਾਭਦਾਇਕ ਨਹੀਂ। ਸਾਰੀਆਂ ਵਸਤੂਆਂ ਮੇਰੇ ਲਈ ਉਚਿਤ ਹਨ ਪਰ ਮੈਂ ਕਿਸੇ ਵਸਤ ਦੇ ਅਧੀਨ ਨਹੀਂ ਹੋਵਾਂਗਾ। ਕਿਉਂ ਲੋਕ ਨਰਕ ਵਿੱਚ ਜਾਂਦੇ ਹਨ? ਯਸ਼ਾਇਆ 5:13 ਕਹਿੰਦਾ ਹੈ, ਇਸ ਲਈ ਮੇਰੀ ਪ੍ਰਜਾ ਬੇਸਮਝੀ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ, ਉਹਦੇ ਪਤਵੰਤੇ ਕਾਲ ਨਾਲ ਮਰਦੇ ਹਨ ਅਤੇ ਉਹਦੇ ਆਮ ਤਿਹਾ ਨਾਲ ਤੜਫਦੇ ਹਨ। ਦੇਖੋ, ਬਾਈਬਲ ਇੱਥੇ ਕਹਿੰਦੀ ਹੈ ਪਿਆਸ। ਲੂਕਾ 16:19 ਵਿੱਚ ਅਸੀਂ ਦੇਖਦੇ ਹਾਂ, ਧਨੀ ਆਦਮੀ ਕਹਿੰਦਾ ਹੈ, ਮੈਂ ਪਿਆਸਾ ਹਾਂ, ਭੇਜ ਲਾਜ਼ਰ ਨੂੰ ਮੇਰੀ ਪਿਆਸ ਬੁਝਾਉਣ ਲਈ। ਯਸ਼ਾਇਆ 5:13 ਵਿੱਚ ਇਸ ਤਰ੍ਹਾਂ ਇਹਨਾਂ ਲੋਕਾਂ ਦੀ ਭੀੜ ਪਿਆਸ ਦੇ ਨਾਲ ਸੁੱਕ ਗਈ, ਉਹ ਨਰਕ ਦੀ ਅੱਗ ਵਿੱਚ ਉਤਰ ਗਏ। ਇਸ ਲਈ ਨਰਕ ਨੇ ਆਪਣੇ ਆਪ ਨੂੰ ਵਧਾਇਆ ਅਤੇ ਆਪਣੇ ਮੂੰਹ ਨੂੰ ਮਾਪ ਤੋਂ ਵੱਧ ਖੋਲਿਆ। ਉਹਨਾਂ ਦੀ ਮਹਿਮਾ, ਉਹਨਾਂ ਦੀ ਭੀੜ ਅਤੇ ਉਹਨਾਂ ਦੀ ਸ਼ਾਨ ਅਤੇ ਉਹ ਜਿਹੜੇ ਆਨੰਦ ਮਨਾਉਂਦੇ ਸਨ, ਸਭ ਇਸ ਵਿੱਚ ਉਤਰ ਗਏ। 14 ਕਹਿੰਦਾ ਹੈ, ਯਸ਼ਾਇਆ 5:14 ਇਸ ਤਰ੍ਹਾਂ ਕਹਿੰਦਾ ਹੈ। ਗਲਾਤੀਆਂ 5:19 ਬੜੇ ਸਾਫ਼ ਤਰ੍ਹਾਂ ਨਾਲ ਦੱਸਦੀ ਹੈ, ਸਰੀਰ ਦੇ ਕੰਮ ਤਾਂ ਪ੍ਰਗਟ ਹਨ, ਉਹ ਇਹ ਹਰਾਮਕਾਰੀ, ਗੰਦਮੰਦ, ਲੁਚਪੁਣਾ, ਆਕੜਬਾਜੀ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਤ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ। ਇਹ ਸਾਰੇ ਕੰਮ ਹਨ ਜਿਹੜੇ ਮਨੁੱਖ ਕਰਦੇ ਹਨ। ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ, ਜਿਵੇਂ ਮੈਂ ਅੱਗੋਂ ਆਖਿਆ ਸੀ ਭਾਈ, ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਬਾਈਬਲ ਬਹੁਤ ਸਾਫ਼ ਹੈ ਮੇਰੇ ਦੋਸਤੋ। ਫਿਰ ਸਾਡੇ ਵਾਸਤੇ ਕੋਈ ਵੀ ਸਥਾਨ ਨਹੀਂ ਹੋਵੇਗਾ ਜੇਕਰ ਅਸੀਂ ਇਹਨਾਂ ਕੰਮਾਂ ਨੂੰ ਕਰਦੇ ਹਾਂ ਅਤੇ ਪ੍ਰਭੂ ਯਿਸੂ ਮਸੀਹ ਦੀ ਮੁਕਤੀ ਨੂੰ ਰੱਦ ਕਰਦੇ ਹਾਂ। ਹਾਂ, ਹੋ ਸਕਦਾ ਸਾਨੂੰ ਉੱਥੇ ਜਾਣਾ ਪਵੇ।
ਕੀ ਤੁਸੀਂ ਇਹਨਾਂ ਵਿੱਚੋਂ ਕਿਸੇ ਗੱਲ ਨਾਲ ਬੰਨੇ ਗਏ ਹੋ? ਇਹਨਾਂ ਤੋਂ ਹੁਸ਼ਿਆਰ ਰਹੋ। ਮੱਤੀ 7:13 ਵਚਨ ਸਾਨੂੰ ਯੀਸ਼ੂ ਬਹੁਤ ਹੀ ਸੋਹਣੀ ਸਿੱਖਿਆ ਦਿੰਦਾ ਹੈ। ਭੀੜੇ ਫਾਟਕ ਤੋਂ ਵੜੋ, ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲਾ ਹੈ ਉਹ ਰਾਹ ਜਿਹੜਾ ਨਾਸ਼ ਨੂੰ ਜਾਂਦਾ ਹੈ, ਅਤੇ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਯਿਸੂ ਨੇ ਕਿਹਾ ਬਹੁਤ ਸਾਰੇ ਲੋਕ ਉੱਥੋਂ ਦੀ ਜਾਣਗੇ, ਕਿਉਂਕਿ ਵੱਡਾ ਦਰਵਾਜ਼ਾ, ਵੱਡੀ ਭੀੜ ਪਾਪ ਕਰਦੀ ਹੈ। ਸ਼ਰਾਬ ਦੀਆਂ ਦੁਕਾਨਾਂ, ਸਿਨੇਮਾ ਹਾਲ, ਰਾਤ ਦਾ ਜਸ਼ਨ, ਸ਼ਰਾਬੀਆਂ ਦਾ ਅੱਡਾ, ਇਸ ਸੰਸਾਰ ਵਿੱਚ ਕੀ ਨਹੀਂ ਹੈ? ਕਿੰਨੇ ਸਾਰੇ ਲੋਕ ਜਾ ਰਹੇ ਹਨ। ਜੇਕਰ ਅਸੀਂ ਲੋਕਾਂ ਨੂੰ ਕਹੀਏ ਕਿ ਤੁਸੀਂ ਸੰਗਤ ਵਿੱਚ ਆਓ ਔਰ ਪ੍ਰਭੂ ਦੀ ਆਰਾਧਨਾ ਕਰੋ, ਕਿੰਨੇ ਲੋਕ ਆਉਂਦੇ ਨੇ? ਕਿਰਪਾ ਇਹਦੇ ਬਾਰੇ ਸੋਚੋ। ਖੁੱਲਾ ਹੈ ਉਹ ਰਾਹ ਜੋ ਨਰਕ ਨੂੰ ਲਿਜਾਂਦਾ ਹੈ, ਅਤੇ ਭੀੜਾ ਹੈ ਉਹ ਰਸਤਾ ਜੋ ਜ਼ਿੰਦਗੀ ਦਿੰਦਾ ਹੈ। ਕਿਉਂਕਿ ਸਿੱਧਾ ਹੈ ਉਹ ਰਾਹ ਅਤੇ ਭੀੜਾ ਹੈ ਉਹ ਦਰਵਾਜ਼ਾ ਜੋ ਜ਼ਿੰਦਗੀ ਵੱਲ ਲੈ ਜਾਂਦਾ ਹੈ, ਅਤੇ ਥੋੜੇ ਹੋਣਗੇ ਉੱਥੇ ਅਸੀਂ ਦੇਖਦੇ ਹਾਂ। ਕੀ ਉਹ ਤੁਸੀਂ ਹੋਵੋਗੇ ਜੋ ਉੱਥੇ ਹੋਵੋਗੇ? ਫਿਲਿੱਪੀਆਂ ਦੀ ਪੱਤਰੀ 2:12 ਦੇ ਵਿੱਚ ਲਿਖਿਆ ਹੈ, ਇਸ ਲਈ ਹੇ ਮੇਰੇ ਪਿਆਰਿਓ, ਜਿਵੇਂ ਤੁਸਾਂ ਸਦਾ ਆਗਿਆਕਾਰੀ ਕੀਤੀ, ਨਿਰੇ ਮੇਰੇ ਹੁੰਦਿਆਂ ਨਹੀਂ, ਸਗੋਂ ਹੁਣ ਬਹੁਤ ਵਧੇਕ ਮੇਰੇ ਪਰੋਖੇ ਹੁੰਦਿਆਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੇ ਮੁਕਤੀ ਦਾ ਕੰਮ ਨਿਭਾਓ। ਪਰਮੇਸ਼ਰ ਨੇ ਤੁਹਾਨੂੰ ਬਚਾਇਆ ਹੈ। ਅਜ਼ੀਜ਼ ਭੈਣ ਭਰਾਵੋ, ਪ੍ਰਭੂ ਯਿਸੂ ਮਸੀਹ ਦੀ ਮੁਕਤੀ ਨੂੰ ਪਾਇਆ ਤਾਂ ਬਾਈਬਲ ਕਹਿੰਦੀ ਹੈ ਉਸੇ ਹੀ ਤਰ੍ਹਾਂ ਕੰਮ ਕਰਦੇ ਰਹੋ, ਹਰ ਦਿਨ ਡਰਦੇ ਅਤੇ ਕੰਬਦੇ ਹੋਏ। ਜੇ ਅਸੀਂ ਇੱਛਾ ਪੂਰਨ ਪਾਪ ਕਰੀਏ ਅਤੇ ਉਸ ਤੋਂ ਬਾਅਦ ਅਸੀਂ ਉਸ ਸੱਚਾਈ ਦੇ ਗਿਆਨ ਨੂੰ ਪ੍ਰਾਪਤ ਕੀਤਾ, ਫਿਰ ਪਾਪ ਦੇ ਲਈ ਕੋਈ ਬਲੀਦਾਨ ਨਹੀਂ। ਜਦੋਂ ਅਸੀਂ ਪੂਰੇ ਡਰ ਨਾਲ ਦੇਖਦੇ ਹਾਂ ਉਸ ਨਿਆਂ ਕਹਿਰ ਦੀ ਅੱਗ ਨੂੰ ਜੋ ਆਪਣੇ ਵਿਰੋਧੀਆਂ ਨੂੰ ਭਖ ਲਵੇਗੀ। ਪ੍ਰਕਾਸ਼ 21:8 ਇੱਕ ਵੱਡੀ ਲਿਸਟ ਨੂੰ ਬਿਆਨ ਕਰਦਾ ਹੈ, ਪਰ ਡਰਾਕਲਾਂ, ਬੇਪ੍ਰਤੀਤਿਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰੇ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ। ਇਹ ਦੂਜੀ ਮੌਤ ਹੈ। ਇਬਰਾਨੀਆਂ 12:14 ਵਿੱਚ ਸਭਨਾਂ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਅਤੇ ਪਵਿੱਤਰਤਾਈ ਦਾ, ਜੀਤੋਂ ਬਿਨਾਂ ਕੋਈ ਪ੍ਰਭੂ ਨੂੰ ਨਾ ਵੇਖੇਗਾ। ਪਰਮੇਸ਼ੁਰ ਤੋਂ ਡਰੋ। ਅਤੇ ਬਾਈਬਲ ਦੱਸਦੀ ਹੈ ਯਿਸੂ ਜੀ ਨੇ ਕਿਹਾ, ਉਸ ਤੋਂ ਨਾ ਡਰੋ ਜੋ ਸਿਰਫ ਸਰੀਰ ਨੂੰ ਮਾਰੇਗਾ, ਲੇਕਿਨ ਉਹ ਆਤਮਾ ਦਾ ਨੁਕਸਾਨ ਨਹੀਂ ਕਰ ਸਕਦਾ। ਸਗੋਂ ਉਸ ਤੋਂ ਡਰੋ ਜੋ ਸਰੀਰ ਅਤੇ ਆਤਮਾ ਦੋਵਾਂ ਦਾ ਨੁਕਸਾਨ ਨਰਕ ਵਿੱਚ ਕਰ ਸਕਦਾ ਹੈ। ਉਪਦੇਸ਼ਕ 9:4 ਵਚਨ ਦੇ ਵਿੱਚ ਲਿਖਿਆ, ਜਿਹੜਾ ਸਾਰੇ ਜਿਉਂਦਿਆਂ ਵਿੱਚ ਰਲਿਆ ਹੈ ਉਹ ਉਹਦੇ ਲਈ ਆਸ ਹੈ, ਕਿਉਂ ਜੋ ਮਰੇ ਹੋਏ ਸ਼ੇਰ ਦੇ ਨਾਲੋਂ ਜਿਉਂਦਾ ਕੁੱਤਾ ਚੰਗਾ ਹੈ। ਅਸੀਂ ਜੋ ਜਿਉਂਦੇ ਹਾਂ, ਅਸੀਂ ਉਹਨਾਂ ਮਰਿਆ ਹੋਏ ਨਾਲੋਂ ਚੰਗੇ ਹਾਂ ਜੋ ਪਹਿਲਾਂ ਤੋਂ ਨਰਕ ਵਿੱਚ ਪਹੁੰਚ ਗਏ। ਫੈਸਲਾ ਲਵੋ। ਉਪਦੇਸ਼ਕ 12:1 ਵਚਨ ਵਿੱਚ ਲਿਖਿਆ, ਆਪਣੀ ਜਵਾਨੀ ਦਿਨੀ ਆਪਣੇ ਕਰਤਾਰ ਨੂੰ ਚੇਤੇ ਰੱਖ, ਜਦ ਕਿ ਉਹ ਮਾੜੇ ਦਿਨ ਅਜੇ ਨਹੀਂ ਆਏ ਅਤੇ ਉਹ ਵਰੇ ਅਜੇ ਨਹੀਂ ਪੁੱਜੇ ਜਿਨ੍ਹਾਂ ਵਿੱਚ ਤੂੰ ਆਖੇਂਗਾ, ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਹੈ। ਅੱਜ ਦਿਨ ਹੈ ਮੁਕਤੀ ਦਾ, ਪਿਆਰੇ ਅਜ਼ੀਜ਼ ਭੈਣ ਭਰਾਵੋ। ਅੱਜ ਹੀ ਉਹ ਦਿਨ ਹੈ, ਕੱਲ ਤੁਹਾਡਾ ਨਹੀਂ ਜਾਣਦੇ ਕਿ ਕੱਲ ਨੂੰ ਕੀ ਹੋਵੇਗਾ। ਬਾਈਬਲ ਦੱਸਦੀ ਹੈ, ਅੱਜ ਕਿਉਂ ਇੰਤਜ਼ਾਰ ਭੈਣੋ ਭਰਾਵੋ। ਮੈਂ ਚਾਹੁੰਦਾ ਹਾਂ ਕਿ ਅਸੀਂ ਕੁਝ ਗੱਲਾਂ ਉੱਤੇ ਧਿਆਨ ਕਰੀਏ। ਮੂਰਤੀ ਪੂਜਾ, ਸ਼ਰਾਬ, ਧੂਮਰਪਾਨ, ਜਾਦੂਗਰੀ, ਗਾਲਾਂ ਕੱਢਣਾ, ਬੁਰੇ ਸ਼ਬਦ ਵਰਤਣਾ, ਮੁੰਡੇਬਾਜ਼ੀ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਪਾਪਾਂ ਨਾਲ ਭਰੇ ਹਨ। ਸ਼ੈਤਾਨ, ਇਹ ਸਾਰੇ ਕੰਮ ਸ਼ੈਤਾਨ ਦੇ ਵਿਖਾਵੇ ਹਨ। ਅੱਜ ਜੇਕਰ ਇੱਕ ਜਵਾਨ ਆਦਮੀ, ਵਿਆਹੇ ਲੋਕ, ਕੁਆਰੇ ਜਵਾਨ ਲੋਕ, ਉਹ ਮੁੰਡੇਬਾਜ਼ੀ ਦੇ ਸ਼ਿਕਾਰ ਹਨ ਅਤੇ ਇੰਟਰਨੈਟ ਚੰਗਾ ਹੈ, ਪਰ ਉਹ ਇਸ ਇੰਟਰਨੈਟ ਦਾ ਇਸਤੇਮਾਲ ਅਸ਼ਲੀਲਤਾ ਦੇ ਲਈ ਕਰਦੇ ਹਨ ਅਤੇ ਉਹ ਪਾਪ ਕਰਦੇ ਹਨ। ਯਾਦ ਰੱਖੋ, ਤੁਸੀਂ ਨਰਕ ਦੇ ਕਿਨਾਰੇ ਤੇ ਹੋ। ਤੋਬਾ ਕਰੋ, ਮੁੜੋ ਯਿਸੂ ਦੇ ਕੋਲ। ਅਸ਼ਲੀਲਤਾ ਬਹੁਤ ਹੀ ਖਤਰਨਾਕ ਬੁਰੀ ਸੋਚ, ਬੰਦਰਗਾਹ ਪਾਪ ਦੀ ਸੋਚ, ਬੁਰੇ ਸੰਬੰਧ, ਵਿਆਹ ਤੋਂ ਪਹਿਲਾਂ ਦੇ ਬੁਰੇ ਸੰਬੰਧ, ਵਿਆਹ ਤੋਂ ਪਹਿਲਾਂ ਦੇ ਰਿਸ਼ਤੇ ਨੂੰ ਨਾ ਰੱਖੋ। ਇਹ ਗੈਰ ਕਾਨੂੰਨੀ ਹੈ। ਪਰਮੇਸ਼ਰ ਇਹਦੀ ਆਗਿਆ ਨਹੀਂ ਦਿੰਦਾ। ਵਿਆਹ ਤੋਂ ਵੱਧ ਫਾਲਤੂ ਰਿਸ਼ਤੇ, ਵਿਆਹ ਦੇ ਅੰਤਰਗਤ ਰਿਸ਼ਤੇ, ਮੋਬਾਈਲਾਂ ਤੇ ਗੱਪਸ਼ਪ ਮਾਰਨਾ, ਹੋਟਲਾਂ 'ਚ ਜਾਣਾ, ਰਾਤ ਦਾ ਜਸ਼ਨ, ਸ਼ਰਾਬਖਾਨਾ, ਦੂਸਰੀਆਂ ਔਰਤਾਂ ਦੀ, ਹੋਰਾਂ ਦੀ ਪਤਨੀ ਦੀ ਲਾਲਸਾ ਕਰਨਾ, ਬੇਮੁਹੱਬਤੇ, ਦੁੱਗਣਾ ਦਰਜਾ, ਸਾਈਬਰ ਸੰਭੋਗ, ਡਰਾਉਣੀਆਂ ਫਿਲਮਾਂ ਦੇਖਣਾ। ਸ਼ੈਤਾਨ ਦਾ ਬਿੰਦੂ ਮਨੁੱਖ ਹੈ। ਉਹ ਉਸ ਮਨੁੱਖ ਨੂੰ ਵੇਖਦਾ ਹੈ ਜੋ ਇਹਨਾਂ ਫਿਲਮਾਂ ਨੂੰ ਦੇਖਦਾ ਹੈ। ਭਾਰੀ ਪਿਘਲਿਆ ਹੋਇਆ ਪਹਾੜ, ਇਹ ਉਹ ਬੁਰੇ ਆਤਮੇ ਹਨ। ਚੁਗਲੀ ਕਰਨਾ, ਨਿੰਦਿਆ ਕਰਨਾ, ਸਮੇਂ ਦਾ ਸਹੀ ਇਸਤੇਮਾਲ ਨਾ ਕਰਨਾ, ਪਰਮੇਸ਼ਰ ਦੇ ਪੈਸੇ ਦੀ ਚੋਰੀ ਕਰਨਾ। ਜੇਕਰ ਤੁਸੀਂ ਪਰਮੇਸ਼ਰ ਦੇ ਦਾਸ ਹੋ ਤਾਂ ਧਿਆਨ ਰੱਖੋ ਕਿ ਪਰਮੇਸ਼ਰ ਦੇ ਪੈਸੇ ਦਾ ਇਸਤੇਮਾਲ ਕਿਵੇਂ ਕਰਦੇ ਹੋ। ਦੂਸਰਿਆਂ ਦਾ ਫੈਸਲਾ ਕਰਨਾ, ਇਹ ਸਾਰੀਆਂ ਗੱਲਾਂ ਸਾਨੂੰ ਲੈ ਜਾਂਦੀਆਂ ਹਨ ਪਾਪ ਦੀ ਉਸ ਹੱਦ ਵਿੱਚ ਭੈਣੋ ਭਰਾਵੋ।
ਯਹੂਦਾ ਵੀ ਵਚਨ ਦੱਸਦਾ ਹੈ, ਹੇ ਪਿਆਰਿਓ, ਆਪਣੇ ਆਪ ਨੂੰ ਆਪਣੀ ਅਤ ਪਵਿੱਤਰ ਨੇਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ਪਰਮੇਸ਼ਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਇਆ ਦੀ ਉਡੀਕ ਕਰਦੇ ਰਹੋ ਅਤੇ ਕਿੰਨਿਆਂ ਉੱਤੇ ਜਿਹੜੇ ਦੁਬਿਧਾ ਵਿੱਚ ਪਏ ਹੋਏ ਹਨ ਦਇਆ ਕਰੋ ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਧੂ ਖਿੱਚ ਕੇ ਬਚਾਓ ਅਤੇ ਉਸ ਬਸਤਰ ਤੋਂ ਵੀ ਜਿਹਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਵੇ ਸੂਹ ਕਰਦੇ ਹੋਏ ਉੱਤੇ ਭੈ ਨਾਲ ਦਇਆ ਕਰੋ। ਸਿਰਫ ਦੋ ਹੀ ਸਥਾਨ ਨੇ ਮੇਰੇ ਦੋਸਤੋ ਇੱਥੋਂ ਜਾਣ ਤੋਂ ਬਾਅਦ। ਬਾਈਬਲ ਦੱਸਦੀ ਹੈ ਕਿ ਸਾਨੂੰ ਕੀ ਕਰਨ ਦੀ ਲੋੜ ਹੈ। ਰੋਮੀਆਂ 10:9, ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਮਸੀਹ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ ਤਾਂ ਤੂੰ ਬਚਾਇਆ ਜਾਵੇਂਗਾ। ਯਹੂਨਾ 6:37 ਵਿੱਚ ਲਿਖਿਆ, ਜੋ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਅਤੇ ਜੋ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਹਨੂੰ ਕੱਢ ਨਾ ਦੇਵਾਂਗਾ। ਵਿਵਸਥਾ ਸਾਰ 11:26। ਵੇਖੋ, ਅੱਜ ਮੈਂ ਤੁਹਾਡੇ ਅੱਗੇ ਬਰਕਤ ਅਤੇ ਸ਼ਰਾਪ ਰੱਖਦਾ ਹਾਂ। ਬਰਕਤ, ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਸ਼ਰਾਪ, ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਨੂੰ ਨਾ ਸੁਣੋ ਪਰ ਉਸ ਮਾਰਗ ਤੋਂ ਕੁਰਾਹੇ ਪੈ ਜਾਓ ਜਿਹਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗੋ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਿਆ। ਭੈਣੋ ਅਤੇ ਭਰਾਵੋ, ਯਿਸੂ ਨੇ ਕਿਹਾ, ਮੈਂ ਤੁਹਾਡੇ ਲਈ ਮਰਿਆ ਅਤੇ ਮੈਂ ਤੁਹਾਨੂੰ ਬਹੁਤ ਪਿਆਰ ਕੀਤਾ। ਯਿਸੂ ਮਰਿਆ ਸਲੀਬ ਤੇ। ਵਿਵਸਥਾ ਸਾਰ 30:20 ਦੇ ਵਿੱਚ ਲਿਖਿਆ, ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਨਾਲ ਪਿਆਰ ਕਰੋ, ਉਸ ਦੀ ਆਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ, ਕਿਉਂ ਜੋ ਉਹ ਤੁਹਾਡਾ ਜੀਵਨ ਅਤੇ ਤੁਹਾਡੇ ਦਿਨਾਂ ਦੀ ਲੰਬਾਈ ਹੈ। ਕਿੰਨੀ ਵੱਡੀ ਮੁਕਤੀ ਹੈ ਭੈਣੋ ਤੇ ਭਰਾਵੋ, ਅਤੇ ਕਿੰਨਾ ਮਹਾਨ ਹੈ ਪਰਮੇਸ਼ਵਰ ਦਾ ਪਿਆਰ। ਇਬਰਾਨੀਆਂ 2:14 ਵਿੱਚ ਲਿਖਿਆ, ਸੋ ਜਦੋਂ ਬੱਚੇ ਲਹੂ ਅਤੇ ਮਾਸ ਵਿੱਚ ਸਾਂਝੀ ਹੁੰਦੇ ਸਨ ਤਾਂ ਉਹਨਾਂ ਵਾਂਗੂ ਉਹ ਆਪ ਵੀ ਇਨ੍ਹਾਂ ਹੀ ਵਿੱਚ ਸਾਂਝੀ ਬਣਿਆ, ਤਾਂ ਜੋ ਮੌਤ ਦੇ ਰਾਹੀਂ ਉਹ ਉਸ ਨੂੰ ਜਿਹਦੇ ਵਸ ਵਿੱਚ ਮੌਤ ਹੈ ਅਰਥਾਤ ਸ਼ੈਤਾਨ ਨੂੰ ਨਾਸ਼ ਕਰੇ। ਬਾਈਬਲ ਇਹ ਵੀ ਕਹਿੰਦੀ ਹੈ, ਅਤੇ ਉਹਨਾਂ ਨੂੰ ਜਿਹੜੇ ਮੌਤ ਦੇ ਡਰ ਤੋਂ ਸਾਰੀ ਉਮਰ ਗੁਲਾਮੀ ਵਿੱਚ ਫਸੇ ਹੋਏ ਸਨ ਛੁਡਾਵੇ। ਮੇਰੇ ਦੋਸਤੋ, ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਬਹਾਨੇ ਬਣਾਉਂਦੇ ਹਨ ਜਿਹੜੇ ਕਿ ਬੜੇ ਮਜ਼ਾਕੀਆ ਲੱਗਦੇ ਨੇ। ਉਹਨਾਂ ਦੇ ਬਹਾਨੇ ਇਸ ਤਰ੍ਹਾਂ ਦੇ ਹਨ ਕਿਤੇ ਇਹ ਤੁਸੀਂ ਤਾਂ ਨਹੀਂ। ਮੈਂ ਜਾਣਦਾ ਹਾਂ ਕਿ ਕੁਝ ਐਸੇ ਲੋਕ ਹਨ ਜੋ ਬਹਾਨਾ ਬਣਾਉਂਦੇ ਹਨ। ਉਹ ਕੋਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦੇ ਪਿਆਰ ਤੋਂ ਦੂਰ ਭੱਜਣ। ਕੁਝ ਨਾ ਕੁਝ ਉਹ ਆਪਣੇ ਬਾਰੇ ਫालतू ਸੋਚਦੇ ਹਨ। ਮੈਨੂੰ ਕਿਸੇ ਵੀ ਸਿੱਖਿਆ ਦੀ ਲੋੜ ਨਹੀਂ। ਸਵਰਗ ਜਾਂ ਪਰਮੇਸ਼ਰ ਭਾਵੇਂ ਕੋਈ ਵੀ। ਕਈ ਸੋਚਦੇ ਹਨ ਕਿ ਸਾਰੇ ਮਸੀਹੀ ਸੰਪੂਰਨ ਨਹੀਂ। ਠੀਕ ਹੈ, ਪਰਮੇਸ਼ਰ ਨੇ ਤੁਹਾਨੂੰ ਲੋਕਾਂ ਨੂੰ ਦੇਖਣ ਲਈ ਨਹੀਂ ਕਿਹਾ। ਉਸਨੇ ਆਖਿਆ ਕਿ ਤੁਸੀਂ ਉਸ ਨੂੰ ਦੇਖੋ, ਮਸੀਹੀਆਂ ਨੂੰ ਨਹੀਂ। ਕੁਝ ਲੋਕ ਸੋਚਦੇ ਹਨ ਕਿ ਠੀਕ ਹੈ ਕਿ ਮੈਂ ਕਈ ਮਸੀਹੀਆਂ ਤੋਂ ਚੰਗਾ ਹਾਂ। ਹਾਂ, ਕੋਈ ਚੋਰੀ ਨਹੀਂ, ਕੋਈ ਖੋਹ ਨਹੀਂ। ਹਾਂ ਮੇਰੇ ਦੋਸਤੋ, ਅਸੀਂ ਜਨਮ ਤੋਂ ਹੀ ਪਾਪੀ ਹਾਂ ਅਤੇ ਕੋਈ ਬਹਾਨਾ ਨਹੀਂ। ਕਈ ਲੋਕ ਇਸ ਤਰ੍ਹਾਂ ਸੋਚਦੇ ਹਨ ਕਿ ਉਹਨਾਂ ਨੇ ਕੋਈ ਵੱਡੇ ਪਾਪ ਨਹੀਂ ਕੀਤੇ। ਜਿਵੇਂ ਉਹਨਾਂ ਨੇ ਕਿਹਾ, ਮੈਂ ਬਹੁਤ ਹੀ ਦੁੱਖ ਪਾਵਾਂਗਾ ਜੇਕਰ ਮੈਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰਦਾ ਹਾਂ। ਫੈਸਲਾ ਤੁਸੀਂ ਹੀ ਕਰਨਾ ਹੈ। ਜਦੋਂ ਆਤਮਾ ਤੁਹਾਡੇ ਸਰੀਰ ਵਿੱਚੋਂ ਕੱਢਿਆ ਜਾਵੇਗਾ, ਕੋਈ ਮਾਤਾ, ਕੋਈ ਪਿਤਾ, ਕੋਈ ਭਰਾ, ਕੋਈ ਭੈਣ ਨਹੀਂ ਜੋ ਤੁਹਾਡੀ ਮਦਦ ਕਰ ਸਕੇ ਕਿ ਤੁਸੀਂ ਸਵਰਗ ਜਾਂ ਬਚਾ ਸਕੇ ਨਰਕ ਤੋਂ। ਪਸੰਦ ਤੁਹਾਡੀ ਹੈ ਜੋ ਬਹੁਤ ਜ਼ਰੂਰੀ ਹੈ। ਕਈ ਲੋਕ ਸੋਚਦੇ ਹਨ ਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਨੂੰ ਯਿਸੂ ਦੀ ਜ਼ਰੂਰਤ ਨਹੀਂ। ਉਸੇ ਹੀ ਸਮੇਂ, ਹਾਂ, ਜਦੋਂ ਕਿ ਮੈਂ ਇਹਨਾਂ ਯਿਸੂ ਮਸੀਹ ਦੀਆਂ ਗੱਲਾਂ ਬਾਰੇ ਹੀ ਸੋਚ ਰਿਹਾ ਸੀ, ਉਸ ਸਮੇਂ ਜਦੋਂ ਮੈਂ 60-70 ਸਾਲ ਦਾ ਬੁੜਾ ਹੋ ਜਾਵਾਂਗਾ। ਕੁਝ ਲੋਕ ਕਹਿੰਦੇ ਹਨ ਕਿ ਯਿਸੂ ਬਹੁਤ ਚੰਗਾ ਇਨਸਾਨ ਹੈ। ਬਸ ਉਹ ਇਹ ਨਹੀਂ ਮੰਨਦੇ ਕਿ ਉਹ ਪਰਮੇਸ਼ਰ ਦਾ ਪੁੱਤਰ ਹੈ, ਪਰਮੇਸ਼ਰ ਹੈ। ਉਹ ਇਸ ਗੱਲ ਦਾ ਵਿਸ਼ਵਾਸ ਨਹੀਂ ਕਰਦੇ ਕਿ ਉਹ ਸਦੀਪਕ ਪਰਮੇਸ਼ਰ ਅਤੇ ਮੁਕਤੀਦਾਤਾ ਹੈ। ਕੁਝ ਲੋਕ ਇਹ ਸੋਚਦੇ ਹਨ ਕਿ ਅਸੀਂ ਆਪਣਾ ਸਮਾਂ ਬਰਬਾਦ ਕਰਦੇ ਹਾਂ। ਲੋਕ ਇਹ ਕਿਉਂ ਸੋਚਦੇ ਹਨ ਕਿ ਇਹ ਸਮੇਂ ਦੀ ਬਰਬਾਦੀ ਹੈ? ਕੁਝ ਲੋਕ ਐਸਾ ਸੋਚਦੇ ਹਨ ਕਿ ਉਹ ਆਪਣੇ ਸਮਾਜ ਤੋਂ ਅੱਡ ਕੀਤੇ ਜਾਣਗੇ। ਕੁਝ ਸੋਚਦੇ ਹਨ ਕਿ ਉਹਨਾਂ ਦੇ ਪਰਿਵਾਰ ਨਾਲ ਰਿਸ਼ਤੇ ਟੁੱਟ ਜਾਣਗੇ। ਕੁਝ ਲੋਕ ਵੱਖਰੇ ਤਰੀਕੇ ਨਾਲ ਸੋਚਦੇ ਹਨ ਕਿ ਉਹ ਦੂਸਰਿਆਂ ਨਾਲੋਂ ਜ਼ਿਆਦਾ ਪਵਿੱਤਰ ਹਨ। ਹਾਂ, ਇਹ ਇੱਕ ਐਸਾ ਘਮੰਡ ਹੈ। ਕੁਝ ਲੋਕਾਂ ਦੀ ਸੋਚ ਹੈ ਕਿ ਇਹ ਸਿਰਫ ਅਨਪੜ੍ਹਾਂ ਦੇ ਵਾਸਤੇ ਹੈ, ਪੜ੍ਹਿਆਂ ਲਿਖਿਆਂ ਦੇ ਵਾਸਤੇ ਨਹੀਂ, ਸਮਝਦਾਰ ਲੋਕਾਂ ਵਾਸਤੇ ਨਹੀਂ। ਸਿਰਫ ਅਨਪੜ੍ਹ ਲੋਕਾਂ ਨੂੰ ਹੀ ਯਿਸੂ ਦੀ ਲੋੜ ਹੈ। ਕਿੰਨੀ ਬੇਵਕੂਫੀ ਭਰੀ ਇਹ ਸੋਚ ਹੈ। ਕੁਝ ਲੋਕਾਂ ਦੀ ਸੋਚ ਹੈ ਕਿ ਕਿਸੇ ਨੂੰ ਕੁਝ ਵੀ ਨਾ ਦੱਸੋ। ਕੁਝ ਲੋਕ ਕਹਿੰਦੇ ਨੇ ਕਿ ਕੋਈ ਵੀ ਮੇਰੇ ਨਾਲ ਗੱਲ ਨਾ ਕਰੇ, ਕੋਈ ਵੀ ਨਹੀਂ। ਇਹ ਉਹ ਲੋਕ ਹਨ ਜਿਹੜੇ ਸਿਖਾਏ ਨਹੀਂ ਗਏ, ਕਿਸੇ ਦੂਸਰੇ ਤੱਕ ਪਹੁੰਚੇ ਨਹੀਂ। ਧਿਆਨ ਰੱਖੋ, ਇਹ ਸਿਰਫ ਤੁਸੀਂ ਹੀ ਨਹੀਂ। ਅਤੇ ਕੁਝ ਲੋਕ ਇਹ ਸੋਚਦੇ ਹਨ ਕਿ ਉਹ ਸਭ ਕੁਝ ਜਾਣਦੇ ਨੇ। ਓਹ, ਮੈਨੂੰ ਸਭ ਪਤਾ ਹੈ। ਇਹ ਉਹ ਲੋਕ ਹਨ ਜਿਹੜੇ ਕੁਝ ਵੀ ਨਹੀਂ ਜਾਣਦੇ। ਕੁਝ ਲੋਕ ਕਹਿੰਦੇ ਹਨ ਕਿ ਮੈਂ ਬਹੁਤ ਹੀ ਵਿਅਸਤ ਹਾਂ ਤਾਂ ਜੋ ਧਿਆਨ ਦੇਵਾਂ ਐਸੀ ਸਿੱਖਿਆ ਤੇ। ਉਹ ਬਹੁਤ ਸਾਰੇ ਵਿਅਸਤ ਸਰੀਰ। ਇਹ ਕੁਝ ਖਾਸ ਨਹੀਂ, ਪਰ ਸਿਰਫ ਇੱਕ ਧਰਮ ਦੀ ਹੀ ਤਬਦੀਲੀ ਹੈ। ਦੋਸਤੋ, ਤੁਸੀਂ ਮੂਰਖ ਬਣਦੇ ਹੋ
ਕੁਝ ਲੋਕ ਸੋਚਦੇ ਹਨ ਕਿ ਇਹ ਸਿਰਫ ਉਹਨਾਂ ਧਾਰਮਿਕ ਲੋਕਾਂ ਦੇ ਵਾਸਤੇ ਹੈ ਜੋ ਕਿ ਪ੍ਰਚਾਰਕ, ਪਾਦਰੀ, ਯਾਜਕ ਅਤੇ ਜਿਹੜੇ ਕਿ ਆਮ ਲੋਕ ਨਹੀਂ ਹਨ। ਹਾਂ, ਤੁਸੀਂ ਇਸ ਤਰ੍ਹਾਂ ਸੋਚਦੇ ਹੋ। ਸੱਚਮੁੱਚ ਦੋਸਤੋ, ਇਹ ਤੁਹਾਡੇ ਲਈ ਹੈ, ਸੱਚਮੁੱਚ ਤੁਹਾਡੇ ਹੀ ਲਈ। ਇਹ ਸੋਚਾਂ ਸੋਚਦੇ ਹੋਏ ਕਿ ਬਹੁਤ ਸਾਰੇ ਰਸਤੇ ਹਨ ਸਵਰਗ ਦੇ ਵਿੱਚ ਜਾਣ ਦੇ ਲਈ। ਨਹੀਂ ਮੇਰੇ ਦੋਸਤੋ, ਨਹੀਂ। ਯਿਸੂ ਨੇ ਕਿਹਾ, ਸਿਰਫ ਮੈਂ ਹੀ ਉਹ ਰਸਤਾ ਹਾਂ, ਜੀਵਨ ਅਤੇ ਸੱਚਾਈ ਦਾ। ਯਿਸੂ ਤੁਹਾਡੇ ਦਿਲ ਦੇ ਦਰਵਾਜ਼ੇ ਉੱਤੇ ਖਟਖਟਾਉਂਦਾ ਹੈ। ਜੇਕਰ ਤੁਸੀਂ ਆਪਣਾ ਦਿਲ ਖੋਲ੍ਹੋ ਅਤੇ ਉਸ ਨੂੰ ਲੈ ਲਓ, ਯਿਸੂ ਨੇ ਕਿਹਾ ਉਹ ਅੰਦਰ ਆਵੇਗਾ ਅਤੇ ਤੁਹਾਡੇ ਦਿਲ ਦੇ ਤਖਤ ਉੱਤੇ ਬੈਠੇਗਾ ਅਤੇ ਉਹ ਰਵੇਗਾ ਉੱਥੇ ਹਮੇਸ਼ਾ ਹਮੇਸ਼ਾ ਦੇ ਲਈ। ਹੁਣ ਤੁਸੀਂ ਕਿਹਾ, ਇਹੀ ਉਹ ਸਮੇਂ ਹੈ, ਇਹੀ ਉਹ ਸਮੇਂ ਹੈ। ਹਾਂ, ਇਹੀ ਸਮਾਂ। ਜੇਕਰ ਅਸੀਂ ਖੁੰਝਦੇ ਹਾਂ, ਕਿਵੇਂ ਬਚ ਪਾਵਾਂਗੇ ਜੇਕਰ ਅਸੀਂ ਉਸ ਨੂੰ ਰੱਦ ਕਰਦੇ ਹਾਂ? ਕਿੱਡੀ ਮਹਾਨ ਹੈ ਉਹ ਮੁਕਤੀ ਜੋ ਪਹਿਲਾਂ ਤੋਂ ਹੀ ਪ੍ਰਭੂ ਦੇ ਦੁਆਰਾ ਬੋਲਿਆ ਗਿਆ ਅਤੇ ਉਸਨੇ ਉਹਨਾਂ ਦੇ ਲਈ ਉਸ ਨੂੰ ਠਹਿਰਾਇਆ ਵੀ ਜਿਨ੍ਹਾਂ ਨੇ ਉਸ ਨੂੰ ਸੁਣਿਆ। ਪਰਮੇਸ਼ਵਰ ਵੀ ਨਿਸ਼ਾਨੀਆਂ ਅਤੇ ਅਚੰਭਿਆਂ ਅਤੇ ਨਾਨਾ ਪ੍ਰਕਾਰ ਦੀਆਂ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੀਆਂ ਵੰਡਾਂ ਦੇ ਵਸੀਲੇ ਨਾਲ ਆਪਣੀ ਇੱਛਾ ਦੇ ਅਨੁਸਾਰ, 2 ਕੁਰਿੰਥੀਆਂ 6:2 ਕਹਿੰਦਾ ਹੈ, ਵੇਖੋ ਹੁਣ ਹੀ ਮਨ ਭਾਉਂਦਾ ਸਮੇਂ ਹੈ, ਵੇਖੋ ਹੁਣ ਹੀ ਮੁਕਤੀ ਦਾ ਦਿਨ ਹੈ। 2 ਤਰ੍ਹਾਂ ਦੇ ਆਰ ਹਨ ਸਦੀਪਕ ਕਾਲ ਵਿੱਚ। ਇੱਕ ਹੈ ਆਨੰਦ ਮਨਾਉਣਾ ਸਵਰਗ ਦੇ ਵਿੱਚ ਅਤੇ ਦੂਸਰਾ ਆਰ ਹੈ ਯਿਸੂ ਨੂੰ ਰੱਦ ਕਰਨਾ ਹਮੇਸ਼ਾ ਦੇ ਵਾਸਤੇ। ਇੱਕ ਫੈਸਲਾ, ਸਿਰਫ ਇੱਕ ਆਰ। ਯਿਸੂ ਨੂੰ ਲਓ, ਆਨੰਦ ਪਾਓ। ਯਿਸੂ ਨੂੰ ਰੱਦ ਕਰਨਾ, ਖੇਦ ਹੋਣਾ। ਯਿਸੂ ਨੂੰ ਕਬੂਲ ਕਰੋ, ਸਵਰਗ 'ਚ ਆਨੰਦ ਪਾਓ। ਯਿਸੂ ਨੂੰ ਰੱਦ ਕਰੋ ਅਤੇ ਖੇਦ ਕਰੋ ਨਰਕ ਦੀ ਅੱਗ ਵਿੱਚ। ਯਿਸੂ ਮਸੀਹ ਨੂੰ ਰੱਦ ਕਰਨਾ ਆਪਣੇ ਆਪ 'ਚ ਕੁਝ ਖਾਸ ਨਹੀਂ, ਸਿਰਫ ਇੱਕ ਆਕੜ ਹੈ। ਪ੍ਰਭੂ ਯਿਸੂ ਤੇ ਵਿਸ਼ਵਾਸ ਕਰ। ਬਾਈਬਲ ਦੱਸਦੀ ਹੈ, ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ। ਕਿਰਪਾ ਕਰਕੇ ਇੱਕ ਬਾਈਬਲ ਲਓ, ਹਰ ਦਿਨ ਪੜ੍ਹੋ ਬਾਈਬਲ ਨੂੰ ਅਤੇ ਉਹਨਾਂ ਵਚਨਾਂ ਨੂੰ ਲੱਭੋ ਜੋ ਇਹ ਦੱਸਦੀ ਹੈ ਕਿ ਉੱਥੇ ਸਦੀਪਕ ਜੀਵਨ ਹੈ। ਤੋਬਾ ਕਰਕੇ ਪਰਮੇਸ਼ਰ ਕੋਲ ਜਾਓ ਅਤੇ ਆਪਣੇ ਸਾਰੇ ਪਾਪ ਯਿਸੂ ਦੇ ਸਾਹਮਣੇ ਮੰਨ ਲਓ। ਯਿਸੂ ਦੇ ਸਾਹਮਣੇ ਗੋਡੇ ਨਿਵਾ ਦਿਓ ਹਲੀਮ ਹੋ ਕੇ ਅਤੇ ਯਿਸੂ ਨੂੰ ਕਹੋ, ਪ੍ਰਭੂ ਮੈਂ ਇੱਕ ਪਾਪੀ ਹਾਂ, ਕਿਰਪਾ ਆ ਜਾਓ ਮੇਰੇ ਦਿਲ ਵਿੱਚ ਅਤੇ ਮੈਂ ਆਪਣੇ ਉਹਨਾਂ ਸਾਰੇ ਪੁਰਾਣੇ ਬੁਰੇ ਕੰਮਾਂ ਨੂੰ ਇੱਥੇ ਬੰਦ ਕਰਦਾ ਹਾਂ। ਮੈਨੂੰ ਇੱਕ ਨਵਾਂ ਇਨਸਾਨ ਬਣਾਓ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਜੇ ਕੋਈ ਪ੍ਰਭੂ ਦੇ ਵਿੱਚ ਹੈ ਤਾਂ ਉਹ ਨਵੀਂ ਰਚਨਾ ਹੈ। ਪੁਰਾਣੀਆਂ ਗੱਲਾਂ ਖਤਮ ਹੋ ਗਈਆਂ, ਉਹ ਬਿਲਕੁਲ ਨਵਾਂ ਹੈ। ਅਤੇ ਯਿਸੂ ਨੂੰ ਕਹੋ ਕਿ ਉਹ ਉੱਥੇ ਰਵੇ ਹਮੇਸ਼ਾ ਲਈ। ਯਿਸੂ ਰਾਜਾ ਬਣਦਾ ਹੈ ਤੁਹਾਡੇ ਦਿਲ ਦਾ, ਉਹ ਤੁਹਾਡੀ ਜ਼ਿੰਦਗੀ ਦਾ ਅਗੁਆ ਹੈ। ਬਾਈਬਲ ਨੂੰ ਪੜ੍ਹੋ, ਉਹਦੇ ਅਨੁਸਾਰ ਚੱਲੋ, ਜ਼ਿੰਦਗੀ ਬਤੀਤ ਕਰੋ ਅਤੇ ਪਰਮੇਸ਼ਰ ਦੇ ਕੋਲੋਂ ਇੱਕ ਚੰਗੀ ਕਲੀਸਿਆ ਮੰਗੋ ਜਿੱਥੇ ਆਤਮਾ ਪੂਰਨ ਕਲੀਸਿਆ ਹੋਵੇ, ਬਾਈਬਲ ਤੇ ਵਿਸ਼ਵਾਸ ਕਰਨ ਵਾਲੀ ਪਿਆਰੀ ਕਲੀਸਿਆ। ਉਸ ਕਲੀਸਿਆ ਦੇ ਸਦੱਸਿਆ ਬਣੋ। ਹਰ ਇੱਕ ਐਤਵਾਰ ਦੀ ਸੰਗਤ, ਹਰ ਦਿਨ ਦਾ ਪ੍ਰੋਗਰਾਮ, ਪਾਸਟਰ ਦੀ ਆਗਿਆ ਮੰਨੋ ਅਤੇ ਦਿਸ਼ਾ ਪ੍ਰਾਪਤ ਕਰੋ ਅਤੇ ਉਹ ਤੁਹਾਡੀ ਮਦਦ ਕਰੇਗਾ ਆਤਮਿਕ ਜ਼ਿੰਦਗੀ 'ਚ ਵਧਣ ਲਈ। ਅਤੇ ਪਰਮੇਸ਼ਰ ਦੇ ਸੰਤਾਂ ਦੇ ਨਾਲ ਆਰਾਧਨਾ ਕਰੋ। ਇੱਕ ਦਿਨ ਆਵੇਗਾ ਕਿ ਤੁਸੀਂ ਆਪਣੀਆਂ ਅੱਖਾਂ ਬੰਦ ਕਰੋਗੇ। ਉਸ ਦਿਨ ਇਉਂ ਹੋਵੇਗਾ ਜਿਵੇਂ ਇੱਕ ਕਮਰੇ ਤੋਂ ਦੂਸਰੇ ਕਮਰੇ ਤੱਕ, ਇਸ ਸੰਸਾਰ ਤੋਂ ਉੱਤੇ ਸਵਰਗ ਵਿੱਚ ਤੁਸੀਂ ਇਸ ਸੰਸਾਰ ਵਿੱਚੋਂ ਮਰ ਜਾਓਗੇ ਜੋ ਕਿ ਦੂਸ਼ਿਤ ਹੈ। ਇੱਕ ਸੰਸਾਰ ਜੋ ਪਾਪਾਂ, ਦੁੱਖਾਂ ਅਤੇ ਸਾਰੀਆਂ ਬੁਰਾਈਆਂ ਨਾਲ ਭਰਿਆ ਹੋਇਆ ਹੈ, ਜਿੱਥੇ ਸਾਰੀਆਂ ਗੰਦੀਆਂ ਗੱਲਾਂ ਹੋਣਗੀਆਂ, ਬੇਮੁਹੱਬਤਾਪਨ, ਅਸ਼ਾਂਤ ਮਾਹੌਲ, ਵਿਵਾਦ, ਧੋਖਾ ਦੇਣਾ। ਤੁਸੀਂ ਇੱਕ ਐਸੇ ਥਾਂ ਤੇ ਜਾਓਗੇ ਜਿੱਥੇ ਇਹਨਾਂ ਵਿੱਚੋਂ ਕੁਝ ਵੀ ਨਹੀਂ ਹੋਵੇਗਾ। ਇੱਕ ਚੰਗਾ ਸੰਸਾਰ ਮੇਰੇ ਪਿਆਰੇ ਭੈਣ ਭਰਾਵੋ। ਨਹੀਂ ਤਾਂ ਇੱਕ ਬਗਾਵਤੀ ਦੇ ਲਈ ਪਰਮੇਸ਼ੁਰ ਦਾ ਧਰਮੀ ਨਿਆਂ ਹੋਵੇਗਾ ਅਤੇ ਸਾਡਾ ਆਤਮਾ ਜੋ ਸਦੀਪਕ ਹੈ ਨਰਕ ਦੀ ਅੱਗ ਵਿੱਚ ਉਤਰੇਗਾ ਦੁੱਖ ਪਾਉਣ ਲਈ। ਉੱਥੇ ਕਿਉਂ ਜਾਈਏ? ਪਰਮੇਸ਼ੁਰ ਨਹੀਂ ਚਾਹੁੰਦਾ ਸਾਡੇ ਲਈ ਕਿ ਅਸੀਂ ਅੱਗ ਵਿੱਚ ਜਾਈਏ, ਉਹ ਚਾਹੁੰਦਾ ਹੈ ਕਿ ਅਸੀਂ ਸਵਰਗ ਵਿੱਚ ਆਈਏ। ਉਹ ਬੇਨਤੀ ਕਰਦਾ ਹੈ, ਜਿਵੇਂ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਿਆ ਹੈ, ਪਰਮੇਸ਼ੁਰ ਹੋ ਸਕਦਾ ਤੁਹਾਡੇ ਨਾਲ ਗੱਲ ਕਰਦਾ ਹੋਵੇ। ਕਿਰਪਾ ਕਰਕੇ ਆਪਣੇ ਦਿਲ ਨੂੰ ਕਠੋਰ ਨਾ ਕਰੋ, ਲੇਕਿਨ ਯਿਸੂ ਨੂੰ ਲੈ ਲਓ। ਤੁਸੀਂ ਸੁਣੋਗੇ ਸਵਰਗ ਦੂਤਾਂ ਦੀਆਂ ਆਵਾਜ਼ਾਂ ਵੀ, ਅਸਲੀ ਦੂਤਾਂ ਦੀਆਂ ਆਵਾਜ਼ਾਂ। ਇਹ ਕੋਈ ਬਨਾਵਟੀ ਆਵਾਜ਼ਾਂ ਨਹੀਂ, ਨਹੀਂ, ਮਿਊਜ਼ਿਕ ਮਸ਼ੀਨਾਂ ਦੁਆਰਾ ਘੜੀਆਂ ਹੋਈਆਂ ਨਹੀਂ। ਉਹ ਸੱਚਮੁੱਚ ਦੇ ਸਵਰਗ ਦੂਤ ਪ੍ਰਾਣੀ ਹਨ। ਇਹ ਸਵਰਗੀ ਦੂਤ ਲਗਾਤਾਰ ਗੀਤ ਗਾਉਂਦੇ ਹਨ, ਸੋਹਣੇ ਗੀਤ। ਆਓ ਅਸੀਂ ਜੁੜ ਜਾਈਏ ਉਹਨਾਂ ਪਰਮੇਸ਼ੁਰ ਦੇ ਦੂਤਾਂ ਦੇ ਨਾਲ ਅਤੇ ਜ਼ਿੰਦਗੀ ਪਾਈਏ ਹਮੇਸ਼ਾ ਲਈ, ਹਮੇਸ਼ਾ ਲਈ, ਹਮੇਸ਼ਾ ਲਈ। ਅਸੀਂ ਸਵਰਗ 'ਚ ਮਿਲਾਂਗੇ। ਗੁੱਡ ਬਾਏ, ਗੋਡ ਬਲੈਸ ਯੂ।
ਯੀਸ਼ੂ ਮਸੀਹ ਆਪਣੀ ਕਲੀਸਿਆ ਲਈ ਵਾਪਿਸ ਆ ਰਿਹਾ ਹੈ। ਬਾਈਬਲ ਦੱਸਦੀ ਹੈ ਮਤੀ ਦੀ ਅੰਜੀਲ 24 ਅਧਿਆਇ 42 ਵਚਨ ਚ, ਇਸ ਲਈ ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਸ ਦਿਨ ਆਉਂਦਾ ਹੈ। ਮੈਂ ਚਾਹੁੰਦਾ ਹਾਂ ਕਿ ਕਲੀਸਿਆ ਕਿ ਜੇਕਰ ਯਿਸੂ ਇਸ ਮਹੀਨੇ ਵਿੱਚ ਆ ਜਾਂਦਾ ਹੈ ਅਤੇ ਹੋ ਸਕਦਾ ਹੈ ਉਹ ਅਗਲੇ ਹਫ਼ਤੇ ਆਵੇ ਜਾਂ ਉਹ ਆ ਸਕਦਾ ਹੈ ਹੁਣੇ ਹੀ।